ਜਿੰਨੇ ਤੁਸੀਂ ਇੱਥੇ ਪਿੰਡ ਦੇ ਨਗਰ ਨਿਵਾਸੀ ਪਹੁੰਚੇ ਹੋ ਅਤੇ ਜੋ ਪੰਚਾਇਤ ਪਹੁੰਚੀ ਹੈਗੀ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਆਪਦੇ ਵੱਲੋਂ ਵੀ ਅਤੇ ਪੰਚਾਇਤ ਵੱਲੋਂ ਜਿਹੜੇ ਨਗਰ ਨਿਵਾਸੀ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਜੀ। ਤੇ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਨੇ ਵੀ ਗੱਲ ਕਹੀ ਹੈ ਕਿ ਗ੍ਰਾਮ ਸਭਾਵਾਂ ਜਿਹੜੀਆਂ ਹੋਣੀਆਂ ਨੇ ਉਹ ਪਿੰਡੋਂ ਪਿੰਡੀ ਜ਼ਰੂਰੀ ਕਰੋ, ਕਿਉਂਕਿ ਵੈਸੇ ਤਾਂ ਜੂਨ ਮਹੀਨੇ 'ਚ ਗ੍ਰਾਮ ਸਭਾ ਹੁੰਦੀ ਹੈ, ਇੱਕ ਹੁੰਦੀ ਹੈ ਦਸੰਬਰ ਮਹੀਨੇ ਦੇ ਵਿੱਚ, ਪਰ ਉਹਨਾਂ ਆਪਣੇ ਪਿੰਡ ਵੋਟਾਂ ਆ ਗਈਆਂ ਸੀਗੀਆਂ, ਕੁਝ ਕਾਰਨਾਂ ਕਰਕੇ ਚਲੋ ਲੇਟ ਹੋ ਗਈ। ਸੋ ਅੱਜ ਆਪਣੇ ਪਿੰਡ ਦੇ ਗ੍ਰਾਮ ਸਭਾ ਦਾ ਸੈਕਟਰ ਸਾਹਿਬ ਪਿਛਲੇ ਵਾਰੀ ਆਏ ਸੀਗੇ, ਇਹਨਾਂ ਨੇ ਇੱਕ ਹਫ਼ਤੇ ਦਾ ਨੋਟਿਸ ਦੇ ਕੇ ਆਪਣੇ ਪਿੰਡ ਜਿਹੜੀ ਗ੍ਰਾਮ ਸਭਾ ਲਖਮੀਰ ਵਾਲਾ ਦੇ ਵਿੱਚ ਇਹ ਕਰਵਾਈ ਜਾ ਰਹੀ ਹੈ। ਸੋ ਆਪਣੀ ਗ੍ਰਾਮ ਸਭਾ ਜਿਹੜੇ ਸਭ ਤੋਂ ਪਹਿਲਾਂ ਆਪਾਂ ਜਾਣੀਏ ਵੀ ਹੁੰਦੀ ਕੀ ਹੈ। ਕਈ ਲੋਕਾਂ ਨੂੰ ਭਰਮ ਹੈ ਇਹਦੇ ਬਾਰੇ ਵੀ ਗ੍ਰਾਮ ਸਭਾ ਜਿਹੜੀ ਹੁੰਦੀ ਹੈ ਉਹ ਪੰਚਾਇਤ ਦੇ ਖਿਲਾਫ ਹੁੰਦੀ ਹੈ। ਇਹ ਬਿਲਕੁਲ ਵੀ ਨਹੀਂ ਹੈਗਾ। ਜਿਵੇਂ ਆਪਾਂ ਘਰ ਦੇ ਵਿੱਚ ਆਪਾਂ ਹਿਸਾਬ ਕਿਤਾਬ ਦਿੰਦੇ ਹਾਂ ਵੀ ਅੱਜ ਮੈਂ ਪੈਸੇ ਇੱਥੇ ਇੰਨੇ ਲਾ ਆਇਆ, ਇੱਥੇ ਇੰਨੇ ਲੈ ਤੇ ਆਹ ਕੁਛ ਕਰਤਾ, ਇਹ ਜਿਹੜਾ ਸਿਸਟਮ ਹੁੰਦਾ ਸਾਰਾ ਉਹ ਹੁੰਦਾ। ਅਤੇ ਜੋ ਪਿੰਡ ਤੇ ਆਪਾਂ ਘਰ ਦੇ ਵਿੱਚ ਬੈਠ ਕੇ ਆਪਾਂ ਵਿਚਾਰ ਚਰਚਾ ਕਰਦੇ ਹਾਂ ਕਿ ਆਪਾਂ ਨੂੰ ਹੁਣ ਆਪਾਂ ਨੇ ਘਰ ਦੇ ਵਿੱਚ ਕਿਹੜੀ ਚੀਜ਼ ਲੈ ਕੇ ਆਉਣੀ ਹੈ, ਆਪਣੇ ਘਰੇ ਫਸਲ ਆਉਣੀ ਹੈ ਤੇ ਉਹ ਫਸਲ ਦੇ ਜਿਹੜਾ ਪੈਸਾ ਆਪਾਂ ਨੇ ਕਿਹਦਾ ਦੇਣਾ ਹੈ, ਕਿਹਦੋਂ ਲੈਣਾ ਹੈ ਤੇ ਕੀ ਆਪਾਂ ਨੂੰ ਫਸਲ ਦੇ ਨਾਲ ਮੋਟਰਸਾਈਕਲ ਲੈ ਕੇ ਆਉਣਾ ਹੈ ਜਾਂ ਕੀ ਕੰਮ ਕਰਨੇ ਨੇ, ਇਹ ਸਾਰੇ ਵਿਚਾਰ ਚਰਚਾਵਾਂ ਜਿਹੜੀਆਂ ਉਹ ਉਸੇ ਤਰ੍ਹਾਂ ਹੈ। ਇੱਕ ਤਰ੍ਹਾਂ ਦੀ ਆਪਾਂ ਇਹ ਕਹਿ ਸਕਦੇ ਹਾਂ ਕਿ ਮਿੰਨੀ ਪਾਰਲੀਮੈਂਟ ਹੈ। ਜਿਵੇਂ ਕਿ ਉੱਥੇ ਆਪਾਂ ਦੇਖਦੇ ਆਂਗੇ ਪਾਰਲੀਮੈਂਟ ਦੇ ਵਿੱਚ ਆਪਣਾ ਸਿਵ ਸਿੰਘ ਮਾਨ ਹੋਰੀ ਪਹੁੰਚੇ ਹੋਏ ਨੇ ਸੰਗਰੂਰ ਹਲਕੇ ਤੋਂ, ਜਿਵੇਂ ਪਹਿਲਾਂ ਭਗਵੰਤ ਮਾਨ ਜੀ ਬੋਲਦੇ ਸੀ ਜਾਂ ਹੋਰ ਜਿੰਨੇ ਐਮਪੀ ਨੇ, ਉਸੇ ਤਰ੍ਹਾਂ ਜਿੰਨੇ ਵੀ ਪਿੰਡ ਦੇ ਵੋਟਰ ਹੁੰਦੇ ਨੇ ਉਹ ਸਾਰੇ ਐਮਪੀ ਨੇ। ਆਪਾਂ ਐਂ ਕਹਿ ਸਕਦੇ ਹਾਂ ਪਿੰਡ ਦੇ ਵਿੱਚ ਸਾਰੇ ਉਹ ਮੈਂਬਰ ਨੇਗੇ। ਸਭ ਤੋਂ ਵੱਡੀ ਤਾਕਤ ਦਿੱਤੀ ਹੋਈ ਹੈ ਕਿ ਉਹਨਾਂ ਨੂੰ ਤਾਂ ਜਿੱਤ ਕੇ ਜਾਣਾ ਪੈਂਦਾ ਵੋਟਾਂ ਲੈ ਕੇ, ਪਰ ਆਪਾਂ ਨੂੰ ਸਭ ਤੋਂ ਵੱਡੀ ਤਾਕਤ ਇਹ ਦਿੱਤੀ ਗਈ ਹੈ ਆਪਾਂ ਬਿਨਾਂ ਚੁਣੇ ਬਿਨਾਂ ਵੋਟਾਂ ਤੋਂ ਆਪਾਂ ਸਾਰੇ ਜਾਣੇ ਆਪਾਂ ਐਮਪੀ ਹਾਂ। ਜਿਵੇਂ ਉੱਥੇ ਉਹ ਜਾ ਕੇ ਸਵਾਲ ਕਰਦੇ ਨੇ, ਸਵਾਲ ਸਰਕਾਰ ਨੂੰ ਪੁੱਛਦੇ ਨੇ ਵੀ ਆਹ ਕੰਮ ਕਰੋ ਜੀ, ਮੇਰੇ ਹਲਕੇ 'ਚ ਆਹ ਪ੍ਰੋਬਲਮ ਹੈ। ਉਸੇ ਤਰ੍ਹਾਂ ਤੁਸੀਂ ਨੇ ਦੱਸਣਾ ਵੀ ਸਾਡੇ ਮੁਹੱਲੇ ਦੇ ਸਾਡੀ ਗਲੀ ਦੇ ਵਿੱਚ ਜਾਂ ਸਾਡੇ ਵਿਹੜੇ ਦੇ ਵਿੱਚ ਆਹ ਪ੍ਰੋਬਲਮ ਹੈ, ਇਹਨੂੰ ਹੱਲ ਕੀਤਾ ਜਾਵੇ। ਸੋ ਜਿਹੜੀ ਪੰਚਾਇਤ ਹੈ ਉਹ ਚੀਜ਼ ਨੂੰ ਹੱਲ ਕਰਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਉਹਦਾ ਫਿਰ ਰਿਪੋਰਟ ਕਾਰਡ ਪੇਸ਼ ਕਰਦੀ ਹੈਗੀ। ਸੋ ਉਸੇ ਤਰ੍ਹਾਂ ਅੱਜ ਆਪਾਂ ਇੱਥੇ ਗ੍ਰਾਮ ਸਭਾ ਜਿਹੜੀ ਉਹ ਸ਼ੁਰੂ ਕਰਨੀ ਹੈ। ਇਹਦੇ ਆਪਾਂ 3 ਪੜਾਅ ਰੱਖੇ ਨੇ। ਪਹਿਲਾ ਪੜਾਅ ਤਾਂ ਇਹ ਹੋਵੇਗਾ ਕਿ ਆਪਾਂ ਨੇ ਤੁਸੀਂ ਸੁਝਾਅ ਦੇਣੇ ਨੇ। ਇੱਥੇ ਆਪਾਂ ਆਰਾਮ ਨਾਲ ਆਪਾਂ ਗੱਲ ਕਰਨੀ ਹੈ। ਸਾਰੀ ਕੋਈ ਵੀਡੀਓਗ੍ਰਾਫੀ ਉਹ ਹੋ ਰਹੀ ਹੈ, ਕਿਸੇ ਨੇ ਕੋਈ ਅਪਸ਼ਬਦ ਯੂਜ਼ ਨਹੀਂ ਕਰਨਾ ਹੈਗਾ। ਕੋਈ ਵੀ ਗੱਲ ਕਰਨੀ ਹੈ ਪੰਚਾਇਤ ਤੋਂ ਸਵਾਲ ਕਰਨਾ ਹੈ ਜਾਂ ਸੈਕਟਰੀ ਸਾਹਿਬ ਤੋਂ ਸਵਾਲ ਕਰਨਾ, ਆਪਣੇ ਦਾਇਰੇ ਦੇ ਵਿੱਚ ਰਹਿ ਕੇ ਸੀਮਿਤ ਸ਼ਬਦਾਂ ਦੇ ਵਿੱਚ ਰਹਿ ਕੇ ਆਪਾਂ ਨੇ ਉਹ ਚੀਜ਼ ਕਰਨੀ ਹੈ। ਸੋ 3 ਪੜਾਅ ਹੋਣਗੇ। ਪਹਿਲਾ ਪੜਾਅ ਤਾਂ ਇਹ ਹੋਵੇਗਾ ਕਿ ਆਪਣੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣਗੇ। ਸੈਕਟਰੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਨੋਟ ਕਰੀ ਜਾਣ ਜੋ ਪਿੰਡ ਦੇ ਲੋਕ ਕਹਿਣਗੇ। ਆਪਦੀ ਕਾਪੀ ਵਗੈਰਾ ਨੋਟ ਕਰੀ ਚੱਲੋ ਤਾਂ ਕਿ ਉਸ ਤੋਂ ਬਾਅਦ ਵਿੱਚ ਪੰਚਾਇਤ ਹੈ ਜਿਹੜੀ ਉਹ ਆਪਾਂ ਨੂੰ ਸੈਕਟਰੀ ਸਾਹਿਬ ਦੱਸਣਗੇ ਬੋਲ ਕੇ ਵੀ ਆਪਾਂ ਨੂੰ ਆਹ ਕੰਮ ਨੇ ਜਿਹੜੇ ਮਤਲਬ ਕਿ ਬੋਲੇ ਗਏ ਨੇ। ਸੋ ਤਾਂ ਕਰਕੇ ਇੱਧਰ ਆਪਣੇ ਜੀਓ ਜੀ ਨੇ ਜਿਹੜੇ ਇਹ ਵੀ ਬੈਠੇ ਨੇਗੇ, ਇਹਨਾਂ ਦੀ ਰਹਿਨੁਮਾਈ ਦੇ ਵਿੱਚ ਵੀ ਹੋ ਰਹੀ ਹੈ। ਉਹ ਕਹਿੰਦਾ ਰਿਪੋਰਟ ਪੇਸ਼ ਕਰਨੀ ਹੁੰਦੀ ਕਿਹੜੇ ਪਿੰਡ 'ਚ ਗ੍ਰਾਮ ਸਭਾ ਕੋਈ ਹੋਈ ਹੈ ਜਾਂ ਨਹੀਂ ਹੋਈ। ਸੋ ਬੇਨਤੀ ਕਰਾਂਗਾ ਕਿ ਬਹਿ ਜਾਓ ਮਿਲ ਕੇ ਆ ਕੇ ਸਾਰੇ ਬਹਿ ਜਾਓ ਬਣ ਕੇ ਤੇ ਸਾਰਿਆਂ ਦਾ। ਤੇ ਆਪਾਂ ਹੁਣ ਸ਼ੁਰੂ ਕਰੀਏ ਵੀ ਆਪਣੇ ਪਿੰਡ ਦੇ ਵਿੱਚ ਬਾਰੋ ਬਾਰੀ ਸਾਰਿਆਂ ਨੇ ਬੋਲਣਾ ਹੈਗਾ ਵੀ ਜੇ ਕੋਈ ਕੰਮ ਹੋਣ ਵਾਲਾ ਹੈ ਵੀ ਆਪਣੇ ਪਿੰਡ ਦੇ ਵਿੱਚ ਦੱਸੋ ਕਿ ਪਹਿਲੇ ਦੇ ਆਧਾਰ ਤੇ ਕੰਮ ਕਿਹੜਾ ਹੋਣਾ ਚਾਹੀਦਾ। ਨਹੀਂ ਉਹਦਾ ਬਾਅਦ ਆਪਾਂ ਪੜਾ ਆ ਜੂਗਾ। ਪਹਿਲਾਂ ਆਪਾਂ ਕੰਮ ਸੁਣ ਲਈਏ ਪਿੰਡ ਦੇ ਲੋਕਾਂ ਦੇ ਕੰਮ ਕੀ ਨੇ। ਪਹਿਲਾਂ ਤਾਂ ਸਾਡਾ ਪਾਣੀ ਦਾ ਮਸਲਾ ਹੈ। ਹਾਂਜੀ, ਜਿਹੜਾ ਪਾਣੀ ਟੈਂਕੀ ਵਾਲਾ ਹੈ ਤੁਸੀਂ ਜਾ ਕੇ ਦੇਖ ਲਓ ਆਪ ਵੀ। ਉਹ ਜਿਹੜੀ ਇੱਕ ਪਾਈਪ ਖੜੇ ਨਾ ਨਾਲੀਆਂ ਦੇ ਕੰਧ ਦੇ ਵਿੱਚ ਖੜੇ ਨੇ, ਇੱਕ ਪਾਈਪ ਹੱਲ ਗਿਆ ਸਾਰੇ ਪਿੰਡ 'ਚ ਬਿਮਾਰੀ ਪੈ। ਬਿਲਕੁਲ ਸਹੀ ਗੱਲ। ਮੈਂ ਉਸ ਦਿਨ ਵੀ ਗੱਲ ਕਹੀ ਸੀ। ਮੈਂ ਪੁੱਛੋ ਇਹਨੂੰ ਸਰਪੰਚ ਸਾਹਿਬ ਨੂੰ ਕਹਿ ਮੈਂ ਸਾਰੇ ਪਾਈਪ ਇਹ ਨੋਟ ਕਰ ਲਓ। ਮੈਂ ਨੋਟ ਕਰ ਲਓ। ਇੱਕ ਮਿੰਟ। ਨਹੀਂ ਇਹ ਹੋ ਗਿਆ, ਇਹ ਹੋ ਗਿਆ। ਇੱਕ ਲਿਖ ਲਓ ਸਰਪੰਚ ਸਾਹਿਬ। ਇੱਕ ਮਿੰਟ ਹੋ ਗਿਆ। ਇਹ ਇੱਕ ਸਵਾਲ ਹੋ ਗਿਆ ਜੀ। ਇਹ ਤੇ ਦੂਜਾ ਸਵਾਲ ਅੱਗੇ ਜੀ। ਦੂਜਾ ਕੰਮ ਜੀ, ਦੂਜਾ ਸਾਡੇ ਉਹ ਸੱਤ ਦੇ ਵਿੱਚ ਦੇਖੋ ਗਲੀ ਨਹੀਂ ਹੈਗੀ ਤੇ ਉਹ ਪਾਣੀ ਉੱਥੇ ਕਿਵੇਂ ਖੜਾ ਹੈ। ਉਹ ਸਿੱਧੀ ਪੁਲੀ ਉੱਚੀ ਹੈ, ਪੁਲੀ ਉੱਚੀ ਕਰਨ ਵਾਲੀ ਹੈ। ਹਾਂ ਇਹ ਲਿਖੋ, ਇਹ ਵੀ ਲਿਖ ਲਓ ਭਾਈ, ਪੁਲੀ ਉੱਚੀ ਹੋਣੀ ਹੈ। ਪੁਲੀ ਤੇ ਉਹ ਉੱਥੇ ਆਪ ਪੰਚਾਇਤ ਘਰੋਂ ਤਾਂ ਪਸ਼ੂ ਹਸਪਤਾਲ ਆ। ਹਾਂਜੀ ਵੀ ਜੀ ਇਹ ਮਤਲਬ ਕਿ ਜਾਂ ਤਾਂ ਇਹਨੂੰ ਜਗ੍ਹਾ ਰਿਪਲੇਸ ਕਰਕੇ ਇਹਨੂੰ ਪਸ਼ੂ ਘਰ ਬਣਾਇਆ ਜਾਵੇ, ਜਾਂ ਮਤਲਬ ਕਿ ਇੱਥੇ ਪੰਚਾਇਤ ਘਰ ਵੀ ਇਹ ਇੱਕ ਆਪਣਾ ਨੀਮਾ ਹੋਵੇ, ਇਹਨੂੰ ਉੱਚਾ ਜਾ ਕੇ ਇਹਦੀ ਜੇ ਪੰਚਾਇਤ ਘਰ ਬਣਾਉਣਾ, ਜੇ ਅਸਲ ਵਿੱਚ ਤਾਂ ਪਸ਼ੂ ਹਸਪਤਾਲ ਰਿਪਲੇਸ ਕਰਿਆ ਜਾਵੇ ਪੰਚਾਇਤ ਮਤਾ ਪਾ ਕੇ। ਉਹਦੇ ਬਾਰੇ ਜੇ ਕੋਈ ਆਪਾਂ ਨੂੰ ਸੈਕਟਰੀ ਸਾਹਿਬ ਇਹ ਬਾਅਦ ਸਵਾਲ ਲਿਖੀ ਚੱਲੋ, ਹਲੇ ਲਿਖੀ ਚੱਲੋ, ਉਹ ਬਾਅਦ ਦੱਸੀ ਜਾਣਗੇ। ਵੀ ਜੇ ਕਿਸੇ ਕੋਈ ਪ੍ਰਪੋਜ਼ਲ ਨਾਲ ਇਹ ਉਰੇ ਪਸ਼ੂ ਘਰ ਬਣ ਜੇ, ਪੰਚਾਇਤ ਘਰ ਨੂੰ ਜਗ੍ਹਾ ਚਾਹੇ ਉਹ ਸੱਤ ਚੋਂ ਕਿਵੇਂ ਨਾ ਕਿਵੇਂ ਪੰਚਾਇਤ ਦੇ ਦੇ ਵੀ ਇਹ ਵਧੀਆ ਬਣ ਜੇ, ਨਾਲੇ ਉਧਰ ਜੇ ਪੰਚਾਇਤ ਘਰ ਜਦੋਂ ਵੀ ਬਣਾਉਣਾ ਉਹ ਬਣ ਜੇ, ਇਹ ਉੱਚਾ ਚੱਕਿਆ ਜਾਵੇ। ਤੇ ਅਗਲਾ ਸਵਾਲ ਜੀ, ਇੱਕ ਤਾਂ ਇਹ ਹੋ ਗਏ 3 ਸਵਾਲ ਹੋ ਗਏ ਜੀ। ਜੇ ਰਿਪਲੇਸ ਹੋ ਸਕਦਾ ਤੁਹਾਡੇ ਲਵੇ, ਉਹ ਜਵਾਬ ਬਾਅਦ ਚ ਦੇ ਦੇਣਗੇ ਆਪਾਂ ਨੂੰ। ਇਹ ਇੱਕ ਮੈਂ ਹੈਗਾ ਹੁਣ ਇੱਕ ਬੱਸ ਸਟੈਂਡ ਤੋਂ ਲੈ ਕੇ ਅਮਰੀਕ ਦੇ ਘਰ ਤੋਂ ਲੈ ਕੇ ਕਿਸੇ ਘਰਾਂ ਤੱਕ ਉੱਥੇ ਸੀਵਰ ਪਾਈਪ ਪੈਣਾ ਚਾਹੀਦਾ ਪਾਣੀ ਵਾਲਾ। ਬਹੁਤ ਮਸ਼ੀਨ ਆਉਂਦੇ ਨੇ ਇੱਧਰਲੇ ਲੋਕ ਸਾਰੇ ਗਾਲਾਂ ਕੱਢਦੇ ਨੇ ਮੈਨੂੰ। ਸਾਡੇ ਘਰਾਂ ਆ ਤੁਹਾਡੇ ਘਰ ਤੋਂ ਲੈ ਕੇ ਉੱਥੋਂ ਸ਼ੁਰੂ ਹੋ ਨੋਟ ਕੇ ਕਰੀ ਚੱਲੋ ਜੀ। ਪਾਣੀ ਬਹੁਤ ਸਮੱਸਿਆ ਉੱਥੇ। ਕਿੱਥੋਂ ਲੈ ਕੇ ਦੱਸੋ, ਕਿੱਥੋਂ ਲੈ ਕੇ ਦੱਸੋ। ਅੱਡੇ ਤੋਂ ਲੈ ਕੇ ਜੀ ਸਾਡੇ ਘਰ ਤੋਂ ਲੈ ਕੇ ਉਧਰ ਬਾਬੇ ਕੇ ਖੇਤ ਦੀ ਪਈ ਵਾਲੀ ਤੋਂ ਬੋਲਾ ਜਾਂਦਾ ਉਹ ਬਾਅਦ ਚ
ਨਹੀਂ ਮਤਾ ਪਾ ਕੇ ਚੇਂਜ ਕਰਾ ਲਓ ਉਹ ਬਾਅਦ ਚ ਹੋ ਜਾਊਗਾ ਨਾ, ਪਹਿਲਾਂ ਆਪਾਂ ਸਵਾਲ ਸੁਣ ਲਿਆ ਜੀ, ਤੁਸੀਂ ਬਾਅਦ ਚ ਬੋਲਿਓ, ਬਾਅਦ ਚ ਪੰਚਾਇਤ ਹੈ ਜਿਹੜੀ ਜਵਾਬ ਦੇ ਦੂਗੀ। ਅਤੇ ਹੋਰ ਭਾਈ ਹੈ ਇੱਕ, ਹਾਂਜੀ ਬੋਲੋ ਜੀ। ਇੱਕ ਵਾਲੀਬਾਲ ਦਾ ਗਰਾਊਂਡ ਹੈ ਜਿਹੜਾ ਜੀ, ਸਕੂਲ ਵਾਲੀ ਗਲੀ ਪਹਿਲ ਦੇ ਆਧਾਰ ਤੇ ਕੀਤੀ ਜਾਵੇ। ਉਹ ਸੁਣ ਲਓ ਮੜਾ ਇੱਧਰ ਆ ਕੇ ਬੋਲ ਦਿਓ ਜੀ। ਸਕੂਲ ਵਾਲੀ ਗਲੀ ਪਹਿਲ ਦੇ ਆਧਾਰ ਤੇ ਕੀਤੀ ਜਾਵੇ। ਸਭ ਤੋਂ ਜ਼ਰੂਰੀ ਇਹ ਆ, ਬਰਸਾਤਾਂ ਦੇ ਟਾਈਮ ਨੇ, ਬੱਚੇ ਪੜ੍ਹਦੇ ਨੇ, ਡਿੱਗਦੇ ਨੇ, ਖਰਾਬ ਹੁੰਦੇ ਨੇ ਵਰਦੀਆਂ, ਪਹਿਲ ਦੇ ਆਧਾਰ ਤੇ ਕੀਤੀ ਜਾਵੇ। ਸਕੂਲ ਦੀ ਗਲੀ ਹੋ ਗਈ ਜੀ, ਹੋਰ ਅੱਗੇ ਜੀ ਇੱਕ ਬੋਲੋ ਤਾਂ ਦੱਸੋ ਨਾ ਫਿਰ, ਤੁਸੀਂ ਵੀ ਦੱਸ ਸਕਦੇ ਹੋ, ਕੋਈ ਇਹ ਨਹੀਂ ਕਿ ਚਾਰ ਬੰਦੇ ਨੇ ਬੋਲਣਾ ਹੈਗਾ, ਸਾਰੇ ਬੰਦੇ ਨੁਮਾਇੰਦਗੀ ਬਰੋਬਰ ਹੈ ਇਹਦੇ ਵਿੱਚ। ਕੋਈ ਹੈਗਾ ਉਹ ਦੱਸੋ। ਹਾਂ ਉਹ ਦੱਸ ਸਕਦੇ ਹੋ, ਆਪਾਂ ਸਵਾਲ ਲੈ ਰਹੇ ਹਾਂ, ਕੋਈ ਕੰਮ ਹੋਣ ਵਾਲੇ ਆਪਾਂ ਦੱਸ ਰਹੇ ਹਾਂ, ਨੋਟ ਕਰ ਰਹੇ ਹਾਂ। 4 ਦਿਨ ਦੇ ਬਾਅਦ ਚ ਉਹਨਾਂ ਦੇ ਡੇਰੇ ਵਾਲਾ ਅਕਬਰ ਦੇ ਬਾਗ ਤੋਂ ਲੈ ਕੇ ਜਾਂ ਅਕਬਰ ਦੇ ਘਰ ਤੋਂ ਲੈ ਕੇ ਇਹ ਡਿਸਪੈਂਸਰੀ ਤੱਕ ਦੀ ਪੁਲੀ ਤੱਕ ਜਿਹੜੀ ਗਲੀ ਆ ਉਹ ਬਣਨ ਵਾਲੀ ਆ, ਗੁਰੂ ਘਰ ਦੇ ਆਪਾਂ ਕਹਿ ਦਈਏ ਦਾ, ਇਹ ਚੀਜ਼ ਲਿਖ ਲਓ ਹਨਾ। ਹਾਂ ਅਕਬਰ ਦੇ ਘਰ ਤੋਂ ਲੈ ਕੇ ਨਹੀਂ, ਅਕਬਰ ਦੇ ਘਰ ਦੇ ਮੂਹਰੇ ਵੀ ਟੁੱਟਿਆ ਪਿਆ ਨਾ ਜੀ, ਨਾਲੀ ਵੀ ਲਿਖ ਲਓ, ਨਾਲੀ ਵੀ ਹਾਂ ਨਾਲੀ ਵੀ ਲਿਖ ਲਓ, ਨਾਲੀ ਵੀ ਲਿਖ ਲਓ। ਉਹ ਗਲੀ ਤਾਂ ਉੱਥੇ ਟੁੱਟਾ ਹੀ ਹੈ, ਚਲੋ ਨਹੀਂ ਸਾਰੇ ਬਣ ਜੂਗੇ ਨਾ ਫਿਰ ਇਹ ਉੱਚਾ ਨਹੀਂ ਕਰ ਸਕਦੇ, ਇਹ ਨੀਵੇਂ ਹੋ ਜੂ ਪਾਣੀ ਨਿਕਲਦਾ ਹੈ। ਇਹਨੂੰ ਉੱਚੀ ਨਹੀਂ ਕਰ ਸਕਦੇ। ਚਲੋ ਆਪਾਂ ਪ੍ਰਪੋਜ਼ਲ ਰੱਖ ਲਈ, ਉੱਚੀ ਚੱਕਰ ਦਾ ਲਿਖ ਲਈ। ਉਹ ਲਿਖ ਲਈ ਇਹਨਾਂ ਨੇ, ਕੋਈ ਬਾਅਦ ਚ ਦੇਖ ਲੈਣਗੇ ਤਾਂ। ਸਾਡੇ ਬੇੜੇ ਇੱਕ ਮਿੰਟ ਬੋਲੋ। ਜਿੰਨੇ ਫਿਰਨੀਆਂ ਤਕਰੀਬਨ ਹਰ ਇੱਕ ਪਿੰਡ 'ਚ ਲੋਕੇਟ ਲੱਗੀ ਸਾਈਡ ਤੇ, ਆਪਣਾ ਪਿੰਡ ਤੋਂ ਬਿਨਾ ਉਹ ਲੋਕੇਟ ਲੱਗਣੀ ਚਾਹੀਦੀ ਆ ਹਰ ਸਾਰੀ ਫਿਰਨੀ ਗੱਲ ਪਹਿਲਾਂ ਲੋਕ ਟੱਕ ਜਾਏਗੀ ਸਾਈਡ, ਜਿੰਨੀ ਫਿਰਨੀ ਦੀ ਸਾਈਡ ਹੈ ਪਿੰਡ ਦੇ ਬਰਾਬਰ। ਹਾਂਜੀ ਜਿਹੜਾ ਆਪਣਾ ਪਿੰਡ ਵਾਲਾ ਟੋਭਾ, ਇਹਦਾ ਸਭ ਤੋਂ ਵੱਧ ਬੁਰਾ ਹਾਲ ਆ। ਇਹਦਾ ਪਾਣੀ ਨਿਕਲਿਆ ਜਾਵੇ ਕਿਸੇ ਰੋਡ ਦੱਬ ਕੇ, ਜਿਹੜਾ ਗੰਦਾ ਪਾਣੀ ਇਹ 'ਚ ਪਾਣੀ ਨਾ ਪਵੇ, ਉਹੀ ਦੁੱਧ ਪੀਂਦੇ ਨੇ ਡੰਗਰਾਂ ਦਾ ਪਾਣੀ। ਉਹ ਨਾਲਾ ਜਦੋਂ ਰੋਹੀ ਤੇ ਵਾਲਾ ਨਾਲਾ ਇੱਕ ਮਾਨਸਾਈ ਵਾਲੀ ਜਿਹੜੀ ਨਾਲੀ ਆ, ਉਹ ਬਹੁਤ ਡੂੰਘੀ ਹੋ ਚੁੱਕੀ ਹੈ, ਬਹੁਤ ਪ੍ਰੋਬਲਮ ਆਉਂਦੀ ਹੈ। ਕਈ ਵਾਰੀ ਉਹਨਾਂ ਨੇ ਕਿਹਾ ਉਹ ਪਰਲੀ ਸੜਕ ਤੇ ਹਾਂਜੀ ਬਹੁਤ ਜ਼ਿਆਦਾ ਨੀਵੀਂ ਆ, ਉਹ ਮਾਨਸਾਈ ਵਾਲੀ ਨਾਲੀ ਹੈ ਜਿਹੜੀ। ਹਾਂ ਉਹ ਸਾਡੇ ਵਾਲੀ ਵੀ ਉਹ ਨਾਲੀਆਂ ਨਾਲ ਨਹੀਂ, ਉਹ ਵੀ ਲੱਖ ਦੀ ਡੁੱਬੀ ਸੇਫ ਜਿਹੜੀ ਪਈ ਆ ਸਾਰੇ ਘਰਾਂ ਸਾਰੇ ਬੋਲੋ ਨਾ, ਬੋਲੋ ਦੱਸੋ ਮੱਖਣ ਦੀ ਦੁਕਾਨ ਤੋਂ ਲੈ ਕਿੱਥੋਂ ਲੈ ਕੇ ਬੋਲੋ। ਸਾਰੇ ਮੱਖਣ ਦੀ ਦੁਕਾਨ ਤੋਂ ਲੈ ਕੇ ਹਾਂ ਐਂ ਲਿਖ ਦਿਓ ਜੀ, ਮੱਖਣ ਦੀ ਦੁਕਾਨ ਤੋਂ ਲੈ ਕੇ ਸਰਕਾਰੀ ਸਕੂਲ ਤੇ ਵਾਪਸ ਹੋ ਗਈ ਸਾਰੇ ਘਰ ਉੱਚੇ ਨਾਲੇ ਕੋਈ ਛਿੱਤ ਆਲੇ ਦੁਆਲੇ ਬੰਦੇ ਲਿਖ ਦਿਓ ਸਾਰੀ ਆਲੇ ਵਾਲੀ ਹੈ। ਸ਼ੀਸ਼ੇ ਲੱਗੇ ਹੋਏ ਮੋੜਾਂ ਸਾਰੇ ਪਿੰਡਾਂ 'ਚ, ਜਿੱਥੇ ਵੀ ਜਾਂਦੇ ਆਪਾਂ। ਆਪਣੇ ਪਿੰਡ ਉਹ ਚੀਜ਼ ਦੀ ਬਹੁਤ ਘਾਟ ਹੈ ਜਿਹੜੀ ਦੁਰਘਟਨਾ ਤੋਂ ਬਚਾਅ ਹੋ ਸਕੇ। ਮੋੜਾ ਮੋੜਾ ਨੇ ਇਹ ਨਰੇਗਾ ਦਾ ਭਾਈ ਗ੍ਰਾਮ ਸੇਵਕ ਹੈ, ਆਪਾਂ ਹਮੇਸ਼ਾ ਸੈਕਟਰੀ ਕਹਿ ਦਿੰਦੇ ਆ, ਪਰ ਇਹ ਗ੍ਰਾਮ ਸੇਵਕ ਨੇ, GRS ਵੀ ਕਹਿ ਦਿੰਦੇ ਨੇ। ਇੱਕ ਭਾਈ ਜਿਹੜੇ ਉਹ ਜੋ ਪਾਣੀ ਦੀ ਨਿਕਾਸੀ ਦਾ ਉਹ ਲਿਖਿਆ, ਜਿਹੜੇ ਕੰਮ ਨਰੇਗਾ ਦੇ ਅੰਡਰ ਆਉਂਦੇ ਨੇ ਉਹ ਨਰੇਗਾ ਵਾਲੇ ਗ੍ਰਾਮ ਸੇਵਕ ਲਿਖੂਆ, ਜਿਹੜੇ ਪੰਚਾਇਤ ਦੇ ਅੰਡਰ ਆਉਂਦੇ ਨੇ ਉਹ ਆਪਣੇ ਸੈਕਟਰੀ ਸਾਹਿਬ ਬੈਠਣ ਉਹ ਲਿਖੀ ਜਾ ਰਹੇ ਨੇ। ਸਕੂਲ ਦਾ ਬਹੁਤ ਬੁਰਾ ਹਾਲ ਹੈ ਐਵੇਂ, ਜਵਾਕਾਂ ਦਾ ਨਾਸ ਹੋਇਆ ਪਿਆ। ਕਿਸੇ ਮਰਜ਼ੀ ਹੁਣ ਜਾ ਕੇ ਦੇਖ ਲਓ, ਚਾਹੇ ਮੱਛਰ ਇੰਨਾ ਜ਼ਿਆਦਾ ਪਾਣੀ ਖੜਦਾ ਗਰਾਊਂਡ 'ਚ, ਆਲੇ ਦਾਲੇ ਪਾਣੀ ਖੜਦਾ, ਬਹੁਤ ਜ਼ਿਆਦਾ ਬੁਰਾ ਹਾਲ ਸਕੂਲ ਚੱਕਣ ਵਾਲਾ ਸਕੂਲ ਦੀ ਬਿਲਡਿੰਗ ਬਣਾਉਣ ਵਾਲੀ ਆ, ਐਂ ਕਹਿ ਦੋ ਸਾਰੀ, ਐਂ ਕਹਿ ਦੋ ਸਾਰੇ ਗਰਾਊਂਡ 'ਚ ਪਾਣੀ ਖੜਦਾ, ਬੁਰਾ ਹਾਲ ਹੋਇਆ ਪਿਆ ਵੀ ਜਵਾਕਾਂ ਦਾ। ਸਕੂਲ ਦੀ ਬਿਲਡਿੰਗ ਹੈ ਜਿਹੜੀ ਸਰਕਾਰੀ ਸਕੂਲ ਦੀ ਬਿਲਡਿੰਗ ਬਣਾਉਣ ਵਾਲੀ ਹੈ। ਇੱਕ ਜਿਹੜਾ ਨਰੇਗਾ ਵਾਲਾ ਪਾਰਕ ਹੈ ਜਿਹੜਾ ਅੰਦਰ ਮੋੜ ਨਹੀਂ ਜੀ, ਇੱਥੇ ਪਾਰਕ ਬਣ ਜੇ ਇਹ ਖਾਣਾ ਵਾ ਦੋ ਜਿਹੜੇ ਪਾਰਕ ਬਣਦੇ ਨੇ ਉਹ ਜਿਹੜੇ ਫਾਟਕ ਤੋਂ ਪਰਾਂ ਘਰ ਨਹੀਂ, ਇਹ ਕਮੇਟੀ ਜਿਹੜੇ ਫਾਟਕ ਤੋਂ ਪਰਾਂ ਘਰ ਨੇ ਉਧਰ ਕੋਈ ਕੰਮ ਨਹੀਂ ਹੋਇਆ ਹੋਇਆ ਵੀ ਉਧਰ ਵੋਟਾਂ ਹੈਗੀਆਂ ਤਾਂ ਹੈਗੀਆਂ ਨੇ। ਸਵਾਲ ਅਖੀਰ ਤੇ ਹੋਣਗੇ ਵਾਲੇ ਉਸ ਵੀ ਨਹੀਂ, ਉਧਰ ਦਾ ਕੋਈ ਕੰਮ ਨਹੀਂ ਹੋਇਆ। ਉਹ ਬੋਲ ਹੀ ਰਿਹਾ ਹੈ, ਬੋਲ ਤੁਸੀਂ ਫੇਰ ਪਤਾ ਲੱਗੂਗੀ ਨਾ, ਬੋਲੂਗਾ ਜੇ ਬੰਦਾ ਮੋਟਰ ਲੱਗਦੀ ਆ ਉਹ ਬਾਅਦ ਚ ਹੋਊਗਾ ਜੀ। ਇੱਕ ਮਿੰਟ, ਹਾਂ ਭਾਈ ਦੱਸ। ਇੱਕ ਮਿੰਟ ਇਹ ਆਪਣਾ ਬਾਅਦ ਚ ਹੋ ਜਾਊਗਾ ਜੱਗੇ। ਉਹ ਜੱਗੇ ਯਾਰ ਇਹ ਕਿਉਂ ਬਾਲਾ, ਇਹ ਤੀਜੇ ਪੜਾਅ ਚ ਸਾਰਾ ਕੁਝ ਹੈ। ਇਹ ਨਹੀਂ, ਇੱਕ ਮੋਟਰ 4 ਘਰਾਂ ਨੂੰ ਡਿਵਾਈਡ ਉਹ ਤੀਜੇ ਪੜਾਅ ਚ ਹੈ ਸਾਰਾ ਕੁਝ ਇਹ। ਹਾਂਜੀ ਬੋਲੋ ਜੀ ਤੁਸੀਂ। ਨੰਬਰ 1 ਤਾਂ ਜੀ ਸਾਡੇ ਬਿਹੀ ਦਾ ਵਿੱਚ
ਤਲ ਗਏ ਉਹ ਬਹੁਤ ਬੁਰਾ ਹਾਲ ਹੈ। ਇਹ ਲਿਖ ਲਓ ਤੁਸੀਂ ਟਾਵਰ ਦੇ ਨਾਲ ਲੱਗਦੀ ਗਲੀ ਹੈ ਘਰ ਨੇ ਉੱਥੇ ਫਾਟਕ ਦੇ ਨਾਲ ਹਾਂ ਫਾਟਕ ਦੇ ਨਾਲ ਪਹਿਲੀ ਗਲੀ ਆ ਫਾਟਕ ਦੇ ਨਾਲ ਪਹਿਲੀ ਗਲੀ ਹੈ ਸਾਰੀਆਂ ਲਿਖ ਵੀਰੇ ਫਾੜ ਕੇ ਵਸੇ ਉਹ ਤੱਕ ਜਿਹੜਾ ਬੋਰਡ ਹੈ ਉਹ ਲਿਖੀ ਨੇ ਨਹੀਂ ਮੈਂ ਨਹੀਂ ਲਿਖ ਸਕਦਾ ਆਪ ਆ ਕੇ ਦੁੱਖ ਦੱਸੋ ਨਾ ਹੁਣ ਇਹ ਆ ਗਿਆ ਦੁੱਖ ਦੱਸ ਰਿਹਾ ਬਸ ਗੱਲ ਖਤਮ ਹੈ ਕੋਈ ਨਹੀਂ ਆਇਆ ਗਲਤੀ ਉਹਦੀ ਹੈ ਨਾ ਯਾਰ ਆਪਣੀ ਗਲਤੀ ਥੋੜੀ ਹੈ ਇਹਨਾਂ ਨੂੰ ਆ ਪੁੱਛ ਲਓ ਵੀ ਉਸ ਵਾਰ ਚ ਕੋਈ ਤੁਸੀਂ ਤਾਂ ਆ ਗਏ ਘੱਟੋ ਘੱਟ 5 ਨਾਲ ਗਲੀ ਬਣਾਈ ਆ ਇਹਦਾ ਲੱਗੇ ਉਹ ਬਾੜ ਚ ਨਹੀਂ ਕਿੱਥੇ ਨਹੀਂ ਲੱਗਾ ਇਹ ਗਲੀਆਂ ਨੇ ਸਾਰੀਆਂ 5 ਵਾਲੀਆਂ ਨੇ ਬਾੜ ਚ ਨਹੀਂ ਰੁਪਿਆ ਲੱਗਿਆ ਇਹਦੇ ਚ। ਇਹ ਸਵਾਲ ਆਉਂਦਾ ਹੈ ਹਾਂਜੀ ਵੀ ਅਸੀਂ ਬੁੜਾ ਆਦਮੀ ਲਾਉਣਾ ਕੀ ਨਹੀਂ ਨਰੇਗਾ ਚ ਲਾਉਣਾ ਕਿਉਂ ਨਹੀਂ ਹਾਂ ਲਾਉਣਾ ਨਹੀਂ ਇਹ ਭਾਈ ਦੱਸੋ ਵੀ ਇਹ ਗੱਭਰੂ ਆਦਮੀ ਕਿਵੇਂ ਨਰੇਗਾ ਦੇ ਵਿੱਚ ਬੁੜੇ ਆਦਮੀ ਲਾਉਣਾ ਨਹੀਂ ਹੈਗਾ ਹਾਲਾਂਕਿ ਨਰੇਗਾ ਦੇ ਇਹ ਰੂਲ ਹੈ ਨਾ ਤਾਂ ਉਹ ਹੈਂਡੀਕੈਪ ਨੂੰ ਮਨਾ ਕਰ ਸਕਦੀ ਹੈ ਤੇ ਨਾ ਹੀ ਉਹ ਕੋਈ ਬਜ਼ੁਰਗ ਨੂੰ ਮਨਾ ਕਰ ਸਕਦਾ ਹੈ ਇਹ ਕੋਈ ਇਸੇ ਰੋਕ ਨਹੀਂ ਸਕਦੀ ਹੈਗੀ ਜਦੋਂ ਪੰਚਾਇਤ ਦਾ ਕੰਮ ਚੱਲ ਰਿਹਾ ਹੁੰਦਾ ਹੈਗਾ ਗਲੀਆਂ ਪੱਕੀਆਂ ਹੋ ਰਹੀਆਂ ਨੇ ਜਾਂ ਕੋਈ ਸੜਕਾਂ ਪੱਕੀਆਂ ਹੋ ਰਹੀਆਂ ਕੁਝ ਪੱਕਾ ਹੋ ਰਿਹਾ ਕਿ ਨਰੇਗਾ ਵਾਲੇ ਕੰਮ ਕਰ ਸਕਦੇ ਨੇ ਕਿਵੇਂ ਨਰੇਗਾ ਵਾਲੇ ਮਿਸਤਰੀਆਂ ਨਾਲ ਕੰਮ ਕਰ ਸਕਦੇ ਨੇ ਗਲੀਆਂ ਪੱਕੀਆਂ ਹੋਣਗੀਆਂ ਹੁਣ ਜਦੋਂ ਇਹ ਲਿਖੋ ਠੇਕੇਦਾਰ ਕੰਮ ਕਰੂ ਕਿ ਤੇ ਨਰੇਗਾ ਵਾਲੇ ਕਰ ਸਕਦੇ ਨੇ ਇਹ ਸਵਾਲ ਦੋ ਦਾ ਲਿਖੋ ਬੈਜੋ ਆਂਟੀ ਬੈਜੋ ਪਤਾ ਉੱਥੇ ਦਿਹਾੜੀਆਂ ਲਵਾ ਲੈਂਦੇ ਨਰੇਗਾ ਵਾਲੇ ਦੇ ਬਾਅਦ ਚ ਪੈਸੇ ਨਹੀਂ ਪੈਂਦੇ ਹੋਰ ਕੋਈ ਸਵਾਲ ਨਹੀਂ ਕੰਮ ਨਹੀਂ ਹੋ ਰਿਹਾ ਮੈਂਬਰ ਇੱਕ ਭਾਈ 3 ਨੰਬਰ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਿਹਾ ਲਿਖੋ ਸਹੀ ਤਾਂ ਸਾਡੇ ਬਾੜ ਚ ਇਹ ਮੈਂਬਰ ਆਦਾ ਇਹਨੂੰ ਤਾਂ ਜਾਣਦੀ ਕੁਝ ਨਹੀਂ ਹੈ ਇੱਕ ਠਾਨੀ ਨਹੀਂ ਲੱਗੀ ਇਹਦੇ ਬਾੜ ਚ ਇੱਕ ਠਾਨੀ ਵੀ ਸਾਰੇ ਪਾਸੇ ਹੀ ਆ ਦੂਜਾ ਕਰ ਦਿੰਦੀ ਅੱਛਾ ਤਾਂ ਆਪਣੀ ਪੱਖ ਦੀ ਉਹਦਾ ਕਰਤੀਆਂ ਬਾਕੀ ਇਹਨਾਂ ਦਾ ਕੋਈ ਹੋਣੀ ਤੇ ਉਹ ਕਰੀ ਨਹੀਂ ਤੁਹਾਡੀ ਕਿਹੜੀ ਗਲੀ ਕਿੱਥੋਂ ਲੈ ਕੇ ਤੱਕ ਬਣੀ ਚਾਲੀ ਦੱਸੋ ਜਿਹੜੀ ਸੜਕ ਤੋਂ ਲੈ ਕੇ ਉਧਰ ਘਰ ਤੱਕ ਜਾਂਦੇ ਨੇ ਉਹ ਬੰਦ ਨਿਰਭੈ ਸਿੰਘ ਘਰ ਤੱਕ 2 ਕਿਲੋ ਦੀ ਵਾਰੀ ਇਹ ਵੀ ਲਿਖੋ ਜੀ ਸੜਕ ਤੋਂ ਲੈ ਕੇ ਖੇਤਾਂ ਦੀ ਬੜੀ ਗਲੀ ਹੈ ਨਿਰਭੈ ਸਿੰਘ ਦੇ ਗਾਹਾਂ ਵੀ ਘਰ ਹੈਗੇ ਨੇ ਆਪਣੇ ਇਹਨਾਂ ਦੇ ਛਾਂ ਗਿਆ ਦੇ ਘਰਾਂ ਤੱਕ ਲਿਖੋ ਸੋਨੇ ਇੱਕ ਉਹਦੇ ਵਾਲੀ ਆਪਣੇ ਸੜਕ ਤੋਂ ਲੈ ਕੇ ਛਾਂ ਗਿਆ ਦੇ ਘਰਾਂ ਤੱਕ ਗਲੀ ਬਣਦੀ ਇਹ ਬਣਦੀ ਹੈ ਹਾਂਜੀ ਚਿੱਟਾ ਉਹਦੇ ਉਹ ਆ ਗਈ ਗ੍ਰਾਂਟ ਆ ਗਈ ਉਹ ਚ ਮਿੱਟੀ ਵਾਲੇ ਘਰ ਵਾਲੇ ਨੂੰ ਕਹਿੰਦੇ ਨੇ ਵੀ ਤੁਸੀਂ ਪਾਓ ਉਹ ਗ੍ਰਾਂਟ ਚ ਨਹੀਂ ਆਉਂਦੀ ਉਹ ਬਾਈ ਇੱਕ ਮਿੰਟ ਖੜ ਜਾਓ ਇਹੀ ਗੱਲ ਮੈਂ ਜਵਾਬ ਦਿੰਦਾ ਜਿਹੜੀ ਮੇਰੇ ਪਿਛਲੇ ਪਾਸੇ ਗਲੀ ਹੈ ਉੱਥੇ ਪੰਚਾਇਤ ਨੇ ਕਿਉਂ ਮਿੱਟੀ ਪਾਈ ਇਹ ਵੀ ਲਿਖ ਲਓ ਜਵਾਬ ਦਿਓ ਲਿਖੋ ਕਿਉਂ ਪਾਈ ਮਿੱਟੀ ਗ੍ਰਾਂਟ ਹੀ ਆ ਗਈ ਬਾਈ ਮਿੱਟੀ ਘਰ ਕਿਉਂ ਪਾਉਣਾ ਕਿਹਨੇ ਪਾਈ ਆ ਉਹ ਮਿੱਟੀ ਉਹਨੇ ਆਪ ਪਾਈ ਜੀ ਪਾਈ ਤਾਂ ਹਰਿੰਦਰ ਦਾ ਸਵਾਲ ਕਰਦਾ ਮਿੱਟੀ ਉੱਥੇ ਪੈ ਜਾਂਦੇ ਜਿੱਥੇ ਪੰਚਾਇਤ ਫੰਡ ਹੋਵੇ। ਅੱਛਾ ਨਹੀਂ ਘਰ ਵਾਲਾ ਪਾਉਣਾ ਹਾਂ ਆਪਣੇ ਗ੍ਰਾਮ ਪੰਚਾਇਤ ਚ ਪੰਚਾਇਤ ਫੰਡ ਹੈ ਨਹੀਂ ਜ਼ਮੀਨ ਹੈ ਨਹੀਂ ਮਤਲਬ ਜਿਹੜਾ ਆਪਾਂ ਲਾ ਦੇ ਹਿਸਾਬ ਨਾਲ ਪੰਚਾਇਤ ਨੂੰ ਪਾਉਣੀ ਚਾਹੀਦੀ ਹੈ ਕਿ ਉੱਥੇ ਪੰਚਾਇਤ ਤਾਂ ਪਾ ਸਕਦੀ ਹੈ ਜੇ ਉਹਦੇ ਕੋਲੇ ਪੰਚਾਇਤ ਫੰਡ ਹੈ ਪੰਚਾਇਤੀ ਜ਼ਮੀਨ ਮੰਗਦਾ ਗ੍ਰਾਂਟ ਚੋਂ ਨਹੀਂ ਪਾ ਸਕਦੇ। ਇੱਕ ਦੂਜੇ ਦੇ ਰਿਜੈਕਸ਼ਨ ਲੈ ਜਾਂਦੇ ਨੇ ਆ ਪਿੰਡ ਦਾ ਆਲਾ ਸਾਰਾ ਸਫਾਈ ਕਰਨ ਵਾਲੀ ਇਹ ਕੋਈ ਬੰਦਾ ਨਹੀਂ ਕਰਵਾਉਂਦਾ ਨੋਟ ਕਰ ਭਾਈ ਬੜੀ ਚੀਜ਼ ਹੈ ਯਾਰ ਨੋਟ ਕਰ ਵਾਲਾ ਮੇਨ ਰਸਤਾ ਉੱਥੇ ਦੇਖ ਲਓ ਮੁਸ਼ਕ ਮਾਰਦਾ ਲੱਗ ਨਹੀਂ ਸਕਦਾ ਨੋਟ ਕਰ ਭਾਈ ਅਨੇ ਆ ਦੇਖੋ ਮੇਰੀ ਗੱਲ ਸੁਣੋ ਪੰਚਾਇਤ ਸੈਕਟਰੀ ਵੀ ਆਇਆ ਹੈ ਨਰੇਗਾ ਵਾਲਾ ਗ੍ਰਾਮ ਸੇਵਕ ਵੀ ਆਇਆ ਹੈ ਇਸੇ ਕਰਕੇ ਮੁਸ਼ਕਿਲ ਆਪਣੇ ਸੁਣਨ ਵਾਸਤੇ ਆਏ ਨੇ ਆਪਾਂ ਕੋਈ ਲੜਨ ਵਾਸਤੇ ਨਹੀਂ ਆ ਪਾਏ ਹੈਗੇ ਇੱਕ ਮਿੰਟ ਮੇਰੇ ਮਹੱਲੇ ਦੇ ਵਿੱਚ 2 ਭਾਈਚਾਰੇ ਹੋਰ ਰਹਿੰਦੇ ਨੇ ਮੁਸਲਮਾਨ ਭਾਈਚਾਰਾ ਤੇ ਈਸਾਈ ਭਾਈਚਾਰਾ ਇਹਨਾਂ ਦੇ ਹੱਕ ਇਹਨਾਂ ਦੇ ਗ੍ਰਾਂਟਾਂ ਇਹਨਾਂ ਦੇ ਕਿੱਥੇ ਜਾਂਦੇ ਨੇ ਉਹ ਸਾਰੇ ਇੱਕ ਉਹ ਸਵਾਲ ਕਰਨਾ ਵੀ ਇਹਨਾਂ ਦਾ ਹੱਕ ਇਹਨਾਂ ਨੂੰ ਦਿੱਤਾ ਜਾਵੇ ਜੋ ਗ੍ਰਾਂਟ ਆਉਂਦੀ ਆ ਇਹਨਾਂ ਦੇ ਕਵਰਾਂ ਵਾਸਤੇ ਕਦੇ ਨਹੀਂ ਲੱਗਦੀ ਦੇਖੀ ਅਸੀਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਇਹ ਵੀ ਦੇਖਿਆ ਜਾਵੇ ਕੱਲੇ ਕੱਲੇ ਜੇ ਸਵਾਲ ਆਏ ਨੇ ਕੰਮ ਆਏ ਨੇ ਇਹ ਸੈਕਟਰੀ ਸਾਹਿਬ ਬੋਲਣਗੇ ਅਤੇ ਹਾਲਾਂਕਿ ਸਰਪੰਚ ਨਹੀਂ ਆਪਣੇ ਪਿੰਡ ਹਰਪੰਸ ਕੌਰ ਜੀ ਨੇ ਉਹਨਾਂ ਦੇ ਬਿਹਾਫ ਤੇ ਆਪਾਂ ਕਹਿ ਦਈਏ ਵੀ ਸਤਿਗੁਰ ਸਿੰਘ ਪਹੁੰਚੇ ਹੋਏ ਨੇਗੇ ਤੇ ਜਦੋਂ ਸੈਕਟਰੀ ਸਾਹਿਬ ਜਵਾਬ ਦੇ ਦੇਣ ਪਹਿਲੇ ਤੁਸੀਂ ਸ਼ੁਰੂ ਕਰ ਲਓ ਸਰ ਕੀ ਕੰਮ ਹੈ ਖੜਤਾ ਹੋ ਜਾ ਯਾਰ ਬਾਅਦ ਚ ਹੋ ਜੂਗਾ ਬੈਲੈਂਸ ਵੀ ਕੁੜੀ ਬਣਾਉਣ ਸੰਬੰਧੀ ਜੀ ਇੱਕ ਮਿੰਟ ਘਰ ਬਣਾਉਣ ਸੰਬੰਧੀ ਨਹੀਂ ਕੱਲਾ ਕੱਲਾ ਸਰ ਕੱਲੇ ਕੱਲਾ ਸਵਾਲ ਸਰਪੰਚ ਸਾਹਿਬ ਤੋਂ ਵੀ ਲਓ ਸਟੈਂਡ ਤੋਂ ਡਰੇਨ ਤੱਕ ਜੀ ਬਾਲੀਵਾਲ ਦਾ ਗਰਾਊਂਡ ਸਕੂਲ ਵਾਲੀ ਗਲੀ ਗੁਰਦੁਆਰੇ ਵਾਲੀ ਗਲੀ ਅਕਬਰ ਦੇ ਘਰ ਤੋਂ ਡਿਸਪੈਂਸਰੀ ਤੱਕ ਪਿੰਡ ਦੀ ਫਿਰਨੀ ਦੇ ਇੰਟਰਲੋਕ ਪਾਉਣ ਸੰਬੰਧੀ ਸਕੂਲ ਤੋਂ ਲੈ ਕੇ ਨਾਲੀਆਂ ਮੋੜਾਂ ਤੇ ਸ਼ੀਸ਼ੇ ਸਕੂਲ ਦੀ ਬਿਲਡਿੰਗ ਬਣਾਉਣ ਸੰਬੰਧੀ ਟਾਵਰ ਵਾਲੀ ਗਲੀ ਇੰਟਰਲੋਕ ਪਾਉਣੀ ਕੱਚੇ ਮਕਾਨਾਂ ਵਾਲੇ ਪੱਕੇ ਮਕਾਨ ਬਣਾਉਣ ਸੰਬੰਧੀ 3 ਨੰਬਰ ਵਾਰਡ 'ਚ ਕੰਮ ਨਹੀਂ ਹੋਇਆ ਜਗਦੇਵ ਸਿੰਘ ਦੇ ਘਰ ਕੋਲ ਨਾਲੀਆਂ ਦਾ ਲੈਵਲ ਠੀਕ ਨਹੀਂ ਬਣਿਆ ਸਕੂਲ ਤੋਂ ਛਾਂਗਿਆਂ ਦੇ ਘਰ ਤੱਕ ਸੜਕ ਤੋਂ ਲੈ ਕੇ ਭੁੱਲਰਾਂ ਦੇ ਘਰ ਤੱਕ ਦੋਵੇਂ ਕਬਰਸਤਾਨਾਂ ਸੰਬੰਧੀ ਗ੍ਰਾਂਟ ਸੰਬੰਧੀ ਸੜਕ ਤੋਂ ਲੈ ਕੇ ਰਾਮ ਸਿੰਘ ਦੇ ਘਰ ਤੱਕ ਖੇਤਾਂ ਵਾਲੀ ਗਲੀ ਜੀ ਠੀਕ ਹੈ ਭਾਈ ਉਧਰ ਵਾਲੀ ਲਿਖ ਲਈ ਉਧਰ ਵਾਲੀ ਲਿਖੀ ਹੋਈ ਉਹ ਆ ਸੀ ਉਹ ਇਹਦੇ ਕੋਲੇ ਕਰਾਂ ਇੱਕ ਮਿੰਟ ਉਹ ਟੋਬਾ ਉਹ ਨਰੇਗਾ ਦੇ ਅੰਡਰ ਆ ਗਿਆ ਨਰੇਗਾ ਵਾਲੇ ਦੱਸੋ ਭਾਈ ਕੀ ਸਵਾਲ ਆਏ ਨੇ ਇੱਕ ਮਿੰਟ ਨਰੇਗਾ ਵਾਲੇ ਦੱਸਣਗੇ ਜਿਹੜਾ ਪਾਰਕ ਦਾ ਕੰਮ ਹੈ ਚੁੱਪ ਯਾਰ ਇੱਕ ਮਿੰਟ ਉਹ ਕਿਉਂ ਨਹੀਂ ਹੋਇਆ ਸੀ ਇਹ ਦੂਰ ਹੈਗਾ
ਉਹ ਸਵਾਲ ਉਹਦਾ ਹਾਂ ਦੇ ਲੋ ਕੋਈ। ਨੰਬਰ 2 ਬਜ਼ੁਰਗਾਂ ਨੂੰ ਨਾਂ ਲਾਉਣ ਬਾਰੇ ਕਿਹਾ ਗਿਆ ਸੀ। ਨੰਬਰ 3 ਜਿਹੜੇ ਮਜ਼ਦੂਰਾਂ ਦੀ 6-6 ਮਹੀਨੇ ਕਹਿੰਦੇ ਪੇਮੈਂਟ ਨਹੀਂ ਆ ਰਹੀ ਸਾਡੀ। ਨਰੇਗਾ ਵਾਲੇ ਗਲੀਆਂ ਵਿੱਚ ਕੰਮ ਕਰ ਸਕਦੇ ਨੇ ਕਿ ਨਹੀਂ, ਤੇ ਪਿੰਡ ਦਾ ਆਲਾ ਦੁਆਲਾ ਸਾਫ਼ ਸਫਾਈ ਦੇ ਪਿੰਡ ਦੇ ਵਿੱਚ ਸਫਾਈ। ਟੋਬੇ ਦੀ ਸਫਾਈ ਲਿਖ ਲਓ। ਟੋਪੇ ਦੀ ਪੱਕੀ ਲਿਖ ਲਈ। ਹੁਣ ਆਪਾਂ ਹੁਣ ਬੇਨਤੀ ਬਸ ਇਹ ਹੈ, ਹੁਣ ਆਪਾਂ ਬੋਲ ਪਏ, ਹੁਣ ਆਪਾਂ ਇਹਨਾਂ ਸੁਣ ਲਈ ਆਪਾਂ ਹਨਾ। ਇੱਕ ਟੋਬੇ ਦੀ ਸਫਾਈ ਵਾਸਤੇ ਹੋਰ ਲਿਖਤਾ ਨੇ, ਤੇ ਹੁਣ ਆਪਾਂ ਪਹਿਲਾਂ ਆਪਾਂ ਜਿਹੜਾ ਸਵਾਲ ਹੈ ਉਹਦੀ ਆਪਣੀ ਪਹਿਲਾ ਸਵਾਲ ਕਿਹੜਾ ਗਲੀ ਰਹਿੰਦੀ ਉਹਦੇ ਕਿਉਂ ਕਰੋ ਇੱਟ ਪਈ ਹੈਗੀ ਉਹਦੀ ਨਹੀਂ ਉਹ ਕੰਮ ਨਹੀਂ ਇਹਦਾ ਪਤਾ ਲੱਗਣਾ ਨਹੀਂ। ਬੋਲਿਆ ਹਾਲੇ ਜੰਨੇ ਨਹੀਂ ਲਾਉਡ ਹੈ ਬੋਲਦੀ ਨਹੀਂ ਨਾਲੀ ਲਿਖਤੀ ਜੀ ਆਪਣੀ ਫਿਰਨੀ ਵਾਲੀ ਲਿਖਤੀ। ਸਾਡੇ ਗਲੀ ਦੇ ਵਿੱਚ 2 ਨੰਬਰ ਉਸ ਚ ਵਾਰਡ ਚ ਲੌਕਟ ਨਹੀਂ ਪਾਈ। ਕੀ ਗੱਲ ਉੱਥੋਂ ਬਣਦੀ ਨਹੀਂ ਸੀ ਜਾਂ ਮਤਲਬ ਇਹਦਾ ਕੋਈ ਉਹ ਉੱਥੇ ਪੁਰਾਣੀ ਇੱਟੀ ਪਾਈ ਹੋਈ ਹੈ। ਉਹ ਸਟਾਰਟਿੰਗ ਜੇ ਪਾਈ ਆ 2 ਨੰਬਰ ਪਈ ਹੋਈ ਆ ਉੱਥੇ ਇੱਟ। ਉੱਥੇ ਮੈਂ ਲੜਿਆ ਵੀ ਆ, ਕੰਡਕਟਰ ਵਿਚਾਰਾ ਮਰ ਗਿਆ, ਮੈਂ ਉੱਥੇ ਉਹਦੇ ਨਾਲ ਲੜਿਆ ਵੀ ਆ। ਮੈਂ ਕਿਹਾ ਇਹ ਗਲਤ ਹੈ, ਇੱਟ ਚਕਾਈ ਆ ਉਦੋਂ, ਪਰ ਫਿਰ ਉਹ ਪੁਰਾਣੀ ਪਾ ਤਾਂ ਪੁਰਾਣੀ ਪਈ ਹੈ, ਕੁਛ 2 ਨੰਬਰ ਪਈ ਹੈ। ਲਵੇ ਨਾਲੀ ਤੋਂ ਪਾਣੀ ਬਾਹਰੇ ਪੈਂਦਾ ਸੀ ਨਾਲ, ਠੀਕ ਹੈ। ਮੈਂ ਤੁਹਾਨੂੰ ਪੁੱਛਿਆ ਵੀ ਬਾਈ ਨਾਲੀਆਂ ਵਾਸਤੇ ਪੈਸਾ ਆਇਆ, ਤੁਸੀਂ ਕਹਿੰਦੇ ਹੈ ਨਹੀਂਗਾ, ਆਪਦੇ ਕੰਨਿਓ ਕਰ ਲਓ। 5-7-5-22 ਦਾ ਐਂਟਰੀ ਹੈ ਤੁਹਾਡੇ 15 ਲੱਖ ਦੀ। ਕੀ ਗੱਲ ਸਾਡੇ ਵਾਸਤੇ ਮਤਲਬ ਨਾਲੀ ਬਣੀ ਗੱਲ ਦਾ ਸੁਣ ਲੱਗਾ ਨਹੀਂ ਸਰਪੰਚ ਗੱਲ ਸਹੀ ਹੈ। ਗੱਲ ਮੇਰੇ ਜੇ ਨਹੀਂ ਸਹੀ ਹੈ, ਜਦੋਂ ਆਪਾਂ ਆਪਣੇ ਪੈਸੇ ਪਏ ਨੇਗੇ ਇੱਕ ਆਪਾਂ ਨੂੰ ਕਿਉਂ ਕਹਿਣਾਗੇ ਵੀ ਤੂੰ ਆਪਦੇ ਪੈਸੇ ਇੱਕ 30 ਫੁੱਟ ਦੀ ਵਾਲਾ ਬੰਦੇ ਵਾਸਤੇ ਥੋੜੀ ਨਿਕਲਣਗੇ ਪੈਸੇ, ਉਹ ਤੈਨੂੰ ਵੀ ਪਤਾ ਹੈ। ਤਾਂ ਨਹੀਂ ਹੁਣ ਸਕੂਲ ਦੀ ਗਲੀ ਹੈ, ਕਿੰਨੇ ਵਾਰੀ ਆਪਣੇ ਸਰਕਾਰੀ ਸਕੂਲ ਪਿੱਛੇ ਸਵਾਲ ਆਪਾਂ ਨੇ ਕਈ ਵਾਰੀ ਡਿਗਾਤਾ ਬਈ ਕਿਹੜਾ ਸਮਾਨ ਹੁਣ ਤਾਂ ਡਿਗਾ ਦੋ ਆਪਾਂ ਸਕੂਲ ਦੀ ਗੁਰਦੁਆਰੇ ਦੇ ਯਾਰ ਹੁਣ ਬਣਾ ਲਓ। ਆ ਵੀ ਆਪਾਂ ਕਈ ਵਾਰੀ ਪਟਾ ਕੇ ਇਹ ਖੜਦਾ ਇੱਕ ਕਲੀਅਰ ਕਰ ਦਿੰਦੇ ਆ, ਜਿਹੜਾ 7 ਲੱਖ ਉਹਦੇ ਵਿੱਚ 4 ਲੱਖ ਰੁਪਏ ਦਾ ਆਪਾਂ ਨੇ ਜਿਹੜਾ ਕਲਦੀਪ ਵਾਲੇ ਵਾਰਡ 'ਚ ਕੰਮ ਕਰਿਆ। ਮੇਰੀ ਗੱਲ ਸੁਣੋ, ਬਣਾਉਂਦੇ ਵੀ ਤੇ ਉਹਨੂੰ ਸਾਨੂੰ ਟੋਟਲ 1 ਮਿੰਟ ਸਮਝ ਪਤਾ ਕੀ ਗੱਲ ਹੈ। ਦੇਖੋ ਤੁਸੀਂ ਇਹਨੂੰ ਸ਼ਾਰਟ 'ਚ ਨਾ ਨਮੇੜੋ, ਟਾਈਮ ਲੱਗੂਗਾ। ਟੋਟਲ ਕਿੰਨਾ ਆਇਆ ਉਹ ਸਾਰੇ ਬਿੱਲ ਟੋਟਲ 19 ਤੋਂ ਲੈ ਕੇ ਹੁਣ ਤੱਕ 19 ਤੋਂ ਲੈ ਕੇ 50% 10 ਦਿਨ ਤੱਕ ਬਣਨ ਲੱਗ ਜੂ ਪੂਰੀ ਮੰਡੀ। ਉਹ ਪੂਰੀ ਮੰਡੀ ਬਣਨ ਲਾ ਸਕਦੇ ਹਾਂ। ਮਾੜੀ ਗੱਲ ਹੋਈ ਭਾਈ, ਬਾੜਿਆ ਪ੍ਰਧਾਨ ਜੀ ਨੂੰ ਪੁੱਛ ਲੈ ਗੱਡੀ ਦਰਬਾਰ ਦਿਖਾਈ ਉਹਦਾ ਮਾੜੀ ਗੱਲ ਜਿਹੜਾ ਬੰਦਾ ਕਰਦਾ ਮਾੜੀ ਗੱਲ। ਅੱਬਲ ਇੱਟ 200 ਲਾਈ ਹੋਈ ਆ ਪੰਚਾਇਤ ਨੇ, ਉਹ ਵੀ ਦਿੱਤੀ ਆ ਵੀ ਇਹਦੀ ਕੀ ਅੱਬਲ ਇੱਟ ਲੱਗੀ ਹੋਈ ਆ ਤਰਲੋਚਨ ਸਿੰਘ ਦੀ, ਇਹਦੀ ਪਰਸਨਲ ਇੱਟ। ਜਿਵੇਂ ਤੁਹਾਡਾ 15000 ਚੱਲਿਆ ਹੋਇਆ, ਇਹਦੀ ਵੀ 2000 ਚੱਲੀ ਹੋਈ। ਦਿੱਤੇ ਸਾਨੂੰ ਮੁੜ ਕੇ ਮੰਗਾਈ ਆ, ਚੱਕ ਕੇ ਮਹਿੰਗੀ ਆ। ਤੇ ਚੱਕ ਕੇ ਕਹਿੰਦਾ ਮੁੰਡੇ ਮੁੱਕੂਗਾ ਜਿਹੜਾ ਪੁੱਛ ਲਓ, ਪੁੱਛੋ ਮੰਗਾਈ ਆ ਕਿ ਨਹੀਂ। ਨਹੀਂ ਕਿਵੇਂ ਕੀ ਚੱਕਰ ਦੀ ਹਾਂ ਇੱਕ ਲਾਈ ਦੀ ਭਾਈ ਹਾਂ ਬੋਲਦਾ ਕਰੋ ਬਣਾਇਆ। ਅੱਛਾ ਅਗਲਾ ਬੱਲੀ ਨੂੰ ਬੁਲਾਓ ਉੱਥੇ ਆਪਣੇ ਬੱਲੀ ਨੂੰ ਪਤਾ ਹੋਣਾ ਹੋਊਗੀ ਘਰੋਂ ਆ ਮੈਂ ਸਾਰੇ ਖੇਤੇ ਮੱਥੇ ਪਹਿਲੇ ਮੈਂ ਮੰਨ ਕੇ ਫੜਾ ਯਾਰ 2015 ਨਾ ਹੱਕ ਬਣਦਾ ਮਰਵਾਉਣਾ ਚੱਕ ਕੇ ਉਹਨਾਂ ਨੇ ਉਹਦੇ ਬਾਕੀ ਜਿੱਦਾਂ ਲਿਓ ਪੰਚਾਇਤੀ ਕਿਉਂ ਚੱਕੀ ਤੁਹਾਨੂੰ ਦੱਸ ਦੇ ਹਾਂ ਕਾਦੀ ਵਾਸਤੇ ਰੱਖੀ ਅਸੀਂ ਦੱਸਦੇ ਉਹ ਕਹਿੰਦੇ ਨੇ ਜਿਆਦਾ ਠੇਕੇਦਾਰ ਆਊਗਾ ਜੀ, ਸਾਡੇ ਨਾਲ ਗੱਲ ਹੋ ਗਈ ਤੇ ਉਹਦੀ ਮੁੰਡੇ ਦੀ, ਉਹ ਬਾਹਰ ਚਲਾਉਣੀ ਉਹਨੇ ਮਾਰਚ ਮੇਰੀ 12 ਚੀਟਾਂ ਕਿਤੇ ਹੈ ਜੀ। ਇੱਕ ਮਿੰਟ, ਜਿਹੜਾ 14ਵਾਂ ਵਿੱਤ ਕਮਿਸ਼ਨ ਹੈਗਾ ਉਹ ਚੌਥੇ ਮਹੀਨੇ 23 ਤਰੀਕ ਤੱਕ 1,20,000 ਰੁਪਏ ਦਾ ਇੰਟਰਸਟ ਬਣਿਆ ਹੋਇਆ। ਬਾਕੀ ਜਿਹੜਾ ਉਹਦੇ ਚ ਆਪਣਾ ਪਿਆ ਹੈਗਾ ਜੀ ਕੁਛ ਨਾ 16-17 ਲੱਖ ਰੁਪਏ ਜਿਹੜਾ ਪਿਆ ਹੈਗਾ ਉਹਦਾ ਲੱਗ ਬਣੂਗਾ ਜਿਹੜਾ ਗੱਲ ਕਰਦਾ ਮੇਰੇ ਬਾਅਦ ਚੀਟਾਂ ਮੈਂ ਆਪ ਲਾਈਆਂ ਨੇ, ਉਹ ਵੀ ਆ ਕੇ ਪੰਚਾਇਤ ਨੇ ਨਹੀਂ ਲਾਈਆਂ। ਆਪਣਾ ਸੈਕਟਰ ਦਾ ਇੰਟਰਸਟ ਹੁੰਦਾ ਹੈ ਜੋ ਆਪਾਂ ਅੱਗੇ ਬੰਦੇ ਲਾ ਸਕਦੇ ਹਾਂ। ਇੰਟਰਸਟ ਹੁੰਦਾ ਜਿਹੜਾ ਜਿਹੜਾ ਇੰਟਰਸਟ ਹੁੰਦਾ ਹੈ ਆਪਾਂ ਆਪਣੇ ਮਰਜ਼ੀ ਲਾ ਸਕਦੇ ਹਾਂ। ਉਸੇ ਕੰਮ 'ਚ ਲੱਗੂ ਬਾਗਾ ਜੁਦਾ ਹੀ ਲੱਗਿਆ 2000 ਹੀ ਕਰਾਂਗਾ ਆਪਣੇ ਦੁੱਖ ਨੂੰ ਹਰੇ ਪਿੰਡ ਦਾ। ਜਦੋਂ ਮੈਂ ਆਪਦਾ ਦੁੱਖ ਵਿਭਾਗ ਦੀ ਢਾਪ ਲਾਉਂ, ਮੈਂ ਆਪਦਾ ਬਾਹਰ ਢਾਪ ਲਾਈਆ। ਆ ਮੁੰਡੇ ਨੇ ਰੌਲਾ ਪਾਇਆ, ਉਹਦੀ ਤੜਕੇ ਜਾ ਕੇ ਘਰੇ ਚੱਲੀ ਉਹਨਾਂ ਨੇ 2000 ਇੱਟ ਦੀ ਉਹ ਗਾਇਬ ਕਰਕੇ ਅੰਦਰ ਬਾਗਲ ਦੀ ਚਿੰਟੀ ਪੰਚਾਇਤ ਦੀ 2000 ਰੁਪਈਆ ਦੱਸੋ ਕੋਈ ਜਿੰਨੀ ਵੀ ਸਹੀ 1200 ਇੱਟ ਦੀ। ਉਹ ਕਹਿੰਦਾ ਵੀ ਮੇਰੇ ਲਈ ਟਾਈਮ ਲੱਗੇਗਾ, ਉਹਦੇ ਲਈ ਅੰਦਰ ਤਾਂ ਟਾਈਮ ਦਾ ਮਿਲ ਗਿਆ, ਬਾਹਰੋਂ ਜਾ ਕੇ ਅੰਦਰ ਧਰਨ ਦਾ ਟਾਈਮ ਤਾਂ ਮਿਲ ਗਿਆ, ਲਾਉਣ ਦਾ ਟਾਈਮ ਨਹੀਂ ਮਿਲਿਆ। ਆ ਬੈਠੇ ਨੇ ਬੱਲੀ ਉਹਨਾਂ ਨੂੰ ਪੁੱਛ ਲਿਓ, ਅਸੀਂ ਕਈ ਵਾਰੀ ਕਹਿੰਦਾ ਵੀ ਨਰੇਗਾ ਵਾਲੇ ਲਾ ਕੇ ਨਾਲ ਯਾਰ ਉੱਥੋਂ ਪੱਟ ਕੇ ਲਵਾ ਦੇ। ਮਿਸਤਰੀ ਕਹਿੰਦਾ ਵੀ ਜਿੱਦੇ ਮੈਂ ਆਇਆ ਵੀ ਕੰਮ ਕਰਨ ਇਕੱਠਾ ਮੈਂ ਲਾ ਦੂੰਗਾ। ਉਹ ਬਾਹਰ ਚ ਲਾਉਣ ਦਾ ਤਾਂ ਕਿਸੇ ਦਾ ਅਧਿਕਾਰ ਹੀ ਨਹੀਂ। ਬਾਹਰ ਚ ਅਸੀਂ ਤਾਂ ਲਾਈ ਹੈਗੀ ਆ ਬੈਠਾ ਮੁੰਡਾ ਸਾਰੇ ਬਾਹਰ ਕਿਵੇਂ ਪੱਕੇ ਮਾਰ ਕੇ ਵਿਰਸੇ ਕਰਕੇ ਜੋ ਅਸੀਂ ਪੱਟਦਾ ਨੇ 2000 ਇੱਟ ਬਾਹਰ ਤੇ ਬਾਹਰ ਸਾਰੇ ਨੇ ਲਾਈ ਆ ਸਾਡੇ ਦਿਖਾ ਇੱਕ ਚ ਲੱਗੀ ਹੋਈ ਬਾਹਰ ਚ ਇਹਨਾਂ ਦਾ ਪਾਣੀ ਦਾ ਗਲੀਆਂ ਦਾ ਪੱਕੇ ਨਹੀਂ ਹੋਈਆਂ ਜੀ ਬਾਹਰ
ਜਿਹੜੀ ਹੁਣ 12 ਚੱਕ ਲੱਗੀ ਉਹਦੇ ਕੋਲ ਹੁੰਦਾ ਨਹੀਂ ਮਿੰਟ ਦੀ ਆਉਂਦੀ ਨਹੀਂ ਉਹਦੀ ਮਿੰਟ ਦੀ ਆਉਂਦੀ ਨਹੀਂ ਮਿੰਟੀ ਹੋ ਗਈ ਪਰ ਉਹ ਸਾਈਡ ਤੁਸੀਂ ਕਿਹੜੀ ਮਿੰਟੀ ਹੁੰਦੀ ਜੀ ਕਿਸੇ ਨੇ ਵੀ ਕਰਦੀ ਉਹਦਾ ਕੀ ਮਤਲਬ ਮਿੰਟੀ ਕਰਨ ਦਾ ਯਾਰ ਬਾਹਰ ਵਾਲੀ ਕਿਵੇਂ ਮਿੰਟੀ ਹੋ ਜੂਗੀ ਗੱਲੀ ਭੋਰੀ ਬੈਠੇ ਨੇ ਪੁੱਛੋ ਇਹਨਾਂ ਨੇ ਕਿਸੇ ਨੇ ਕਿਹਾ ਨਹੀਂ ਬੇਨਤੀ ਕੀਤੀ ਗਈ ਸੀ ਕਿ ਸਾਰਾ ਰਿਕਾਰਡ ਤੁਸੀਂ ਨੇ ਆਪਾਂ ਉੱਥੇ ਇਕੱਠੇ ਹੋਏ ਸੀ ਨਾ ਸਾਰਾ ਰਿਕਾਰਡ ਲੈ ਕੇ ਆਉਣਾ ਹੈ ਕਿਹਾ ਸੀ ਨਾ ਤੁਹਾਨੂੰ ਕੱਲ ਵੀ ਵੀਡੀਓ ਸਾਹਿਬ ਨੇ ਅਸੀਂ ਉੱਥੇ ਗਿਆ ਸੀ ਮੈਂ ਤੁਹਾਨੂੰ ਫੋਨ ਕਰਿਆ ਸੀਗਾ ਵੀ ਭਾਈ ਸੈਕਟਰੀ ਸਾਹਿਬ ਟਾਈਮ ਤੇ ਪਹੁੰਚ ਕੇ ਤਾਂ ਇੱਕ ਤੁਹਾਨੂੰ ਕਿਹਾ ਸੀ ਸਾਰਾ ਰਿਕਾਰਡ ਹੈਗਾ ਉਹ ਲੈ ਕੇ ਪਹੁੰਚੋ ਦੇਖੋ ਤੁਸੀਂ ਕੈਸ਼ ਬੁੱਕ ਨਹੀਂ ਲੈ ਕੇ ਆਏ ਹੈਗੇ ਇਹ ਤੁਸੀਂ ਗਲਤੀ ਮੰਨਦੇ ਹੋ ਕਿ ਨਹੀਂ ਮੰਨਦੇ ਆਪਦੀ ਗੱਲ ਤਾਂ ਇਹ ਠੀਕ ਹੈ ਫਿਰ ਜੇ ਕੈਸ਼ ਬੁੱਕ ਹੀ ਨਹੀਂ ਲੈ ਗਏ ਲੈ ਭਾਈ ਕਿਉਂ ਇੱਥੇ ਕੋਈ ਹੋਰ ਕੋਈ ਰਿਕਾਰਡ ਇੱਕ ਮਿੰਟ ਇੱਕ ਦੱਸੋ ਪੰਚਾਇਤ ਦੇ ਟੋਟਲ ਰਜਿਸਟਰ ਕਿੰਨੇ ਹੁੰਦੇ ਨੇ ਮੇਨ ਤਾਂ ਇੱਕ ਤਾਂ ਸਟਾਕ ਹੁੰਦਾ ਜੀ ਹਾਂਜੀ ਇੱਕ ਕੈਸ਼ ਬੁੱਕ ਹੁੰਦੀ ਹੈ ਇੱਕ ਕਾਰਵਾਈ ਹੁੰਦੀ ਹੈ ਮੇਨ ਤਾਂ ਮੈਂ ਤੈਨੂੰ ਉਹ ਟੋਟਲ ਉਦਾਂ ਹੁੰਦੇ ਕਿੰਨੇ ਟੋਟਲ ਉਹ ਤਾਂ 28 ਹੁੰਦੇ ਨੇ ਜੀ ਉਹ 28 ਰਜਿਸਟਰ ਹੁੰਦੇ ਨੇ ਪੰਚਾਇਤ ਦੇ ਇੱਕ ਮੰਨ ਲਓ ਪਿਛਲੀ ਪੰਚਾਇਤ ਹੈ ਜਿਹੜੀ ਉਹਨਾਂ ਨੇ ਰਜਿਸਟਰ ਨੇ ਜਿਹੜੇ ਅਗਲੀ ਪੰਚਾਇਤ ਯੂਜ਼ ਕਰ ਸਕਦੀ ਹੈ ਹਾਂਜੀ ਹਨਾ ਕੋਈ ਇਹ ਤਾਂ ਨਹੀਂ ਉਹਨੂੰ ਨਵੇਂ ਰਜਿਸਟਰ ਵਾਲੇ ਪੈਂਦੇ ਨੇ ਦੂਜੀ ਗੱਲ ਕੀ ਨਵਾਂ ਸੈਕਟਰੀ ਆਉਂਦਾ ਹੈ ਕਿ ਉਹਦਾ ਨਵਾਂ ਰਜਿਸਟਰ ਲਾ ਸਕਦਾ ਹੈ ਉਸੇ ਰਜਿਸਟਰ ਕੰਮ ਕਰੂਗਾ ਜੀ ਉਹ ਵੀ ਨਹੀਂ ਜੀ ਹਨਾ ਜੀ ਉਸੇ ਦੀ ਕੰਮ ਕਰੂਗਾ ਸੋ ਇੱਕ ਬੇਨਤੀ ਇਹ ਕਰਦਾ ਆਪਣਾ ਪੁਰਾਣਾ ਰਜਿਸਟਰ ਹੈ ਉਹਦੇ ਤੇ ਸਾਨੂੰ ਦਿਖਾ ਸਕਦੇ ਹੋ ਉਹਦੇ ਕੀ ਕੀ ਕਾਰਵਾਈ ਸਟਾਰਟਿੰਗ ਤੋਂ ਸੀਗਾ ਸਟਾਰਟਿੰਗ ਤੋਂ ਤੁਹਾਨੂੰ ਕੈਸ਼ ਬੁੱਕ ਮੰਗਾਉਣਾ ਵਾ ਹਾਂਜੀ ਉਹਦੀ ਸਾਰਾ ਨਹੀਂ ਉਹ ਤਾਂ ਨਹੀਂ ਆਪਣੇ ਮਤੇ ਵਾਲੇ ਰਜਿਸਟਰ ਗੱਲ ਕਰਦਾ ਪੁਰਾਣੀ ਕਾਰਵਾਈ ਨਹੀਂ ਹੈਗੀ ਜੀ ਉਹ ਕਿੱਥੇ ਹੈ ਜੀ ਸਰਪੰਚ ਸਾਹਿਬ ਦੱਸੋ ਸਰ ਕਿੱਥੇ ਹੈ ਜੀ ਉਹ ਉਹਦਾ ਅਸੀਂ ਕਰਾਇਆ ਸੀ 7 ਲੱਖ ਦਾ ਕੰਮ ਸਰਕਾਰ ਤਾਂ ਸਾਰਾ ਪਿਆ ਉਹਦਾ ਜਿਹੜੀ ਉਹ ਸੈਕਟਰੀ ਦੇ ਨਰਿੰਜਨ ਸਿੰਘ ਲੱਗਿਆ ਹੋਇਆ ਉਹ ਤੋਂ ਪਤਾ ਨਹੀਂ ਕਿੱਥੇ ਮਤਲਬ ਦਫ਼ਤਰ 'ਚ ਗੁੰਮ ਹੋ ਗਈ ਵੀ ਜਾਂ ਰਿਕਾਰਡ ਉਹਨਾਂ ਨੇ ਜਦ ਨਵੇਂ ਸਾਲ ਦਾ ਉਹ ਕਰਿਆ ਇਹ ਮਾਮੂਲੀ ਚੀਜ਼ ਹੈ ਗੱਲ ਸੁਣ ਲਵੇ ਬਣ ਕੇ ਯਾਰ ਉਹ 7 ਲੱਖ ਦੀ ਕੰਮ ਹੋਇਆ ਸੀ ਰਿਕਾਰਡ ਆਪਣੇ ਕੋਲ ਪਿਆ ਸਾਰਾ ਜੈਨ ਹੈਗਾ ਨੈਟ ਤੇ ਚੜਿਆ ਸਾਰਾ ਉਹ ਮਤਲਬ ਜਦ ਅਸੀਂ ਕਿਹਾ ਉਹਨੂੰ ਵੀ ਸਾਨੂੰ ਚਾਹੀਦੀ ਹੈ ਇਹਨਾਂ ਕੋਲ ਹੀ ਹੁੰਦੀ ਹੈ ਨਾ ਕਾਰਵਾਈ ਜਦੋਂ ਮੈਂ ਕਿਹਾ ਉਹ ਕਹਿੰਦਾ ਵੀ ਮੈਥੋਂ ਤਾਂ ਗੁੰਮ ਹੋ ਗਈ ਮੈਂ ਲਾ ਦਾਂਗਾ ਠੀਕ ਹੈ ਰਿਕਾਰਡ ਕਹਿੰਦਾ ਮੇਰੇ ਕੋਲ ਸਾਰਾ ਪਿਆ ਮਤਲਬ ਦੂਜੀ ਗੱਲ ਆ ਗਈ ਹੁਣ ਤੁਸੀਂ ਨੇ ਉਹ ਰਜਿਸਟਰ ਗੁੰਮ ਹੋਏ ਦੀ ਕੋਈ ਐਫ ਆਈ ਆਰ ਲਿਖਾਈ ਹੈ ਹਾਂ ਥਾਣੇ 'ਚ ਭਾਈ ਇਹ ਮੈਂ ਨਾ ਇੱਕ ਬੰਦਾ ਬੋਲੋ ਕੱਲਾ ਬੰਦਾ ਬੋਲੀ ਚਲੋ ਜਿਹੜਾ ਇਹਦਾ ਰੌਲਾ ਪੈ ਰਿਹਾ ਵੀ ਆਪਣੀ ਉਹ ਬਿਜਲੀ ਤੇ ਅਸੀਂ ਇੰਨੀਆਂ ਦਿਹਾੜੀਆਂ ਲਾਈਆਂ ਵੀ ਸਾਡਾ ਪੈਸਾ ਮਿਲ ਨਹੀਂ ਰਿਹਾ ਕੀ ਉਹ ਪੈਸਾ ਨਰੇਗਾ ਚੋਂ ਪਊ ਜਾਂ ਤੁਹਾਡੇ ਵਾਲੇ ਫੰਡ ਚੋਂ ਪਊਗਾ ਅਸੀਂ ਉਹ ਵੀ ਤੁਹਾਨੂੰ ਚਾਨਣ ਕਰ ਦਿੰਦੇ ਸੀ ਹਾਂ ਉਹਨਾਂ ਨੂੰ ਕਹਿ ਅਸੀਂ ਕਰ ਦਿੰਦੇ ਚਾਨਣ ਉਦੋਂ ਲੱਗਿਆ ਸੀ ਚੋਣ ਜਾਬ ਮਾਸਟਰ ਕੋਲ ਨਿਕਲਦਾ ਨਹੀਂ ਸੀ ਗੱਲ ਸੁਣਨ ਵਾਲੀ ਅਸੀਂ ਘਰ ਵਾਲਿਆਂ ਨੂੰ ਕਹਿੰਦਾ ਸੀ ਵੀ ਇਹੀ ਪੱਟ ਦੋ ਪੱਟਣ ਵੀ ਲੱਗ ਗਏ ਤੇ ਠੀਕ ਆ ਪੱਟਣ ਲੱਗ ਗਏ ਤੇ ਉੱਥੇ ਇਹਨਾਂ ਨੇ ਕੁਲਦੀਪ ਹੋਰੀ ਕਹਿੰਦੇ ਵੀ ਇਹਨਾਂ ਤੋਂ ਆਪਾਂ ਨਰੇਗਾ ਤੋਂ ਮਹਾ ਭਾਈ ਮਾਸਟਰ ਰੋਡ ਨਹੀਂ ਨਿਕਲਦਾ ਹੈਗਾ ਕਹਿੰਦਾ ਇਹਨਾਂ ਤੋਂ ਪਟਾ ਦਿੰਦੇ ਆਪਾਂ ਮਹਾ ਜਦ ਘਰ ਵਾਲੇ ਪੱਟਣ ਲੱਗ ਰਹੇ ਨੇ ਚੱਲ ਲਾ ਲਈ ਉਹ ਮਾਸਟਰ ਰੋਡ ਨਿਕਲਿਆ ਨਹੀਂ ਸੀ ਚੱਲ ਅਸੀਂ ਕਿਹਾ ਵੀ ਐਸਟੀਮੇਟ ਕਰ ਦਾਂਗੇ ਆਪਾਂ ਪਾ ਦਾਂਗੇ ਦਿਹਾੜੀ ਕਹਿ ਕੇ ਸੈਕਟਰੀ ਨੂੰ ਉਸ ਚੱਲ ਥੋੜੇ ਬਹੁਤੇ ਲੱਗ ਦੇ ਦਾਂਗੇ ਇਹਨਾਂ ਨੇ ਜਾ ਕੇ ਚਲੋ ਸਾਡੇ ਤੇ ਏਸੀ ਇਹ ਮਾਰੀ ਕਹਿੰਦੇ ਹਾਂ ਕਿੱਥੋਂ ਕਿੰਨਾ ਪੈਸਾ ਆਇਆ ਮੇਰੀ ਗੱਲ ਆਇਆ ਕਿੰਨਾ ਲੱਗਾ ਇਹਨਾਂ ਨੇ ਕਦੋਂ ਹਿਸਾਬ ਫੜਿਆ ਇਹਨਾਂ ਨੂੰ ਕੋਈ ਪੈਸਾ ਕਿੰਨੇ ਦੇ ਕੇ ਗਿਆ ਮਾਈਨਸ ਜਾਂ ਪਲੱਸ ਚ ਤੁਹਾਡੇ ਕੋਲ ਟੋਟਲ ਕਿੰਨਾ ਪੈਸਾ ਆਇਆ ਕਿੰਨਾ ਲੱਗਿਆ ਕਿਹੜੇ ਵਾਰਡ ਚ ਕਿੰਨਾ ਲਾਇਆ ਤੁਸੀਂ ਪਿਛਲੀ ਇਹਦਾ ਇੱਕ ਮਿੰਟ ਦੀ ਗੱਲ ਸੁਣਿਓ ਆਹ ਸਾਈਨ ਕਿਹਦੇ ਨੇ ਆਹ ਸਾਈਨ ਕਿਹਦੇ ਨੇ ਆਹ ਸਾਈਨ ਕਿਹਦੇ ਨੇ ਤਾਂ ਹੁਣ ਤੇਰੀ ਨੇ ਸੈਨ ਮੈਂ ਕਰੇ ਹੁਣ ਨਾ ਨਾ ਜੀ ਇਹਦੇ ਨਹੀਂ ਹੈਗੇ ਗੱਲ ਸੀ ਨਹੀਂ ਸੁਣਾਏ ਭਾਈ ਸਾਹਿਬ ਇੱਕ ਮਿੰਟ ਇਹ ਪੰਜਾਬੀ ਚ ਸਾਈਨ ਨੇ ਕਿਹੜੇ ਨਾ ਮੇਰੀ ਲਿਖਾਈ ਰਲੇ ਮੈਂ ਕਰਦਾ ਅੰਗਰੇਜ਼ੀ ਚ ਸਾਈਨ ਆ ਸ਼ੁਰੂ ਤੋਂ ਹੋਏ ਨੇ ਪਹਿਲੇ ਦਿਨ ਤੋਂ ਕਰ ਵੀ ਕਰ ਇਹਦੇ ਲੈਬ ਆ ਦੇਖੋ ਨਹੀਂ ਯਾਰ ਇਹਨੇ ਮੈਂ ਕਰਦਾ ਇਹ ਆ ਦੇਖੋ ਆ ਮੇਰੇ ਸਾਈਨ ਨੇ ਠੀਕ ਹੈ ਇੰਗਲਿਸ਼ ਦੇ ਆ ਮੇਰੇ ਸਾਈਨ ਨੇ ਇੰਗਲਿਸ਼ ਚ ਆ ਮੇਰੇ ਸਾਈਨ ਨੇ ਇੰਗਲਿਸ਼ ਚ ਆ ਮੇਰੇ ਸਾਈਨ ਨੇ ਇੰਗਲਿਸ਼ ਚ ਹੁਣ ਮੇਰੇ ਮੀਟਿੰਗ ਦੇ ਛਿੱਤਰ ਪੈਂਦੇ ਨੇ ਯੂਜੀ ਅੱਜ ਤੱਕ ਇੱਕ ਨਹੀਂ ਗਿਆ ਹਾਂ ਦੇਖੋ ਯੂਜੀ ਤੇ ਪਤਾ ਕੀ ਹੁੰਦਾ ਤੁਹਾਡੀ ਬੇਟਾ ਵੀ ਜਿਹੜਾ ਕੰਮ ਹੋਇਆ ਹੈ ਕਿ ਉਹ ਸਹੀ ਹੋਇਆ ਹੈ ਉਹਦਾ ਇੱਕ ਸਰਟੀਫਿਕੇਟ ਮਿਲਦਾ ਹੁੰਦਾ ਹੈ ਪੰਚਾਇਤ ਤੋਂ ਸਰਟੀਫਿਕੇਟ ਜਮ੍ਹਾਂ ਕਰਾਉਂਦੀ ਬੀਡੀਪੀਓ ਦੇ ਕੋਲੇ ਤੇ ਉਸ ਤੋਂ ਬਾਅਦ ਫਿਰ ਅਗਲੀ ਗ੍ਰਾਂਟ ਜਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਅਗਲੇ ਬਿੱਲ ਵਿੱਚ ਪਾਸ ਹੁੰਦੇ ਨੇ ਸੋ ਆਪਣੀ ਪੰਚਾਇਤ ਨੇ ਕਹਿ ਰਹੇ ਨੇ ਵੀ ਇਹ ਯੂਜੀ ਸੀ ਜਮ੍ਹਾਂ ਨਹੀਂ ਹੋਏ ਇਹਦੇ ਕਰਕੇ ਕੁਲਦੀਪ ਦੇ ਬਿੱਲ ਨੇ ਪਾਸ ਜਵਾਬ ਮਿਲੇ ਇਹਨੂੰ ਨਹੀਂ ਇੱਕ ਮਿੰਟ ਸਾਹਮਣੇ ਸਵਾਲ ਇੱਕ ਤਾਂ ਖਾਨ ਸਾਹਿਬ ਆਪਣਾ ਇਹ ਦੱਸਣਗੇ ਵੀ ਆਪਣੇ ਪਿੰਡ ਦਾ ਆਪਣਾ ਕੀ ਨਾਮ ਪਾਰਕ ਪਾਸ ਹੋਇਆ ਹੋਏਗਾ ਨਹੀਂ ਹੋਇਆ ਸੀ ਪਹਿਲਾਂ ਹੋਇਆ ਸੀ ਜੋ ਕਾਹਤੋਂ ਨਹੀਂ ਬਣਿਆ ਕਾਰਨ ਦੱਸੋ ਉਹਦੇ ਵਿੱਚ ਸਾਫ਼ ਸਫਾਈ ਦਾ ਕੰਮ ਸੀ ਉਹ ਹੋ ਗਿਆ ਸੀ ਉਸ ਟਾਈਮ ਦੇ ਵਿੱਚ ਜਿਹੜਾ ਮਟੀਰੀਅਲ ਦਾ ਕੰਮ ਸੀਗਾ ਉਹ ਪੰਚਾਇਤ ਵੱਲੋਂ ਮਟੀਰੀਅਲ ਚੱਕਿਆ ਨਹੀਂ ਗਿਆ ਸੀਗਾ ਮਤਲਬ ਇਸ ਕਰਕੇ ਉਹ ਕੰਮ ਉੱਥੇ ਰੁਕ ਗਿਆ ਆਪਣੀ ਇਹ ਪੰਚਾਇਤ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ
ਨਹੀਂ ਦੋ ਥਾਂ ਜਗ੍ਹਾ ਸੀ ਤੁਹਾਨੂੰ ਨਾ ਉਹ ਦੂਸਰਾ ਪਾਰਕ ਪਾਸ ਨਹੀਂ ਹੋਇਆ ਸੀਗਾ। ਜਿਹੜਾ ਤੁਸੀਂ ਇਹ ਪਾਰਕ ਕਹਿੰਦੇ ਕਿਹੜੇ ਪਾਰਕ ਦੀ ਗੱਲ ਕਰਦੇ ਹੋ? ਇਹ ਨਵਾਂ ਬਣਨਾ ਸੀ ਜੀ। ਇੱਕ ਨਵਾਂ ਬਣਨਾ ਸੀਗਾ, ਉਹ ਨਰੇਗਾ ਭਵਨ ਬਣਾ ਦਿਓ, ਨਰੇਗਾ ਭਵਨ ਜਿਹੜਾ ਸਾਫ਼ ਸਫਾਈ ਹੋਈ ਆ ਇੱਕ ਦੂਜੇ ਨੰਬਰ ਤੇ ਬਜ਼ੁਰਗਾਂ ਕਿਹੜੇ ਦੀ ਹੋਈ ਬਜ਼ੁਰਗਾਂ ਨੂੰ ਨਾ ਲਾਉਣ ਬਾਰੇ ਆਪਣੇ ਪਿੰਡ ਦੇ ਵਿੱਚ ਜ਼ਿਆਦਾ ਕੰਮ ਜੀ ਉਧਰ ਡਿਪਾਰਟਮੈਂਟ ਦਾ ਚੱਲਦਾ, ਜਿਵੇਂ ਕਿ ਰੇਲਵੇ ਦਾ ਪਹਿਲਾਂ 7.5 ਲੱਖ ਦਾ ਸਾਲ ਦਾ ਕੰਮ ਆਇਆ ਸੀ, ਹੁਣ 2.5 ਲੱਖ ਰੁਪਇਆ। ਉਹਨਾਂ ਨੇ ਜ਼ਿਆਦਾਤਰ ਬੰਦਿਆਂ ਨੂੰ ਜੀ ਜੰਗ ਨੂੰ ਰੱਖਣਾ, ਕਿਉਂਕਿ ਉੱਥੇ ਜੀ ਹਾਦਸਾ ਹੋਣ ਦਾ ਕੋਈ ਫਿਸਲਣ ਦਾ ਪਟੜੀ ਤੋਂ ਜਾਂ ਕੋਈ ਟ੍ਰੇਨ ਦੇ ਵਿੱਚ ਬੱਟਿਆਂ ਤੋਂ ਫਿਸਲਣ ਦਾ, ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜ਼ਿਆਦਾ ਅਸੀਂ ਜੰਗ ਬੰਦਿਆਂ ਨੂੰ ਹੀ ਰੱਖਾਂਗੇ। 20 ਤੋਂ 35 ਬੰਦੇ ਉਹ ਜ਼ਿਆਦਾ ਉਹੀ ਲਾਉਂਦੇ ਪਰ ਰੇਲਵੇ 'ਚ। ਪਰ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈਗੀ, ਆਪਾਂ 18 ਸਾਲ ਤੋਂ ਉੱਪਰ ਉਮਰ ਤੋਂ ਲੈ ਕੇ ਚਾਹੇ 80 ਸਾਲ ਦਾ ਮਤਲਬ ਬਜ਼ੁਰਗ ਆ ਜੇ, ਕੋਈ ਮਤਲਬ ਉਹ ਨਹੀਂ ਹੈਗਾ ਇਹਦੇ 'ਚ, ਆਪਾਂ ਲਾ ਸਕਦੇ ਹਾਂ ਕੰਮ ਤੇ ਬਾਕੀ ਜਿਹੜੇ ਮਜ਼ਦੂਰੀ ਵਾਲੇ ਨੇਗੇ ਉਹਦੇ ਵਿੱਚ ਪੇਮੈਂਟ ਆਨਲਾਈਨ ਹੈ ਜੀ, ਆਪਣੀ ਲੇਟ ਹੁੰਦੀ ਰਹਿੰਦੀ ਹੈਗੀ। ਜ਼ਰੂਰੀ ਨਹੀਂ ਹੈਗਾ ਆਪਣੀ 2 ਮਹੀਨਿਆਂ 'ਚ ਆਉਣੀ ਆ, 3 ਮਹੀਨਿਆਂ 'ਚ ਆਉਣੀ ਆ, 15 ਦਿਨਾਂ ਬਾਅਦ ਵੀ ਆ ਜਾਂਦੀ ਹੈ ਕਈ ਵਾਰ, ਪਰ ਇਹ ਆਨਲਾਈਨ ਹੈਗੀ ਪੇਮੈਂਟ। ਤੇ ਇੱਕ ਇਹਦੇ ਵਿੱਚ ਆਪਣਾ ਪਿੰਡ ਦਾ ਆਲਾ ਦੁਆਲਾ ਸਾਫ਼ ਸਫਾਈ ਦਾ ਕੰਮ, ਇਹ ਪਿੰਡ ਦੇ ਆਲੇ ਦੁਆਲੇ ਸਾਫ਼ ਸਫਾਈ ਦਾ ਕੰਮ ਜੀ ਮਤਾ ਸਪੈਸ਼ਲ ਪੈਂਦਾ ਨਹੀਂ ਹੈਗਾ ਪਿੰਡ ਦਾ ਜੀ ਸਾਫ਼ ਸਫਾਈ ਦਾ, ਪਰ ਆਪਾਂ ਨੇ ਇੱਕ ਆਪਣਾ ਕੰਮ ਹਰ ਸਾਲ ਇੱਕ ਵਾਰੀ ਹੁੰਦਾ ਹੈਗਾ, ਹੁਣ ਵੀ ਮਤਾ ਪਾ ਕੇ ਦਿੱਤਾ ਹੈਗਾ ਰੋਡ ਵਰਮਸ ਦਾ। ਰੋਡ ਵਰਮਸ ਦੇ ਵਿੱਚ ਇੱਕ ਪਿੰਡ ਦੀ ਫਿਰਨੀ ਹੁੰਦੀ ਹੈਗੀ, ਉਹ ਪਿੰਡ ਦੀ ਫਿਰਨੀ ਦਾ ਵਿੱਚ ਨਾਲ ਆਪਾਂ ਪਿੰਡ ਦੀ ਸਫਾਈ ਦਾ ਕੰਮ ਕਰਵਾ ਦਿਆਂਗੇ। ਪਿੰਡ ਦੀ ਫਿਰਨੀ ਜਿਹਦੇ ਜਦੋਂ ਕੰਮ ਘਾਹ ਫੂਸ ਕਰਾਉਣੇ ਆ, ਜਿਵੇਂ ਮਿਸਾਲ ਤੌਰ 'ਤੇ ਇੱਥੇ ਹੈਗਾ, ਤੁਸੀਂ ਆਪਾਂ ਇੱਥੇ ਵੀ 2 ਬੰਦੇ 4 ਬੰਦੇ ਭੇਜ ਸਕਦੇ ਹਾਂ, ਪਰ ਜੇ ਅਦਰ ਡਿਪਾਰਟਮੈਂਟ ਦੇ ਜਿਵੇਂ ਡਰੇਨ ਹੈ ਜਾਂ ਫਿਰ ਕੋਈ ਵਾਟਰ ਵਰਕਸ ਦਾ ਕੰਮ ਹੈਗਾ, ਉਹ ਬੰਦੇ ਆਪਾਂ ਨੂੰ ਜਲਦੀ ਛੇਤੀ ਦਿੰਦੇ ਨਹੀਂ ਹੈਗੇ। ਪਰ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ ਵੀ 2 ਬੰਦੇ ਲਿਆ ਕੇ ਆਪਾਂ ਕਿਸੇ ਧਰਮ ਸਥਾਨ 'ਤੇ ਜਾਂ ਕਿ ਸਾਂਝੀ ਜਗ੍ਹਾ ਦੇ 2 ਬੰਦਿਆਂ ਤੋਂ ਸਾਫ਼ ਸਫਾਈ ਕਰਵਾ ਲਈਏ। ਤੇ ਦੂਸਰੀ ਗੱਲ ਜਿਹੜਾ ਰੋਡ ਵਰਮੇ ਦਾ ਕੰਮ ਹੈ, ਹੁਣ ਆਪਣਾ ਹਫ਼ਤੇ ਨੂੰ ਪਾਸ ਹੋ ਜਾਏ 2 ਹਫ਼ਤਿਆਂ ਨੂੰ ਪਾਸ ਹੋ ਜਾਏ, ਉਹਦੇ ਵਿੱਚ ਰੋਡਾਂ ਦੀ ਸਾਫ਼ ਸਫਾਈ ਦੇ ਨਾਲ ਪਿੰਡ ਦੀ ਫਿਰਨੀ ਦੇ ਵਿੱਚ ਪਿੰਡ ਦੀ ਫਿਰਨੀ ਦੇ ਨਾਲ ਆਪਾਂ ਪਿੰਡ ਦੀ ਸਫਾਈ ਦਾ ਕੰਮ ਕਰਵਾ ਦਾਂਗੇ। ਹਫ਼ਤੇ ਨੂੰ ਆ ਜਾਵੇ 2 ਹਫ਼ਤਿਆਂ ਨੂੰ ਤੇ ਇੱਕ PMAY ਦੇ ਘਰਾਂ ਦਾ ਕੰਮ ਆਇਆ ਆਪਣੇ ਪਿੰਡ ਦੇ ਵਿੱਚ, ਉਹਦਾ 72000 ਰੁਪਏ ਇੱਕ ਆ ਚੁੱਕਿਆ, ਉਹਨਾਂ ਕੋਲੇ 30000 ਰੁਪਏ ਆ ਚੁੱਕਿਆ, 2 ਦੀਆਂ ਆ ਗਈਆਂ ਜੀ ਇਹਨਾਂ ਕੋਲੇ ਕਿਸ਼ਤਾਂ, ਤੇ ਲਾਸਟ ਕਿਸ਼ਤ ਰੁਕੀ ਪਈ, ਉਹ ਸੀਨੀਅਰ ਦੇ ਆਪਣੇ ਧਿਆਨ ਦੇ ਵਿੱਚ ਹੈਗਾ ਜੀ, ਉਹ ਸਰਕਾਰ ਵੱਲੋਂ ਹੁਣੇ ਪਾਈ ਨਹੀਂ ਗਈ ਤੀਸਰੀ ਕਿਸ਼ਤ। ਤੇ ਇੱਕ ਇਹਨਾਂ ਵੱਲੋਂ ਗਰੀਬ ਬੰਦਾ ਵਿਚਾਰਾ ਜ਼ਮੀਨ ਅਸੀਂ ਪੂਰੀ ਕੋਸ਼ਿਸ਼ ਰੱਖੀ ਹੋਈ ਹੈ ਵੀ ਜਿਹੜੀ ਤੀਸਰੀ ਕਿਸ਼ਤ ਹੈ ਸਾਡੀ ਲੋੜ ਆਪਾਂ ਨਾਲ ਜਾਣ ਦੀ ਆਵਾਜ਼ ਚੱਲਦੀ ਹੈ ਹਾਂਜੀ ਪਲਾਸਟਰ ਵਗੈਰਾ ਦੀ ਉਹ ਆਊਗੀ ਨਹੀਂ, ਜਲਦੀ ਆਊਗੀ। ਹਾਂਜੀ 1-2 ਆ ਗਏ ਜਿਨ੍ਹਾਂ ਦਾ। ਤੇ ਜਿਹੜੀ ਟੋਬੇ ਦੀ ਸਾਫ਼ ਸਫਾਈ ਹੈਗੀ, ਟੋਬੇ ਦੀ ਸਾਫ਼ ਸਫਾਈ ਦੇ ਵਿੱਚ ਹੁਣ ਕੋਈ ਸਪੈਸ਼ਲ ਅੰਮ੍ਰਿਤ ਸਰੋਵਰ ਦਾ ਕੰਮ ਆਇਆ ਹੋਇਆ ਹੈਗਾ, ਪਰ ਉਹਦੇ ਵਿੱਚ ਮਟੀਰੀਅਲ ਦਾ ਕੰਮ ਹੈਗਾ। ਦੇਖੋ ਜੀ ਉਹਦੇ ਵਿੱਚ ਪੱਕਾ ਕਰਵਾ ਕੇ ਪਟੜੀ ਦੇ ਆਲੇ ਦੁਆਲੇ ਇੱਕ ਬਹੁਤ ਸੋਹਣਾ ਘਾਹ ਬੂਟੇ ਲਵਾ ਕੇ ਆਲੇ ਦੁਆਲੇ ਕਰਵਾ ਕੇ, ਉਹ ਮੈਂ ਜੇ ਕਹੂੰ ਤੁਸੀਂ ਮਤਾ ਪਾ ਦਾਂਗੇ, ਪਰ ਇੱਕ ਗੱਲ ਉਹਦੇ ਵਿੱਚ ਫੇਰ ਉਹੀ ਆ ਜਾਂਦੀ ਹੈ ਕਿ ਮਟੀਰੀਅਲ ਦਾ ਕੰਮ ਹੈਗਾ। ਮਟੀਰੀਅਲ ਉਹਦੇ ਹੁਣ ਤੱਕ ਸਫਾਈ ਵਾਸਤੇ ਪਹਿਲਾਂ ਅੱਜ ਤੱਕ ਕਿੰਨੇ ਉਹ ਇੱਕ ਪੱਟ ਪਟਾਈ ਦਾ ਕੰਮ ਸੀਗਾ 2-3 ਸਾਲ ਪਹਿਲਾਂ ਆਇਆ ਸੀ। ਕਿੰਨੇ ਰੁਪਏ ਉਹਦੇ ਵਿੱਚ ਮੈਨੂੰ ਨੀਅਰ ਰਿਮੋਟ ਹੈਗੀ 2.5 ਲੱਖ ਰੁਪਏ ਦੇ ਕਰੀਬ, ਉਹਦੇ ਸਿਰਫ ਪਟਾਈ ਤੇ ਸਫਾਈ ਦਾ 4 ਲੱਖ ਨਹੀਂ ਸੀ ਸਫਾਈ ਵਾਸਤੇ ਰੁਪਏ ਆਉਂਦੇ ਨੇ, ਉਹ 4 ਲੱਖ ਨਹੀਂ ਕੰਮ, ਨਹੀਂ ਕੋਈ ਸਪੈਸ਼ਲ ਕੰਮ ਨਹੀਂ ਆਉਂਦਾ ਹੁੰਦਾ। ਆਪਾਂ ਚਾਹੇ ਅੱਜ ਮਤਾ ਪਾ ਦਈਏ, ਪਰ 3 ਸਾਲ ਤੋਂ ਉੱਪਰ ਮਤਾ ਪੈਂਦਾ ਹੁੰਦਾ ਹੈਗਾ। ਜਿਵੇਂ ਹੁਣ ਆਪਾਂ ਅੰਮ੍ਰਿਤ ਸਰੋਵਰ ਬਣਾਉਣਾ ਹੈਗਾ, ਉਹਦਾ ਸਪੈਸ਼ਲ ਮਤਾ ਪਾਈਊਗਾ, ਉਹਦੀ ਪੱਕਾ ਮਤਲਬ ਆਲੇ ਦੁਆਲੇ ਪੱਕਾ ਕਰਕੇ ਵਿੱਚ ਇੱਟ ਵਧੀਆ ਲਾ ਕੇ ਉਹ ਆਲੇ ਦੁਆਲੇ ਪਟੜੀ ਬਣਾ ਕੇ, ਉਹ ਜੇ ਕਹੂੰ ਤੁਸੀਂ ਆਪਾਂ ਅੱਜ ਹੀ ਮਤਾ ਪਾ ਦੇਣਗੇ, ਪਰ ਉਹਦੇ ਵਿੱਚ ਮਟੀਰੀਅਲ ਦਾ ਕੰਮ ਹੈ। ਜੇ ਮਟੀਰੀਅਲ ਚੱਕਣਾ ਪੰਚਾਇਤ ਨੇ ਆ ਜੀ, ਪੇਮੈਂਟ ਕਈ ਵਾਰ ਇਹ ਗੱਲ ਪੰਚਾਇਤਾਂ ਕਹਿੰਦੀਆਂ ਨੇ ਵੀ ਲੇਟ ਹੁੰਦੀ ਹੈ, ਇਹ ਗੱਲ ਵੀ ਸਹੀ ਹੈ ਕਿਉਂਕਿ ਮਨਰੇਗਾ ਦੇ ਵਿੱਚ ਪੇਮੈਂਟ ਹੈ ਜਿਹੜੀ ਉਹ ਲੇਟ ਹੁੰਦੀ ਹੈਗੀ। ਤੁਸੀਂ ਮੰਨਦੇ ਹੋ ਗੱਲ? ਇਹ ਮੰਨਦੇ ਆ ਜੀ ਲੇਟ ਹੁੰਦੀ ਹੈਗੀ, ਨਹੀਂ ਪੇਮੈਂਟ ਵਾਲੇ ਪਰ ਹੁੰਦੀ ਹੈਗੀ, ਕੋਈ ਗੱਲ ਨਹੀਂ ਹੈਗੀ। ਤਾਂ ਇਹ ਫੰਡ ਆਊਗਾ ਉਹਦੇ ਕੋਲ ਕਿ ਨਹੀਂ? ਜਿਹੜਾ ਉਹ ਕੰਮ ਹੋਣਾ ਨਰੇਗਾ ਦਾ ਕੰਮ ਕਹਿ ਰਹੇ ਨੇ ਉਹ ਨਰੇਗਾ ਦੇ ਸੈਂਟਰ ਗਵਰਨਮੈਂਟ ਦਾ ਪੈਸਾ ਹੈ, ਉਹਦੇ ਵਿੱਚੋਂ ਕੰਮ ਹੋਣਾ ਸਾਰਾ ਉਹ। ਸੋ ਪੰਚਾਇਤ ਜਿਹੜੀ ਕੰਮ ਕਰਵਾ ਸਕਦੇ ਸਾਂਝੀ ਕੋਈ ਵੱਡੀ ਗੱਲ ਨਹੀਂ ਹੈਗੀ ਮੇਰੇ ਹਿਸਾਬ ਨਾਲ। ਇਸ ਸੰਬੰਧੀ ਗੁਰੂ ਘਰ ਤੋਂ ਅਨਾਉਂਸਮੈਂਟ ਹੋ ਚੁੱਕੀ ਹੈ ਤੇ ਚੌਕੀਦਾਰ ਰਾਹੀਂ ਮਿਆਦੀ ਹੋ ਚੁੱਕੀ ਹੈ। ਗ੍ਰਾਮ ਸਭਾ ਦੇ ਮੈਂਬਰ ਮੀਟਿੰਗ ਵਿੱਚ ਹਾਜ਼ਰ ਹੋ ਚੁੱਕੇ ਹਨ। ਪ੍ਰਧਾਨ ਦੇ ਹੁਕਮ ਅਨੁਸਾਰ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਵਿੱਚ ਹੇਠ ਲਿਖੇ ਵਿਚਾਰ ਦਿੱਤੇ ਗਏ। ਨੰਬਰ 1 ਗੰਦੇ ਪਾਣੀ ਦਾ ਨਿਕਾਸ ਸੰਬੰਧੀ, ਨੰਬਰ 2 ਪੁਲੀ ਬਣਾਉਣ ਸੰਬੰਧੀ, ਨੰਬਰ 3 ਅਵਤਾਰ ਪੁਲੀ ਕਿਹੜੀ ਨਹੀਂ ਲਿਖੋ ਨਾ, ਫਿਰ ਲਿਖੋ ਨਾ, ਫਿਰ ਲਿਖੋ ਵਿੱਚ ਲਿਖੋ 7 ਵਾਲੀ ਪੁਲੀ ਉਹ ਆਪਾਂ ਬਣਾਵਾਂਗੇ ਸੁਖਵਿੰਦਰ ਦੇ ਘਰ ਅਵਤਾਰ ਫੌਜੀ ਦੇ ਘਰ ਤੋਂ ਲੈ ਕੇ ਅੰਮ੍ਰਿਤ ਦੇ ਘਰ ਤੱਕ ਨਾਲੀ, ਕਰਨੈਲ ਸਿੰਘ ਦੇ ਘਰ ਤੋਂ ਲੈ ਕੇ ਸੜਕ ਤੱਕ। ਇਹ ਕਿਹੜੀ ਅੰਮ੍ਰਿਤ ਵਾਲੀ ਕਿਹੜੀ ਹੈ? ਇਹ ਅੰਮ੍ਰਿਤ ਵਾਲੀ ਉਹ ਮੱਤੋ ਵਾਲੀ ਦੁਕਾਨ ਤੋਂ ਲੈ ਕੇ ਨੰਬਰ 5 ਪੰਚਾਇਤ ਘਰ ਬਣਾਉਣ ਲਈ ਸੰਬੰਧੀ। ਨੰਬਰ 6 ਬੱਸ ਸਟੈਂਡ ਤੋਂ ਡਰੇਨ ਤੱਕ, ਉਥੋਂ ਵਾਲੀਬਾਲ ਗਰਾਊਂਡ, ਸਕੂਲ ਵਾਲੀ ਗਲੀ, ਗੁਰੂ ਘਰ ਵਾਲੀ ਗਲੀ, ਅਕਬਰ ਦੇ ਘਰ ਤੋਂ
ਕਿਹੜੀ ਗੁਰੂ ਘਰ ਵਾਲੀ ਨਾਲੀਆਂ ਵਾਲਾ ਯਾਰ ਗੁਰੂ ਘਰ ਵਾਲੀ ਗਲੀ ਪਹਿਲਾਂ ਗਲੀ ਇਹ ਬੋਲਦੇ ਬਾਈ ਗਲੀ ਲੈ ਕੇ ਨਾਲੀਆਂ ਦੇਖੋ ਜੀ ਇੱਕ ਮਿੰਟ ਅਕਬਰ ਤੋਂ ਦੇ ਘਰ ਤੋਂ ਡਿਸਪੈਂਸਰੀ ਵਾਲੀ ਨਾਲੀ, ਪਿੰਡ ਦੀ ਫਿਰਨੀ ਤੇ ਇੰਟਰਲੌਕ, ਸਕੂਲ ਤੱਕ ਨਾਲੀਆਂ, ਮੋੜਾਂ ਤੇ ਸ਼ੀਸ਼ੇ, ਸਕੂਲ ਦੀ ਬਿਲਡਿੰਗ ਬਣਾਉਣ ਲਈ, ਟਾਵਰ ਵਾਲੀ ਗਲੀ ਲੌਕ ਟੈਲ ਲਾਉਣ ਲਈ, ਕੱਚੇ ਮਕਾਨਾਂ ਵਾਲੇ ਪੱਕੇ ਬਣਾਉਣ ਸੰਬੰਧੀ। ਹੋਰ ਦੱਸੋ ਜੀ। ਪਾਣੀ ਕੀ ਲਿਖਣਾ ਸੀਗਾ? ਸੀਵਰੇਜ ਉਹ ਲਿਖਿਆ ਹੈ ਪਹਿਲਾਂ ਸੀ ਇਹ ਨਹੀਂ ਲਿਖਿਆ ਇਹਦਾ ਹੋ ਗਿਆ ਇੱਕ ਇਹਦਾ ਲਿਖੋ ਕੀ ਕਰਦੇ ਮਾਈਗਰ ਵਾਲੇ ਘਰ ਤੋਂ ਲੈ ਕੇ ਫਾਟਕ ਤੱਕ ਸੀਵਰੇਜ ਇੱਕ ਇਹ ਦੇਖੋ ਸੜਕ ਤੋਂ ਲੈ ਕੇ ਨੀਲੇ ਕੇ ਘਰਾਂ ਤੱਕ ਫਿੱਟਾਂ ਦੇ ਕੋਲ ਪਹੀ ਸੜਕ ਤੋਂ ਲੈ ਕੇ ਨੀਲੇ ਕੇ ਘਰਾਂ ਤੱਕ। ਉਹ ਨਹੀਂ ਭਾਈ ਪਹਿਲਾਂ ਹੁਣ ਜੋ ਸਾਰੇ ਕੁਝ ਬਣ ਗਿਆ ਸਾਡੇ ਇੱਕ ਵੀ ਨਹੀਂ ਹੋਇਆ। ਇੱਕ ਤਾਂ ਹੈਗਾ HDFC ਬੈਂਕ ਚ ਅਕਾਊਂਟ ਆਪਣਾ, ਇੱਕ ਹੈਗਾ ਐਕਸਿਸ ਚ, ਇਹਦਾ ਦੋ ਕਾਪੀਆਂ ਆਪਣੇ ਲਈ ਹੈਗੀਆਂ ਨੇ। ਹਾਂ ਇਹ ਹੈਗੀਆਂ ਨੇ। ਇੱਕ ਕਿਹੜਾ ICI ਹੈ, ਹਾਂ ICCI ਜਿਹੜੀ ਇਹ ICICI ਠੀਕ ਹੈ। ਇਹ ਚ ਦੋ ਨੇ ਆਪਣੇ ਅਕਾਊਂਟ, ਇਹ ਤਾਂ ਵਰਤੀ ਨਹੀਂ ਹੈਗੀ ਬੰਦ ਨੇ। ਇੱਕ ਆਪਣਾ ਹੈਗਾ ਪੰਜਾਬ ਸਿੱਧ ਬੈਂਕ ਚ ਵੀ ਅਕਾਊਂਟ ਹੈ ਆਪਣਾ, ਠੀਕ ਹੈ। ਸਾਰੇ ਰੁਪਏ ਤਾਂ ਦੱਸ ਦਿਓ ਕਿੰਨੇ ਆਏ ਨੇ। ਇੱਕ ਮਿੰਟ ਜੀ ਸਾਰਾ ਲਵੋ, ਸਾਰਾ ਗੱਲ ਲਵੋ। ਕਾਪੀ ਪੈਣ ਜਾ ਕੇ ਹੁਣ ਪੰਚਾਇਤ ਨੂੰ ਬੋਲਣ ਦੇ ਬਈ, ਆਪਾਂ ਕਿਉਂ ਬੋਲੀਏ? ਫੋਟੋ ਖਿੱਚ ਲਓ ਤੁਸੀਂ, ਹੁਣ ਤਾਂ ਮੋਬਾਈਲ ਨਾਲ ਨਾਲ ਦੇ ਉਹ ਯਾਰ ਬੋਰਡ ਕਿੱਥੇ ਸਾਰਾ ਪਿੰਡ ਇਹ 8,46,000 ਪੰਜੇ ਖਾਤਿਆਂ 'ਚ ਸੀਗਾ 8,46,247 ਰੁਪਏ ਜਦੋਂ ਅਸੀਂ ਪੰਚਾਇਤ 'ਚ ਆਏ ਆਂਗੇ। ਸ਼ੁਰੂ ਕਰਿਆ ਟੋਟਲ ਕਰੀ ਜਾਓ ਯਾਰ ਨਾਲ। ਲਿਖੋ ਵੀ ਉਹ ਤੂੰ ਲਿਖ 8,46,000 ਪਿਛਲਾ ਵੀ ਇਹ ਜਿਹੜਾ ਸਾਡੇ ਲਵੇ ਦੀ ਇਹ ਗੱਲ ਸੁਣ ਮੇਰੀ, ਜਿਹੜਾ ਉਸਨੇ ਚਾਰਜ ਲਿਆ ਪਰ ਪਿਛਲਾ ਹੀ ਹੋਣਾ ਇਹ। ਹਾਂਜੀ ਸਰ ਕਾਗਜ਼ ਲੈ ਲੈ ਇਹਦੇ ਚੋਂ ਬਈ ਸ਼੍ਰੀਮਤੀ ਪ੍ਰੀਤਿੰਦਰ ਕੌਰ ਦੀ ਚੱਲ ਦਿੱਤੀ ਠੀਕ ਆ ਸਰਪੰਚ 2,37,227 ਰੁਪਏ ਇਹ ਸਰਪੰਚ ਨੇ ਉਹਨੂੰ ਦਿੱਤੇ ਨੇਗੇ। ਪ੍ਰੀਤਿੰਦਰ ਇਹ ਆਪਣਾ ਇੰਦਰ ਮੋਹਨ ਦੇ ਘਰ ਵਾਲੀ, ਉਹ ਤਾਂ 10 ਸਾਲ ਪਹਿਲਾਂ ਤੇ ਗੱਲ ਸੁਣ ਖੜ ਜਾ। 5,48,200 ਰੁਪਏ ਦਿੱਤਾ ਦਰਸ਼ਨ ਨੂੰ ਇਹਨੇ। ਕਿੰਨਾ 5,48,000 ਹੈ ਨਾ 5,48,200 ਪੁਰਾਣੇ ਦੇ ਖਾਤੇ ਭਰੀਆਂ ਬਣਾ ਲੈ ਪੱਲੇ ਦਿੰਦੇ ਹੋਏ 5482 ਰੁਪਏ ਦਰਸ਼ਨ ਨੂੰ ਦਿੱਤੇ ਨੇ। ਕਿੰਨੇ ਲੱਖ? ਕਿੰਨੇ 5482 ਕਾਪੀ ਪਹਿਲਾਂ ਲੈ ਲੈ 5482 ਰੁਪਏ ਕੋਈ ਗੱਲ ਨਹੀਂ ਲਿਖ ਲੈ। ਆ ਜਿਹੜੇ ਪੇਜ ਹੈਗੇ ਲੈ ਤੂੰ ਕਾਗਜ਼ ਲੈ ਲੈ ਤੂੰ ਲਿਖ ਰਿਹਾ ਆਹ ਪੇਜ ਹੈਗਾ ਠੀਕ ਹੈ। ਦੁਬਾਰੇ ਬੋਲੋ ਨਾ, ਮੈਂ ਵੀ ਬੋਲੂਗਾ ਜੀ, ਦੁਬਾਰੇ ਬੋਲ ਬਾਈ। ਸ਼ੁਰੂ ਤੋਂ ਕਰਨਾ ਕਿੰਨਾ ਸੀ? ਦੁਬਾਰੇ ਸੁਣ 8,46,247 ਰੁਪਏ ਟੋਟਲ ਨੇਗੇ ਜਿੱਦੇ ਸ਼ੁਰੂ ਕਰਿਆ ਜਿੱਦੇ ਅਸੀਂ ਆਏ ਆ। 2,37,227 ਰੁਪਏ ਪ੍ਰੀਤਿੰਦਰ ਨੂੰ ਦਿੱਤੇ ਨੇਗੇ। 53,820 ਰੁਪਏ ਦਰਸ਼ਨ 53,182 ਸੌਰੀ ਇਹ ਦਰਸ਼ਨ ਨੂੰ ਦਿੱਤੇ ਨੇ। ਧਿਆਨ ਨਾਲ ਬੋਲੋ, ਧਿਆਨ ਨਾਲ ਵੀ ਲਿਖੀ ਚਲੋ ਠੀਕ ਹੈ। ਇਹ ਚ ਬਾਕੀ ਰਹਿ ਗਿਆ 6,35,038 ਰੁਪਏ 3538 6,35,38 ਰੁਪਏ ਰਹਿ ਗਏ। ਲਿਖ ਵੀ ਲਿਖਣਾ 8 ਜੋ ਘਟਾ ਗਏ ਇਹ ਤੇ 19 ਤਰੀਕ ਤੀਜਾ ਮਹੀਨਾ 2019 ਚ ਗ੍ਰਾਂਟ ਵਾਪਸ ਹੋਈ ਜਿਹੜੀ ਆਪਣੇ ਪਿੰਡੋਂ ਗ੍ਰਾਂਟ ਵਾਪਸ ਹੋਈ। ਪੰਜਾਬ ਨਿਰਮਾਣ ਗੰਦੇ ਪਾਣੀ ਦੇ ਨਿਕਾਸ ਲਈ ਆਪਣੀ ਕੋਈ ਲੋੜ ਨਹੀਂ। 91,798 ਰੁਪਏ ਵਾਪਸ ਹੋ ਗਏ। ਕੋਈ ਲੋੜ ਨਹੀਂ ਬੋਲਣਾ ਤੇ ਗ੍ਰਾਂਟ ਇੱਕ ਹੋਰ ਵਾਪਸ ਹੋਈ ਹੈ। ਇਹ ਕੀ ਹੈ? ਕਿੰਨੇ ਵਾਪਸ ਹੋਏ? 91 91,798 ਰੁਪਏ ਵਾਪਸ ਵਾਪਸ ਹੋਏ। ਇੱਕ ਗ੍ਰਾਂਟ ਵਾਪਸ ਹੋ ਰਿਹਾ। ਇਹ MP ਲੈਂਡ ਚੋਂ ਆ ਗਈ ਰਾਮਦਾਸੀ ਧਰਮਸ਼ਾਲਾ ਦੀ, ਉਹਦੀ ਸਮਰਸੀਬਲ ਮੋਟਰਾਂ ਵਾਸਤੇ ਆਈ ਸੀ 50,000 ਰੁਪਇਆ। ਇਹ ਵੀ ਵਾਪਸ ਹੋਈ। ਪਰਲੇ ਪਾਸੇ ਜਿਹੜੀ ਰਾਮਦਾਸੀ ਧਰਮਸ਼ਾਲਾ ਵਾਸਤੇ 50,000 ਰੁਪਏ ਠੀਕ ਹੈ। ਇਹ 1,41,798 ਰੁਪਏ ਵਾਪਸ ਹੋ ਗਏ। ਇਹ ਬਾਈ ਇੱਕ ਇੱਧਰ ਵਾਪਸ ਵਾਲਾ ਅਲੱਗ ਲਾ ਲੈ ਵਾਪਸ ਅੱਡ ਲਿਖੀ ਆ
1/4/2019 ਨੂੰ ਪਿਛਲੀ ਬਾਕੀ ਚੱਕੀ ਆ ਇਹ ਪਿਛਲੀ ਬਾਕੀ ਚੱਕੀ ਹੈਗੀ ਇਹ ਆਪਣਾ ਇੰਟਰਸਟ ਦੀ ਦਾ ਹਾਂ ਇੰਟਰਸਟ ਲੱਗਿਆ ਵਾ ਵਿਆਜ ਹੈ ਹਾਂ ਆ ਵੀ ਇਹ ਕੀ ਵੀਡੀਓ ਸੁਣਾਓ ਸਫਾਈ ਸੇਵ ਕਰੀ ਤਨਖਾਹ ਜੀ ਸਫਾਈ ਸੇਵ ਇਹ ਵੀ ਪਿੰਡ ਚ ਆਈ ਗਈ ਜੀ ਪਿੰਡ ਚ ਸਫਾਈ ਸੇਵਕ ਹੈਗਾ ਨਹੀਂ ਜੀ ਪਿਆ ਆ ਪੈਸਾ ਪਿਆ ਇੱਕ ਮਿੰਟ ਸਫਾਈ ਸੇਵਕ ਹੈ ਪੈਂਡਿੰਗ ਪਿਆ ਉਹ ਉਸ ਤੋਂ ਬਾਅਦ ਬਈ ਆਪਣਾ 6,3538 ਰੁਪਏ ਬਾਕੀ ਦੀ 3538 ਰੁਪਏ ਇੰਟਰਸਟ ਹੋ ਗਿਆ ਸੀਗਾ ਕੁਝ ਰੁਪਏ ਠੀਕ ਹੈ ਤੇ ਬੈਂਕ ਵਿਆਜ ਐਕਸ ਇਹ 3454 ਰੁਪਏ ਫੇਰ ਇਹਦਾ ਇੰਟਰਸਟ ਹੋ ਗਿਆ 6,35 ਲਿਖ ਲਓ ਤੇ ਇੱਕ ਤਨਖਾਹ ਹੈ ਸਫਾਈ ਸੇਵਕ ਦੀ ਵੀਡੀਓ ਦਫ਼ਤਰ 'ਚ 3600 ਰੁਪਏ ਉਹ ਆਇਆ ਆਪਣਾ ਇਹ ਸਫਾਈ ਸੇਵਕ ਉਹਨੂੰ ਕਹਿੰਦੇ ਨੇ ਆਪਾਂ ਨਾਲੀ ਨਹੀਂ ਕੱਢਦੇ ਹੈਗੇ ਆਪਾਂ ਸਫਾਈ ਕਰਵਾਉਣੇ ਆ ਆ ਬੈਠਾ ਖੁਦਾ ਸੁਣਤਾ ਲਓ ਇਹ 3600 ਰੁਪਇਆ ਉਹ ਹੈ ਇਹ ਪਤਾ ਨਹੀਂ ਕਿਹਨੂੰ ਆਇਆ ਕਿੱਥੇ ਗਿਆ ਯਾਰ ਸਾਰੇ ਪਿੰਡ ਜਿਹੜਾ ਕੰਮ ਆ ਰਿਹਾ ਉਹਨੂੰ ਦੋ ਨਹੀਂ ਅੱਗੇ ਚਲੋਗੇ ਤੁਹਾਡੇ ਕਿਹੜਾ ਉਹਨੂੰ ਦਿਓ ਨਹੀਂ ਲੋੜ ਇਹ ਕੀ ਹੈ ਇਹ ਡੋਂਗਲ ਲੋਨ ਆਈ ਹੋਈ ਹੈ ਜੀ ਡੋਂਗਲ ਦਾ 1500 ਰੁਪਏ ਖਰਚ ਇਹਦੇ ਹੈਗਾ ਡੋਂਗਲ ਕਰੀ ਜਿਹਦੇ ਨਾਲ ਪੇਮੈਂਟ ਪਈ ਹੁੰਦੀ ਹੈ ਠੀਕ ਹੈ ਚਲੋ ਉਸ ਤੋਂ ਬਾਅਦ 1/5 ਤੋਂ 2019 ਤੱਕ ਆਪਣੇ ਲਈ 6,09,092 ਰੁਪਏ ਨੇਗੇ ਠੀਕ ਹੈ ਬਕਾਇਆ ਚੱਕ ਲਿਆ ਜੀ ਬਕਾਇਆ ਚੱਕ ਲਿਆ 1/5/19 ਕਿੰਨਾ ਸੀ 1/5/19 ਤਾਂ 6 ਲੱਖ ਕਿੰਨਾ 9,092 ਰੁਪਏ 6,09,092 ਇਹਦੇ ਚ 1 ਲੱਖ ਆਪਣਾ 1/6/2019 ਤੋਂ ਲੈ ਕੇ 6,09,292 ਰੁਪਏ ਉਹ ਬਾਕੀ ਨੇ ਤੇ 30/6 ਤੱਕ ਇਹਦਾ ਵਿਆਜ ਬਣ ਗਿਆ 2,478 ਰੁਪਏ ਠੀਕ ਹੈ ਤੇ HDFC ਦਾ ਇਹ ਵੀ ਵਿਆਜ ਹੈ ਨਾ HDFC ਦੇ ਖਾਤੇ ਦਾ ਵਿਆਜ ਬਣ ਗਿਆ 4836 ਰੁਪਏ ਐਕਸਿਸ ਦਾ ਬਣ ਗਿਆ 2478 ਰੁਪਏ ਟੋਟਲ 7314 ਰੁਪਏ ਇੰਟਰਸਟ ਬਣ ਗਿਆ HDFC ਦਾ ਬੋਲ ਦੇ ਦੁਬਾਰਾ HDFC ਦਾ ਤੂੰ ਲਿਖ ਦੋ HDFC ਦਾ 4837 ਰੁਪਏ 2478 ਰੁਪਏ ਐਕਸਿਸ ਦਾ ਆਹ ਥੱਲੇ ਬੋਲਣਾ ਬਹੁਤ ਸਰ ਕੀ ਪਿਛਲਾ ਬਗੈਰ ਵਿਆਜ ਨਹੀਂ ਲੱਗ ਕੇ ਇੰਨੇ ਪੈਸੇ ਬਣਾਂਗੇ ਨਾ ਉਹ ਸ਼ੁਕਰ ਹੋ ਗਿਆ ਜੀ ਉਦੋਂ ਬਾਅਦ 15/6/2019 ਨੂੰ ਠੀਕ ਹੈ ਇਹ ਕੀ ਹੈ ਯੂਨੀ ਸਟਾਰ ਸੇਲ ਦੇ ਸੰਗਰੂਰ ਪੰਚਾਇਤ ਰਿਕਾਰਡ 1575 ਇਹ ਕੀ ਹੁੰਦਾ ਜੀ ਇਹ ਕੋਈ ਰਿਕਾਰਡ ਲਿਆ ਹੋਊਗਾ ਕੋਈ ਹੋਊਗਾ ਇਹਨਾਂ ਨੇ ਲਿਆ ਹੋਊਗਾ ਹਾਂ ਚਲੋ ਖਰਚਾ ਹੋਇਆ ਇਹ ਹਾਂ 1575 ਰੁਪਏ ਇੱਕ ਹੈ ਠੀਕ ਹੈ ਗੱਲ ਉਦੋਂ ਬਾਅਦ MS ਅਵੀ ਟ੍ਰੇਨਿੰਗ ਕੰਪਨੀ 90 ਥੈਲੇ ਸੀਮੈਂਟ ਦੇ ਠੀਕ ਹੈ ਇਹ RDF ਚੋਂ ਨੇ ਗਿਆ ਗਲੀਆਂ ਨਾਲੀਆਂ ਵਾਸਤੇ 27000 ਰੁਪਏ ਦਾ ਚੈੱਕ ਦਿੱਤਾ HDFC ਨੂੰ ਪਹਿਲਾਂ ਖਰਚਾ ਲਿਆ 1575 ਰੁਪਏ ਦੀ ਪੰਚਾਇਤ ਰਿਕਾਰਡ 'ਚ ਕੋਈ ਮਿਲਾ ਰਜਿਸਟਰ ਵਗੈਰਾ ਇਹ ਹੋ ਲੈ ਕੇ ਆਏ ਹੈ 1575 ਸੀਗੇ ਤੇ ਉਸ ਤੋਂ ਬਾਅਦ ਆਪਣਾ ਇੱਟਾਂ ਨੇਗੀਆਂ 5000 ਇੱਟ ਹੈਗੀ BKU ਭੱਠੇ ਦੀ ਇਹਦਾ ਆਪਣਾ ਹੈਗਾ 22732 ਰੁਪਏ 5000 ਇੱਟ ਦਾ ਉਸ ਤੋਂ ਬਾਅਦ ਬੇਟੇ ਉੱਥੇ ਕੋਲੇ ਬੈਠਾ ਮੈਂ ਰਾਧਾ ਕ੍ਰਿਸ਼ਨ ਟ੍ਰੇਨਿੰਗ ਕੰਪਨੀ ਦੇ 500 ਆ ਕੀ ਹੈਗਾ 500 ਫੁੱਟ ਰੇਤਾ 250 ਫੁੱਟ ਬਾਜਰੀ 21446 ਰੁਪਏ ਇਹ ਬਾਜਰੀ ਦੇ ਟੋਟਲ ਯਾਰ ਤੂੰ ਇਹਦਾ ਲਿਖ ਲੈ ਬਾਈ ਇਹਦਾ ਲਿਖ ਹੈਲੋ ਇਹਦਾ ਡੀਪਲੀ ਬਾਹਰ ਜਾਣਾ ਹੈਲੋ ਵੀਰੇ ਤੂੰ 1,81,516 ਰੁਪਏ ਲਿਖ ਲੈ ਟੋਟਲ ਖਰਚਾ ਹੋਇਆ ਹੈ ਇਹ ਆ ਗਲੀਆਂ ਤੇ ਹੋਇਆ ਹੋਊਗਾ ਨਸੀਬ ਇਹਦਾ ਤੁਸੀਂ ਜ਼ਿਆਦਾ ਚੱਕਰ 'ਚ ਪੈ ਗਏ ਇੰਨਾ ਕਿੱਥੇ ਤੁਸੀਂ ਐਸਾ ਹਿਸਾਬ ਲਾਓ ਵੀ ਇੰਨੇ ਪੈਸੇ ਆਏ ਨੇ ਇੰਨਾ ਖਰਚਾ ਇੰਨਾ ਪੈਸਾ ਕੋਈ ਨਹੀਂ 2 ਮਿੰਟ ਹੋਏ ਫਿਰ ਉਰੇ ਆ ਜਾਓ ਮੈਂ ਬੋਲੀ ਜਾਣਾ ਇੱਕ ਨਾ ਬੋਲਣਾ ਯਾਰ ਮੱਖਣ ਬੋਲ ਨਾ ਚੁੱਪ ਕਰ ਚੱਲਿਆ ਨਾਲੇ ਕਿਹੜਾ ਤੂੰ ਆਇਆ ਨਹੀਂ ਇਹ ਕਿਹੜਾ ਹਾਲੇ ਯਾਰ 3600 ਰੁਪਏ ਪਿੰਡ 'ਚ ਕਰਾ ਸਕਦੇ ਕਿਹਨੂੰ ਮਿਲ ਖਈਏ ਦਾ ਓਏ ਤਾਂ ਫਿਰ ਬਹੁਤ ਟਾਈਮ ਲੱਗਦਾ ਕੋਈ ਗੱਲ ਨਹੀਂ ਲੱਗਣ ਦੇ ਪੈਸੇ ਹੈਗਾ ਦੱਸਿਆ ਮੈਂ ਟੋਟਲ ਬੋਲ ਲਿਆ ਕਰੂੰ ਮੈਂ ਹੈਲੋ ਵੀਰੇ ਮੈਂ ਟੋਟਲ ਬੋਲ ਲਿਆ ਕਰੂੰ ਮੈਂ ਲਿਖ ਲਿਆ ਕਰੂੰ ਕਰਨੇ ਕਾ ਮਾਰ ਲਿਆ ਕਰੋ 1,81,516 ਟੋਟਲ ਚੱਲਦਾ ਹੈ ਉਹ ਸੋਦਾ ਵੀ ਸੁਣੋ ਹੁਣ ਧਿਆਨ ਨਾਲ ਸੁਣ ਲਓ ਫਿਰ ਕੱਛਾਂ ਬਣਾਈਆਂ ਨੇ ਉਹਨੇ ਉਹ ਇਹ 6,09,092 ਰੁਪਏ ਚੋਂ ਕੱਢ ਕੇ 1,81,000 ਮਗਰ ਬਕਾਇਆ 4,34,890 ਰੁਪਏ ਰਹਿ ਗਿਆ ਠੀਕ ਹੈ ਆ ਗਿਆ ਰੇਟ ਇਹ ਤਰੀਕ ਹੈਗੀ 31/7/19 ਓਹੋ ਠੀਕ ਹੈ ਜੀ ਸਾਹਿਬ ਉਸ ਤੋਂ ਬਾਅਦ 37,000 ਰੁਪਏ ਹੋਰ ਖਰਚਾ ਹੈਗਾ ਮਾਸਟਰ ਰੋਲ ਹੋ ਗਏ ਆਪਣਾ ਮਾਸਟਰ ਰੋਲ ਲੇਬਰ ਦਾ ਹੁੰਦਾ ਇਹ ਲੇਬਰ ਦਾ ਇਹ ਵੀ ਪਿਆ ਹੋਇਆ ਗਲੀਆਂ ਦਾ ਨਾਲ ਹੈ ਖਾਸਾ ਕੁਛ ਹੋਊਗਾ ਤਾਂ ਖਾਣਾ ਜਿਹੜੀਆਂ ਤੁਸੀਂ ਪਹਿਲਾਂ ਆਪਣੀਆਂ ਗਲੀਆਂ 'ਚ ਬੁੜੀਆਂ ਲੱਗੀਆਂ ਨੇਗੀਆਂ ਉਹ ਮਾਸਟਰ ਰੋਲ 'ਚੋਂ ਕੱਟੇ ਹੋਏ ਨੇਗੇ 26,928 ਰੁਪਏ ਦੇ ਉਹ ਮਿਲਿਆ ਕਿਉਂ 19 ਚਾਹਤਾ 19 ਕੁਲਦੀਪ ਦੀ ਗਲੀ ਪੜੀ 37,324 ਰੁਪਏ ਲਿਖ ਲਾ ਬਈ ਚੱਲ ਪਹਿਲਾਂ ਕਿੰਨਾ 37000 ਦੀਗਾ 37,324 ਲਿਖੋ ਦਾ ਮਾਸਟਰ ਉਹਦਾ ਬਕਾਇਆ ਆਪਣਾ 3,97,556 ਰੁਪਏ ਚੱਲ ਰਿਹਾ ਹੈਗਾ ਕਿੰਨਾ 3,97,566 ਰੁਪਏ ਕਿੰਨੀ ਤਰੀਕ ਨੂੰ 28/8/19
ਖੜ ਜਾ ਇੱਕ ਮਿੰਟ ਜੀ 14ਵੇਂ ਵਿੱਤ ਕਮਿਸ਼ਨ ਦਾ 4% ਹਿੱਸਾ ਇਹ ਤੋਂ 14ਵੇਂ ਵਿੱਤ ਕਮਿਸ਼ਨ ਦਾ 4% ਹਿੱਸਾ ਵੀਡੀਓ ਦਫ਼ਤਰ ਗਿਆ 9064 ਰੁਪਏ। ਠੀਕ ਹੈ, ਖਰਚਾ ਹੋ ਗਿਆ ਮਤਲਬ। ਹਾਂ, ਇੱਕ ਮਾਸਟਰ ਆਰਡੀਐਫ ਫੰਡ ਦੇ 2250 ਰੁਪਏ ਇਹ ਗਏ ਨੇਗੇ। 9064 ਮਨਰੇਗਾ ਵਾਲੇ ਕੰਮ ਕਰੇ ਮਨਰੇਗਾ ਚ 11314 ਰੁਪਏ ਇਹ ਲਿਖ ਲਿਆ। ਚੱਲ ਇੱਕ ਮਿੰਟ ਹੌਲੀ ਬੋਲਿਆ 2250 ਕਹਿੰਦੇ ਨੇ ਨਰੇਗਾ ਵਾਲਿਆਂ ਨੂੰ। ਮਨਰੇਗਾ ਦੇ 9064 ਤੇ 2250 ਦਾ 11314 ਲਿਖ ਲੈ। 13000 ਉਹਦੇ ਬਾਅਦ 13/9/2019 ਨੂੰ ਆਪਣੇ ਲਈ ਰਹੇਗਾ 3,86,252 ਰੁਪਏ। 9/12/19 ਨੂੰ ਹਾਂ, ਇਹਦੇ ਚ 13/9/19 ਨੂੰ 13/9/19 13/9/19 ਨੂੰ ਇਹ ਚ ਗ੍ਰਾਂਟ ਆਈ ਆਪਣੇ 14ਵੇਂ ਵਿੱਤ ਕਮਿਸ਼ਨ ਦੀ 44,935 ਰੁਪਏ ਤੇ ਇਹਦਾ ਵਿਆਜ ਬਣ ਗਿਆ 2576 ਰੁਪਏ ਐਕਸਿਸ ਬੈਂਕ ਦਾ ਬਣ ਗਿਆ। 47,511 ਰੁਪਏ ਚ ਐਡ ਹੋ ਗਏ ਹੋਰ। ਇੱਕ ਮਿੰਟ ਗੁਰਦੀਪ ਖੜ ਜਾ। ਕਿੰਨੇ ਸੀ? 44,935 ਰੁਪਏ। ਸਭ ਤੋਂ ਬਾਅਦ 2576 ਰੁਪਏ ਇੰਟਰਸਟ ਬਣ ਗਿਆ ਐਕਸਿਸ ਬੈਂਕ ਦਾ। ਟੋਟਲ ਕਿੰਨਾ ਹੋ ਗਿਆ ਇਹ? 47,511। 47,511 ਉਹ ਚ ਜੁੜ ਜੂਗਾ ਪਹਿਲਾਂ ਵਾਲੇ ਚ। ਇਹ ਚ ਜੁੜ ਗਿਆ ਕੁੱਲ ਆਮਦਨ ਆਪਣੇ ਲਵੇ ਹੋ ਗਈ 4,33,763 ਰੁਪਏ। ਕਿੰਨੀ ਡੇਟ ਨੂੰ? ਉਹੀ ਚੱਲ ਰਹੀ ਹੈ ਜੀ। 30/9/19 ਵਾਲਾ 30/9/19 ਉਹਦੇ ਬਾਅਦ 3/9 ਨੂੰ ਆਪਣਾ ਮਾਸਟਰ ਇੱਕ ਹੋਰ ਨਿਕਲਿਆ ਮਨਰੇਗਾ ਦਾ 2250 ਰੁਪਏ ਉਹ ਕੱਟੇ ਨੇ। ਉਹਨਾਂ ਨੂੰ 250 ਉਹਨਾਂ ਨੂੰ ਪੜੇ ਮਨਰੇਗਾ ਦਾ ਲੱਗ ਹੀ ਲਾ ਲੈ। ਮਨਰੇਗਾ ਵਾਲਾ ਅਲੱਗ ਲਾ ਲੈ। ਉਹ ਸਾਈਡ ਤੇ ਲੱਗਾ ਨਹੀਂ ਹੈਗੀ, ਉਹ ਖਰਚਾ ਲਿਖੀ ਜਾਂਦਾ। ਆ ਦੇਖੀ ਮਾਸਟਰ ਨੂੰ ਬਾਬਤ ਉਹੀ ਬੰਦੇ ਲਾਏ ਨੇ ਮਾਸਟਰ। ਮਿਸਟਰ ਵਾਲੇ ਚ ਬਗਦੀ ਨਹੀਂ। ਨਹੀਂ ਮਾਸਟਰ ਰੋਲ ਲਿਖ ਲੈ ਖਰਚਾ ਲਿਖ ਲੈ। ਠੀਕ ਹੈ ਭਾਈ। ਉਸ ਤੋਂ ਬਾਅਦ 1 ਤਰੀਕ 10ਵਾਂ ਮਹੀਨਾ 2019 ਨੂੰ 4,31,513 ਰੁਪਏ ਰਹਿ ਗਏ ਆਪਣੇ ਲਵੇ ਤੇ HDFC ਦਾ ਇੰਟਰਸਟ ਬਣ ਗਿਆ 3,055 ਰੁਪਏ। 3,055 ਹਾਂ, HDFC ਤੇ ਟੋਟਲ ਜੋੜ ਕੇ 4,34,568 ਰੁਪਏ ਹੋ ਗਏ। ਇਹਦੇ ਚੋਂ ਖਰਚ ਕੀਤੇ ਨੇ ਆਪਾਂ ਨੇ 34,000 ਕਿੰਨਾ? 568 34,568 ਰੁਪਏ। ਠੀਕ ਆ, ਇਹਦੇ ਬਾਅਦ ਆਪਾਂ 13/10/2019 ਨੂੰ ਖਰਚ ਕੀਤਾ ਸੁਰਿੰਦਰ ਸਿੰਘ, ਕਰਨੈਲ ਸਿੰਘ 5 ਖੰਮੇ ਸੀਮੈਂਟ ਦੇ। ਕਿੱਥੇ ਨੇ ਜੀ? ਸੁਰਿੰਦਰ ਸਿੰਘ ਬਿਜਲੀ ਵਾਲੇ ਨੂੰ, ਇੱਕ ਕਰਨੈਲ ਸਿੰਘ ਦਾ ਕੋਈ ਖੰਭਾ ਦੀਗਾ ਕੋਈ। ਇੱਕ ਮਿੰਟ ਬੋਲਣਾ। ਸੁਰਿੰਦਰ ਸਿੰਘ ਸਨ ਆਫ ਕਰਨੈਲ ਸਿੰਘ 5 ਖੰਭੇ ਸੀਮੈਂਟ ਦੇ 116 ਫੁੱਟ ਰੇਤਾ ਗਿਆ। ਉਹ ਚ 92 ਫੁੱਟ ਬਜਰੀ ਗਈ ਹੈ। RDF ਚੋਂ ਗਈ ਹੈਗੀ 7873 ਰੁਪਏ ਇਹ ਹੋ ਚੁੱਕੀ ਹੈ। ਇਹ ਆਪਣੇ ਰੇਂਜ ਤੋਂ ਬਾਹਰ ਹੈ। ਪਰਮਜੀਤ ਬਿਲਡਿੰਗ ਮਟੀਰੀਅਲ ਇਹ ਕੋਈ 4750 ਰੁਪਏ ਉਹਦੇ ਨੇਗੇ। ਇਹ ਵੀ ਕੋਲੋਂ ਮਾਸਟਰ ਰੋਲ ਫਿਰ ਨਿਕਲਿਆ ਗਲੀਆਂ ਵਾਲੇ ਵਾਸਤੇ 7500 ਰੁਪਏ ਦਾ। ਨਰੇਗਾ ਵਾਲਿਆਂ ਨੂੰ 7500 ਫਿਰ ਗਿਆ ਹੈ। ਨਰੇਗਾ ਵਾਲਿਆਂ ਨੂੰ 7500 ਰੁਪਏ ਹੋਰ ਲਿਖ ਲਓ। 7773 ਰੁਪਏ ਰੇਤਾ ਸੀਮੈਂਟ ਗਿਆ। ਇਹ ਜਿਹੜਾ ਖੰਭੇ ਦਿੱਤੇ ਨੇ 5 ਮਿਲੀਅਨ ਨੂੰ ਤੇ ਇੱਕ 4750 ਰੁਪਏ ਦਾ ਹੋਰ ਮਟੀਰੀਅਲ ਹੈ। ਮਾਸਟਰ ਰੋਲ ਨਿਕਲਿਆ 7500 ਦਾ। ਫਿਰ ਇਹ ਗਲੀਆਂ ਵਾਲਿਆਂ ਨੇ। ਹਾਂ, ਇੱਕ ਮਿੰਟ ਬਾਈ ਰੋਕ ਕੇ 4750 ਕਹਿੰਦੇ ਨੇ। ਆ ਇੱਧਰ ਗੈਪ ਸੀਮੈਂਟ ਰੇਤਾ ਤੇ ਬਜਰੀ ਵਾਲਾ 4750 ਕਹਿੰਦੇ ਨੇ। ਮੈਨੂੰ ਆਏ ਕਿਵੇਂ ਦੇ ਦੇਗਾ? ਮੇਰਾ ਘਰ ਦਾ ਮੈਨੂੰ ਦੇ ਦੇ। ਜਦੋਂ ਰੂਲ ਹੀ ਹੈ ਨਹੀਂ 4750 ਕਹਿੰਦੇ ਨੇ। ਇਹਦੇ ਬਰੀਕੀ 4750 ਨਹੀਂ ਯਾਰ 50 ਰੁਪਏ ਮਟੀਰੀਅਲ ਕਿਹੜਾ ਕਲਮਾਂ ਰਹਿ ਜਾਣੀਆਂ ਫਿਰ ਮੋਟੇ ਚੱਕੇ ਕਲਮਾਂ ਨਾਲ। ਇਹ ਟਿਕ ਕਰ ਲਈ ਮਾੜਾ ਜਿਹਾ। ਕਲਮਾ ਲਿਖ ਲਓ ਸਰ। ਕਲਮਾਂ ਜ਼ਰੂਰੀ ਨਹੀਂ ਨਾ, ਇਹ ਤਾਂ ਫਿਰ ਬੈਠ ਕੇ ਲਿਖਿਆ ਹੋਇਆ ਰੇਟ ਬੋਲ ਰੇਟ 13-10 ਯਾਰ। ਕਿੰਨੇ ਪੈਸੇ? ਇਹ ਟੋਟਲ 20,123 ਰੁਪਏ ਖਰਚ ਲਿਖ ਲਾ ਯਾਰ। ਉਸ ਤੋਂ ਬਾਅਦ ਆਪਣੇ ਲਈ ਬਕਾਇਆ ਆ ਗਿਆ 4,14,445 4,14,000 445 ਰੁਪਏ 14/11 ਨੂੰ ਆਏ। 19 ਨੂੰ? ਹਾਂ 19 ਨੂੰ। ਉਸ ਤੋਂ ਬਾਅਦ 14/11/2019 ਨੂੰ ਐਕਸਿਸ ਬੈਂਕ ਦਾ ਇੰਟਰਸਟ ਬਣਿਆ 39,432 ਰੁਪਏ ਜਿਹੜਾ ਆਪਾਂ ਨੂੰ ਅਕਾਊਂਟ ਵੀ ਨਹੀਂ ਮਿਲਿਆ। ਹੈ ਇੱਕ ਮਿੰਟ ਸਰਪੰਚ 39,432 ਇੱਕ ਮਿੰਟ ਗੱਲ ਵਿਆਜ ਨਹੀਂ, ਆ ਜਿਹੜਾ ਐਕਸਿਸ ਬੈਂਕ ਦਾ ਤੂੰ ਵਿਆਜ ਜੁੜੀ ਇਹਨਾਂ ਦੀ ਅਮਾਉਂਟ ਕਿੰਨੀ ਆ? ਖੜਤਾ ਜਾਂ ਗੱਲ ਸੁਣੋ ਯਾਰ, ਸਾਰੀ ਗੱਲ ਸੁਣੋ। ਹਾਂ ਬਿਲਕੁਲ ਸਹੀ ਪੁਆਇੰਟ ਬੋਲ। ਇੱਕ ਮਿੰਟ ਗੱਲ ਆਪਾਂ ਨੇ ਲੈਣੀ ਹੈ ਕਾਪੀ। ਨਹੀਂ, ਐਕਸਿਸ ਬੈਂਕ ਦੇ ਤੂੰ ਵਿਆਜ ਬਈ ਕਿੰਨੀ ਰਕਮ ਦਾ ਵਿਆਜ ਆ? ਆਪਾਂ ਲੈਣੀ ਕਾਪੀ ਦੇ ਕਾਪੀ ਨਹੀਂ ਆਪਣੇ ਲੈ ਫਿਰ ਇਹ ਤੂੰ ਆਪਾਂ ਕਿਵੇਂ ਲਿਖਣਾ? ਰਿਕਾਰਡ 'ਚ ਹੈ। ਰਿਕਾਰਡ 'ਚ ਮਤਲਬ ਖਾਤੇ ਆ ਗਏ ਸਾਰੇ ਖਾਤੇ ਆਪਾਂ ਡਿਟੇਲ ਕਢਾ ਲਾਂਗੇ। ਟੈਨਸ਼ਨ ਨਾ ਲੈ ਉਹ ਗੱਲ ਠੀਕ ਹੈ ਗੱਲ। ਐਕਸਿਸ ਬੈਂਕ ਦਾ ਇੰਟਰਸਟ ਹੈ ਵਿਆਜ ਭਰ ਰਿਹਾ ਰਕਮ ਕਿੰਨੀ ਦਾ ਵਿਆਜ ਆ?
ਉਹ ਦਿਹਾੜੀਆਂ ਲਿਖੋ ਤਾਂ ਗੱਲ ਹੋਰ ਪਿੰਡ ਦੀ ਚੱਲ ਰਹੀ ਲਿਖਿਆ ਹੋਣਾ ਇਹਨੂੰ ਲੱਗ ਕੇ ਪੂਰੀ ਨਾ ਛੱਡ ਦਿਓ ਕੋਈ ਆ ਜਾਓ ਗੁਰਦੀਪ ਜਿਹੜਾ 49000 ਵਿਆਜ ਦਾ ਆ ਉਹ ਖਾਤੇ 'ਚ ਬੈਲੈਂਸ ਕਿੰਨਾ ਬੈਲੈਂਸ ਨਹੀਂ ਪਤਾ ਹਜੇ ਤੁਹਾਨੂੰ ਸਾਰਾ ਦੱਸਾਂਗੇ ਇੰਨਾ ਵਿਆਜ ਆ ਸਾਰਾ ਜਿਹੜਾ ਉਹ ਵੀ ਉਹਨਾਂ 7 ਲੱਖ ਵਾਲਾ ਚੈੱਕ ਆਇਆ ਇੱਕ ਮਿੰਟ ਭਾਈ ਮੜਾ ਗੱਲ ਹੋ ਜੇ ਕੁਰਸੀ ਦਾ ਪਿੰਡ ਬਾਹਰ ਚੱਲ ਰਹੀ ਹੈ ਖੜ ਜਾ ਇੱਕ ਮਿੰਟ ਵਿਆਜ ਵਿੱਚ ਲੱਗੀ ਜਾਂਦਾ ਆਮਣੇ ਇੱਕ ਮਿੰਟ ਖੜ ਜਾ ਬੋਲ ਨਾ ਯਾਰ ਇੱਕ ਮਿੰਟ ਨਹੀਂ ਬੋਲੋ ਨਾ ਇੱਕ ਮਿੰਟ ਖੜ ਜਾਓ ਇਹ ਤਾਂ ਉਮੀਦ ਨਹੀਂ ਆਪਾਂ ਖੜ ਜਾ ਹਿਸਾਬ ਲੈ ਰਹੇ ਜਿਹੜਾ ਲੱਗ ਗਿਆ ਤੂੰ ਪਹਿਲਾਂ ਤੇ ਓਏ ਗੱਗੂ ਕਹਾ ਹੋ ਗਿਆ ਸੁਣ ਕੁੜੀ ਜਿਹਦਾ ਖੜ ਜਾ ਰਵਿੰਦਰ 14 11 2019 ਤੇ ਆ ਗਿਆ ਤੂੰ ਵੀ ਸਵਾ ਗੁਰੂ ਇਹਨੂੰ ਆਉਂਦਾ ਨਹੀਂ ਜਾਂਦਾ ਤੇ ਇਹ ਐਕਸਿਸ ਬੈਂਕ ਦਾ ਇੰਟਰਸਟ ਲਿਖ ਲਿਆ 39432 ਰੁਪਏ ਠੀਕ ਹੈ ਇਹ ਆਪਣੇ ਲਵੇ ਟੋਟਲ ਹੋ ਗਿਆ 4,53,877 ਰੁਪਏ ਇਹ ਆਪਣੇ ਲਵੇ ਤਰੀਕ ਉਹੀ ਚੱਲ ਰਹੀ ਹੈ 14 11 ਠੀਕ ਹੈ ਤੇ ਉਸ ਤੋਂ ਬਾਅਦ ਆਪਣਾ ਫੇਰ ਖਰਚ ਹੋਇਆਗਾ ਤੇ 1 11 ਤੋਂ ਲੈ ਕੇ 23 11 19 ਤੱਕ ਹੈ 30 ਹੈ 24 ਆ ਗਿਆ 30 ਤੱਕ ਠੀਕ ਹੈ ਗੱਲ ਇਹਨਾਂ ਨੇ ਖਰਚ ਦਿਖਾਤਾ 7,81,650 ਰੁਪਏ ਇਹ ਬਈ ਇਹ ਇੱਕ ਦਿਨ ਮੈਂ ਦੱਸੂ ਤੂੰ ਬਦਲ ਨਹੀਂ ਉਦੋਂ ਇਹ ਚ ਮੈਂ ਬੜਾ ਪੜਦਾ ਵੀ ਕੀ ਕੁਛ ਆਇਆ ਹੈਗਾ ਇਹਨਾਂ ਕੋਲ ਹੈ ਨਹੀਂ ਪਹਿਲਾਂ ਖਰਚਾ ਦੀ ਗੱਲ ਕਰੋ ਕੋਈ ਗੱਲ ਨਹੀਂ ਐਕਸਿਸ ਬੈਂਕ ਜਿੰਦਾਬਾਦ ਤੇ ਇੱਕ ਮਿੰਟ ਇਹਦੇ ਚ ਆਇਆ ਹੋਇਆ ਜੈ ਦੁਰਗਾ ਵਾਲਾ ਨੂੰ ਇੱਕ ਮਿੰਟ ਯਾਰ ਇੱਟਾਂ 9000 ਇੱਟ ਹੈਗੀ ਠੀਕ ਹੈ 9000 ਇੱਟ ਲਿਖ ਬਈ ਇਹ ਕਿਉਂਕਿ ਜਿਹੜੀ ਮੇਰੀ ਵੀ ਬਣੀ ਹੋਈ ਹੈ ਤਾਂ ਇਹ ਉਹਦੇ ਰੁਪਏ ਚੱਲ ਰਹੇ ਨੇ ਜੋ ਮੈਨੂੰ ਐਂ ਤਾਂ ਪਤਾ ਲੱਗ ਜੂ ਤੇ ਇੰਨੇ ਰੁਪਏ ਲੱਗੇ ਵੀ ਟੋਟਲ ਕਿੰਨਾ ਬਣਿਆਗਾ ਤਾਂ 9000 ਇੱਟ ਤੋਂ 9000 ਇੱਟ 44100 ਰੁਪਏ ਦੀ ਤੇ ਰਾਧਾ ਕ੍ਰਿਸ਼ਨ ਸਮਿੰਟਾਂ ਦੇ ਟਾਇਰ ਫੈਕਟਰੀ ਤੋਂ 59702 ਰੁਪਏ ਦਾ ਸਮਿੰਟ ਰਾਧਾ ਕ੍ਰਿਸ਼ਨ ਸਮਿੰਟਾਂ ਤੋਂ ਫਿਰ 40702 ਦਾ ਸਮਿੰਟ 59000 ਹੈ ਇੱਟ ਹੋਣੀ ਜੀ ਨਹੀਂ 40 ਹੈ 49 ਹੈ 59702 1.5 ਲੱਖ ਦਾ ਸਮਿੰਟ ਪਏਗਾ ਉੱਥੇ ਬੜਾ ਕੁਛ ਨਹੀਂ ਦੇਣਾ 702 ਵਾਰ ਹੈਗਾ 702 ਤਿੰਨ ਵਾਰੀ ਹੈ 4 ਵਾਰੀ ਹੈ ਇੱਟ ਦਾ ਕਿੰਨਾ 702 4 ਵਾਰੀ ਆ ਇੱਕ ਮਿੰਟ 4 ਵਾਰੀ ਹੈ ਸੀਮੈਂਟ ਦੀ ਹੈ ਇੰਟਰਲੌਕ ਵਾਲੀ ਹੈ ਭਈਆ ਇੰਟਰਲੌਕ ਵਾਲੀ ਹੈ ਰਾਧਾ ਕ੍ਰਿਸ਼ਨ ਟਾਇਲ ਲੱਗੀ ਉਹ ਯਾਰ ਇਹ ਸਾਰੀ ਟਾਇਲ ਲਿਖਣਾ ਬਸ ਸਰ ਗਿਆ ਲਿਖਣਾ ਇਹ ਤੋਂ ਬਾਅਦ ਜੈ ਦੁਰਗਾ ਆ ਗਈ 18001 ਰੁਪਏ ਠੀਕ ਹੈ ਫਿਰ ਮਾਸਟਰ ਦੇ ਨਿਕਲਿਆ 57222 ਰੁਪਏ ਫਿਰ ਨਿਕਲਿਆ ਹੋਗਾ 27916 ਰੁਪਏ ਮਾਸਟਰ ਦੇ ਠੀਕ ਹੈ ਗੱਲ ਹਰਿੰਦਰ ਵਾਲੀ ਗਲੀ ਦਾ ਨਿਕਲਿਆ ਖੜ ਜਾ ਇੱਕ ਮਿੰਟ ਮੈਨੂੰ ਐ ਨਹੀਂ ਪਤਾ ਹੈਗਾ ਇਹ ਉਹਦੇ ਵਿੱਚ ਹੀ ਆ ਗਈ ਸਾਰੀ ਠੀਕ ਹੈ ਇਹ ਮਾਸਟਰ ਲਿਖੇ ਮੜਾ 3 ਐਂਟਰੀ ਲਿਖ ਆ ਇਹਨਾਂ ਦਾ ਨਿਕੜਾ ਆਇਆ ਯਾਰ ਬਸ ਆ ਮਨਰੇਗਾ ਦਾ ਹਰਿੰਦਰ ਵਾਲੀ ਗਲੀ ਦਾ ਵੀ ਨਹੀਂ ਮਿਲਿਆ ਕੁਛ ਵਾਲੀ ਆਊਗੀ ਦੁਬਾਰਾ ਇਹਦੇ ਨਾਲ ਨਹੀਂ ਯਾਰ ਕੋਈ ਗੱਲ ਨਹੀਂ 25 11 ਨੂੰ 3,27,773 ਰੁਪਏ ਰੋਜ਼ ਇਨਕੇ ਪੰਚਾਇਤ ਦੇ ਵੱਧ ਚੱਲ ਗਏ ਠੀਕ ਹੈ ਉਹ ਤਾਂ ਐਕਸਿਸ ਹੀ ਆ ਰਿਹਾ ਹੈ ਵੱਡੇ ਪ੍ਰੋਜੈਕਟ ਲਾਣੇ ਨੇ ਇੱਕ 3/12 ਦਾ ਐਕਸਿਸ ਬੈਂਕ ਦਾ ਫੇਰ ਵਿਆਜ ਆ ਰਿਹਾ ਹੈਗਾ 2960 ਰੁਪਏ ਇਹ ਲਾਜ਼ਮੀ ਲਿਖੋ ਤੇ ਉਸ ਤੋਂ ਬਾਅਦ ਆਪਣਾ ਲੈਸਨ ਪੰਚਾਇਤ ਨੂੰ ਜਿਹੜਾ ਤੁਸੀਂ ਦੇਣੇ ਦੀ 1 ਮਿੰਟ ਯਾਰ 3,24,813 ਰੁਪਏ ਬਾਕੀ ਰਹਿ ਗਏ ਠੀਕ ਆ ਸਰੂਪ ਚੰਦ ਹਰੀਦੇਵ ਸਨਾਮ ਕੀ ਹੈ ਨਾ ਸਨਾਮ ਇਹ ਪਤਾ ਨਹੀਂ ਕਾਹਦਾ ਕੋਈ ਕੀ ਨਾ ਪੜਾ ਸਰਪੰਚ ਦੱਸੋ ਇਹ ਕੀ ਹੈ ਇਹਨੂੰ ਪਤਾ ਨਹੀਂ 16,470 ਰੁਪਏ ਆ ਦੇਖੋ ਲਿਖਿਆ ਹੋਊਗਾ ਸਾਈਨ ਹੈ ਚਲ ਕੋਈ ਨਾ ਆਪਾਂ ਬਾਅਦ ਕਰ ਲਾਂਗੇ ਕੋਈ ਨਾ ਬਾਅਦ ਕਰ ਲਾਂਗੇ ਬਿੱਲ ਪਾਇਆ ਹੋਊਗਾ 1 ਮਿੰਟ ਬਾਈ ਉਸ ਤੋਂ ਬਾਅਦ ਆਪਣਾ ਲਵੇ HDFC ਦਾ ਫਿਰ ਵਿਆਜ ਆ ਗਿਆ 3,055 ਰੁਪਏ ਠੀਕ ਹੈ ਤੇ ਜਿਹੜੀ ਆਪਣੀ ਬਾਕੀ ਰਕਮ ਦੇਣੀ ਰਹਿ ਗਈ 3,08,338 3,08,338 ਰੁਪਏ ਰਹਿ ਗਈ ਠੀਕ ਹੈ ਗੱਲ ਉਸ ਤੋਂ ਬਾਅਦ 14ਵੇਂ ਦੀ ਫੇਰ ਗ੍ਰਾਂਟ ਆਈ ਹੈਗੀ 3,40,955 ਰੁਪਏ ਫੇਰ ਗ੍ਰਾਂਟ ਆ ਗਈ ਠੀਕ ਹੈ PDPO ਸਨਾਮ ਗ੍ਰਾਂਟ RDF ਉਸ ਤੋਂ ਬਾਅਦ RDF ਫੰਡ ਆਇਆ 94,000 ਰੁਪਇਆ 1 ਮਿੰਟ ਇਹ ਟੋਟਲ ਆਪਣੇ ਲਈ ਗ੍ਰਾਂਟ ਆ ਗਈ
4,38,010 ਰੁਪਏ ਤੇ ਆਪਾਂ ਨੇ ਦੇਣਾ ਦੀ 3,08,338 ਰੁਪਏ। ਬਾਕੀ ਆਪਣੇ ਲਈ ਰਹਿ ਗਿਆ 1,29,612 ਰੁਪਏ ਰਹਿ ਗਏ। ਤੇ ਇੱਕ ਸਰੂਪ ਚੰਦ ਹਰੀਦੇਵ ਦਾ ਕੋਈ ਹੋਰ ਖਰਚਾ ਪਾਇਆ ਫਿਰ 3246 ਰੁਪਏ। ਬਾਕੀ ਆ ਰਹਿ ਗਏ ਇਧਰ ਲਿਖ ਰਹੇ ਨੇ ਬਾਅਦ ਹਿਸਾਬ ਬਤਾਓ ਕਿੰਨਾ ਖਰਚ ਨਿਕਲ ਗਿਆ ਕਿ ਕਿੰਨਾ 1/3/2020 ਨੂੰ ਭਾਈ ਹਜੇ ਤਾਂ ਰਹਿੰਦੀ ਆ, ਹਜੇ ਸੁਣ ਲਓ, ਪਹਿਲੀ ਪੁੱਠੇ ਰਸਤਾ ਕਰੇ ਜਾਂਦੇ ਹੋ। ਖਰਚਾ ਹਕਾ ਚੁੱਪ ਕਰੇ ਬੋਲ ਇੱਕ ਮਿੰਟ ਯਾਰ ਬਾਅਦ ਚ ਕਰਾਇਆ ਜਾਵੇ। ਬੰਦ ਕਰ ਲੈ ਬੰਦ ਕਰ ਲੈ। 31/3/2020 ਨੂੰ ਫਿਰ ਵਿਆਜ ਆ ਰਿਹਾ ਐਕਸਿਸ ਬੈਂਕ ਦਾ 2579 ਰੁਪਏ। ਠੀਕ ਹੈ ਗੱਲ। ਟੋਟਲ ਆਪਣੇ ਲਵੇ 1,29,005 ਰੁਪਏ ਹੋ ਗਏ। ਇਹ ਤਾਂ ਆਹੀ ਹੈ ਐਂਟਰੀ ਪੈਨਸ਼ਨ ਵਾਲਾ। 1 ਤਰੀਕ ਚੌਥਾ ਮਹੀਨਾ 2020 ਨੂੰ ਆਪਣੇ ਲਵੇ 1,29,005 ਰੁਪਏ ਨੇ। ਠੀਕ ਹੈ ਗੱਲ। HDFC ਦਾ ਵਿਆਜ ਆ ਗਿਆ 1468 ਰੁਪਏ ਤੇ ਉਸ ਤੋਂ ਬਾਅਦ ਆਪਣੇ ਲਵੇ ਆ ਗਿਆ 14ਵੇਂ ਦਾ ਫਿਰ ਆ ਗਿਆ 3,93,944 ਰੁਪਏ। 93,944 ਰੁਪਏ। ਟੋਟਲ ਆਪਣੇ ਲਵੇ 5,24,417 ਹੋ ਗਏ। 14ਵੇਂ ਦਾ ਸਟਾਪ ਕਰ ਲੈ ਕਿ ਚੱਲਣਾ ਨਾ 417 ਹੀ ਆਪਣੇ ਬੁਲਾਇਆ ਉਹਦੇ। ਉਸ ਤੋਂ ਬਾਅਦ 1/6 ਨੂੰ ਪਿਛਲੀ ਬਾਕੀ ਆਪਣੇ 5,24,417 ਬਾਕੀ ਸੀਗੇ। ਇਹ BDPO ਤਨਖਾਹ ਸਫਾਈ ਸੇਵਕ ਵਾਸਤੇ ਆਈ ਸੇਵਾਦਾਰ ਵਾਸਤੇ 300 ਰੁਪਏ ਹਨਾ ਇਕੱਠੇ ਹੋਏ। ਨਹੀਂ ਆਈ ਹੋਈ ਆ ਇੱਧਰ ਆਈ ਹੋਈ ਇੱਧਰ ਕੱਟੇ। ਫਿਰ ਐਕਸਿਸ ਦਾ ਵਿਆਜ ਆ ਗਿਆ। ਫਿਰ ਐਕਸਿਸ ਦਾ ਫਿਰ ਵਿਆਜ ਆ ਗਿਆ ਆਪਣੇ ਲਈ 30/6 ਨੂੰ 4711 ਰੁਪਏ। 30/6 ਨੂੰ ਵਿਆਜ ਪਰ ਮਾਨ ਨਹੀਂ ਕਿ ਵਿਆਜ ਬਿੱਲਾ ਦੀ ਪੋਰੇ 5,29,000 ਵਿਆਜ ਮਾਰ ਖਾਂਦੇ ਵਿਆਜ ਮਾਰੀ ਖਾਂਦੇ ਗਰਾਂਟਾਂ ਲੱਗ ਰਹੀਆਂ ਮੇਰੇ ਦਾ ਖਰਚਾ ਨਿਕਲੂ ਵਿਆਜ ਚ। ਹਾਂ ਪ੍ਰਜੀ ਦਾ ਫਿਰ ਕਰ ਦਾਂਗੇ। ਤਾਂ ਹੀ ਕਰਦੇ ਹੋ ਕਿ ਕਢਾਉਂਦਾ ਅਗਲਾ 428 ਰੁਪਏ ਦੀ ਹੈ। ਠੀਕ ਹੈ ਗੱਲ। ਤੇ HDFC ਦਾ ਵਿਆਜ ਆ ਗਿਆ 999 ਰੁਪਏ ਤੇ 14ਵੇਂ ਦੀ ਫਿਰ ਗ੍ਰਾਂਟ ਆ ਗਈ 7,86,236 ਰੁਪਏ। ਫਿਰ ਗ੍ਰਾਂਟ ਆ ਗਈ 7,86,000 ਵਿਆਜ ਆ ਗਿਆ 999 ਰੁਪਏ ਹੋ ਗਏ। 999 ਇੰਟਰਸਟ 7,86,236 ਰੁਪਏ ਵਿਆਜ ਗ੍ਰਾਂਟ 14ਵੇਂ ਦੀ। 786 ਗ੍ਰਾਂਟ 14ਵੇਂ ਦੀ ਕਿੰਨੀ ਹੋਇਆ ਇਹ ਪਤਾ ਨਹੀਂ 24/7/2020 ਨੂੰ ਫਿਰ 14ਵੇਂ ਗ੍ਰਾਂਟ ਆਈ ਹੈਗੀ 41,063 ਰੁਪਏ। ਇਹਨੂੰ ਇਹ ਨਾਲ ਹੀ ਲਿਖ ਲੈ ਦੇ 4763 14ਵੇਂ ਦੀ ਹੈ 14ਵੀਂ ਆ ਰਹੀ ਹੈ ਗ੍ਰਾਂਟ ਯਾਰ ਕੁਛ ਨਹੀਂ ਹੈ ਗ੍ਰਾਂਟ ਨਹੀਂ। ਠੀਕ ਹੈ। ਉਸ ਤੋਂ ਬਾਅਦ ਆਪਣੇ ਲਵੇ 13,57,726 ਰੁਪਏ ਹੋ ਗਏ ਇਹ 24/7/2020 ਨੂੰ। 24/7/20 ਨੂੰ 13,57,726 726 1/9/2020 ਨੂੰ 13,57,926 ਰੁਪਏ ਉਹਨੇ ਬਾਕੀ ਦੀ HDFC ਦਾ ਤੇ ਐਕਸਿਸ ਬੈਂਕ ਦੀ ਇਹਦਾ ਠੀਕ ਹੈ ਵਾਪਸ ਚਾਰਜ ਹੈ ਨਾ ਕੋਈ ਪੈਸੇ ਆਏ ਹੋਣੇ ਖਰਚਾ ਲਿਖ ਲੈ। ਨਹੀਂ ਇੱਕ ਮਿੰਟ ਕੱਟੇ ਹੋਏ ਨੇ ਇਹਦਾ ਆਏ ਹੋਏ ਨੇ ਵੀਰੇ ਪਲੱਸ ਹੈ ਇੱਧਰ ਕੱਟਣਗੇ 118 ਰੁਪਏ ਚ ਫੇਰ ਆਇਆ ਕੋਈ ਇੰਟਰਸਟ ਵਗੈਰਾ। 30/9/2020 ਨੂੰ ਐਕਸਿਸ ਬੈਂਕ ਦਾ ਫੇਰ ਵਿਆਜ ਆਇਆ 10,700। ਖਾਤਾ ਨਹੀਂ ਪਤਾ ਉਹਨੇ ਐਕਸਿਸ ਬੈਂਕ ਦਾ। ਐਕਸਿਸ ਬੈਂਕ ਦਾ ਖਾਤਾ ਹੈ ਨਹੀਂ ਪਤਾ ਨਹੀਂ ਪੈਸੇ ਆਈ ਜਾਂਦੇ ਨੇ ਜਿਹੜੇ ਖਾਤਾ 10,000 ਵਿਆਜ ਆ ਰਿਹਾ ਹੈ। ਇੱਕ ਮਿੰਟ ਵਾਲਾ 9 ਨੂੰ 20 ਚੱਲ ਰਹੀ ਹੈ ਹਾਂ ਠੀਕ ਹੈ। ਫਿਰ ਵਿਆਜ ਆ ਗਿਆ 1/10 ਨੂੰ ਆਪਣੇ 13,68,544 ਰੁਪਏ ਦੀ। ਇਹ 'ਚ HDFC ਦਾ ਇੰਟਰਸਟ ਆ ਗਿਆ 947 ਰੁਪਏ। 30/10/2020 ਨੂੰ ਆਪਣੇ ਲਵੇ 15ਵੇਂ ਦੀ ਗ੍ਰਾਂਟ ਆਈ ਹੈ 15ਵੇਂ ਦੀ ਗ੍ਰਾਂਟ ਆਈ ਹੈਗੀ 4,84,018 ਰੁਪਏ 4,84,418 ਰੁਪਏ। ਇਹ ਆਪਣੇ ਲਵੇ 1 ਮਿੰਟ ਯਾਰ ਮੱਖਣਾ ਫਿਰ ਮੈਂ ਦੱਸਦਾ ਗੱਲ। ਇਹ ਤਾਂ 15ਵੇਂ ਦੀ ਗ੍ਰਾਂਟ ਆਈ ਹੈ ਆਪਣੇ ਲਵੇ 30 ਤਰੀਕ 10ਵੇਂ ਮਹੀਨੇ 2020 ਨੂੰ। ਉਹ ਆਪਾਂ ਨੇ ਅੱਜ ਤੱਕ ਨਹੀਂ ਵਰਤੀ ਗ੍ਰਾਂਟ 15ਵੇਂ ਦੇ ਤੱਕ ਖੁੱਲਿਆ ਨਹੀਂਗਾ ਉਹ। ਸੈਕਟਰੀ ਸਾਹਿਬ ਆਈਆਂਗਾ 15ਵੇਂ ਆਪਣੇ ਗ੍ਰਾਂਟ ਕੋਈ ਯੂਜ਼ ਤਾਂ ਨਹੀਂ ਕਰੀ। ਇੱਕ ਮਿੰਟ ਇਹ 30 ਤਰੀਕ 10ਵਾਂ ਮਹੀਨਾ 2020 4,84,018 ਰੁਪਏ ਗ੍ਰਾਂਟ ਆਈ ਦੀ ਆਪਾਂ ਨੇ ਅਜੇ ਤੱਕ ਯੂਜ਼ ਨਹੀਂ ਕਰੇ। 2 ਸਾਲ ਹੋ ਗਏ 15 ਹਾਂ ਪਤਾ ਵੀ ਨਹੀਂ ਕਿਸੇ ਨੂੰ। ਮੈਨੂੰ ਪਤਾ ਜੀ ਭਾਈ ਇਹ 1 ਮਿੰਟ ਹੋਰ ਸੁਣ ਗੱਲ ਖੜ ਜਾ ਗੱਲ 4,509 ਰੁਪਏ ਆਪਣੇ ਇਕੱਠੇ ਹੋ ਗਏ 30/10/2020 ਨੂੰ। ਠੀਕ ਹੈ। ਇਹ ਕੰਮ ਚੱਲਿਆ ਨਹੀਂ ਕੋਈ ਪਿੰਡ 'ਚ। 9 ਤਰੀਕ 11ਵਾਂ ਮਹੀਨਾ ਇਹਦੇ 'ਚ
18,53,509 रुपया अपने 9 महीने 11 तरीक ਨੂੰ ਹੈ ਉਹੀ ਹੈਗਾ ਤੇ 83,121 रुपये फिर कोई इंटरेस्ट वगैरह आएगा नहीं BDPO आया भी ये नहीं सेवादार वास्ते आया BDPO कितने पैसे आने 83,121 रुपये ਸੇਵਾਦਾਰ ਵਾਸਤੇ 8301 ਰੁਪਏ ਆਏ ਨੇ 8000 ਰੁਪਏ 8000 ਨਾਲ नहीं 13ਵਾਂ ਵਿੱਤ ਕਮਿਸ਼ਨ ਨਹੀਂ ਉਹ ਨਹੀਂ ਯਾਰ ਖੜ ਜਾ ਸੇਵਾਦਾਰ ਦਾ ਮਤਲਬ 61,830 रुपये अपने लोग हो गए टोटल जरा वीडियो बंद करा दे यार कानून का तो करिए ना वीडियो तो नहीं हो रही है ना वीडियो का कमाल करी जाना है पता लग किथे की तुसा एक कर किया जा 1 तरीक 12वां महीना 2020 ਨੂੰ ਪਿਛਲਾ ਬਕਾਇਆ ਆਪਣੇ 18,61,830 ਰੁਪਏ ਦੀ HDFC ਦਾ ਵਿਆਜ ਆ ਰਿਹਾ 2498 ਰੁਪਏ ਐਕਸਿਸ ਦਾ ਵਿਆਜ ਆ ਰਿਹਾ 10,857 ਰੁਪਏ ਇਹ HDFC ਦਾ ਇਹਦਾ ਆਪਾਂ ਨੂੰ ਪਤਾ ਕਰਦਾ ਐਕਸਿਸ ਦਾ ਵਿਆਜ 10,000 ਹਾਂ ਟੋਟਲ ਆਪਣੇ ਲਵੇ 18,000 एक मिनट यार भाई हमें एक मिनट यार टोटल 18,75,185 रुपये अपने लगे हो गए 30/12/2020 ਨੂੰ हाँ तो उस बाद अपने लगे 1 तरीक पहला महीना 21/2021 18,75,185 रुपये पिछले ने HDFC का ब्याज है 990 रुपये तो फिर ग्रांट है 14वें की 17,32,492 रुपये बोली ना मन 17,32,492 रुपये अपने ग्रांट आई है 14वें की 82 नहीं ठीक है टोटल अपने लगे 36,14,667 रुपये हो गए 11 तरीक पहला महीना 2021 ਨੂੰ ਕੰਮ ਅਜੇ ਚੱਲਿਆ ਨਹੀਂ ਖੜ ਜਾ ਪਰ ਪਤਾ ਤਾਂ ਲੱਗੇ ਸਾਰਾ ਕੁਝ ਕੀ ਗੱਲ ਮੈਨੂੰ ਕਿਹੜਾ ਹਰੇ ਕੱਲਾ ਕਹਿੰਦਾ ਪੰਚਾਇਤ ਹੈ ਪਹਿਲਾ 1 ਤਰੀਕ ਦੂਜਾ ਮਹੀਨਾ 2021 36,14,667 ਰੁਪਏ ਆਪਣੇ ਬਕਾਇਆ ਸੀ HDFC ਦਾ ਵਿਆਜ ਹੈ ਆਪਾਂ ਨੂੰ 2498 ਰੁਪਏ ਤੇ ਪੰਚਾਇਤ ਪੇਮੈਂਟ ਸੀ ਇਹ ਕੀ ਹੁੰਦੀ ਹੈਗੀ ਸੀ ਉਹ ਜ਼ਿਲ੍ਹਾ ਪ੍ਰੀਸ਼ਦ ਸੈਕਟਰੀ ਸਾਹਿਬ ਨੂੰ ਪੁੱਛੋ ਇਹ 15ਵਾਂ ਆਏਗਾ 6323 रुपये फिर आया हाँ ग्रांट लिख ला टोटल अपने लगे 16 तरीक दूजा महीना 2021 ਨੂੰ 36,23,488 रुपये हो गए 1 तरीक तीजा महीना 2021 ਨੂੰ 36,23,488 रुपये अपने हैगे थे उस बाद फिर अपनी 14वीं ग्रांट आ गई 2,23,485 रुपये 1 मिनट 400 बट रेता 1 मिनट नहीं 300 बट रेता 220 बट रेता ਹੁਣ ਕੱਲੀ ਕੱਲੀ ਚੀਜ਼ ਲਿਖਾਂਗੇ ਤਾਂ 5,000 ਉਹ ਕੈਲਕੂਲੇਸ਼ਨ ਕਰਨੀ ਜੀ ਹਲੇਗਾ ਬਦਲੇਗਾ 10% ਡੋਰ ਲਿਖਾ ਜਾਊ 3,59,715 रुपये 34,515 ਟਾਈਲ ਦੇ ਫਿਰ ਪਾਏ ਹੋਏ ਨੇ ਅਰੇ ਇਹਦੇ ਥੱਲੇ ਪਾਉਣ ਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ ਪੈਸੇ ਫੈਕਟਰੀ ਬਚੋ 1 ਰੁਪਏ ਨੇਗੇ ਤੇ 48,000 ਫਿਰ 252 ਰੁਪਏ ਇੱਕ ਨੇ 26,400 ਰੁਪਏ ਫਿਰ ਇਹ ਦੋ ਮੋਟਰਾਂ ਦੇ ਖਰਚਾ ਹੈ ਟੋਟਲ ਕਿੰਨਾ 1,20,000 ਹੈ ਕਿੰਨਾ 1,20,000 ਰੁਪਏ ਹਾਂ ਇਹ ਦੋ ਮੋਟਰਾਂ ਦਾ ਹੈਗਾ 60,000 ਦੇ ਆਸ-ਪਾਸ ਪੈਂਦਾ ਮੋਟਰ ਦਾ ਲਿਖ ਲਿਆ ਭਾਈ ਮੋਟਰ ਦਾ ਟੋਟਲ ਲੱਗਿਆ 26,000 ਇੱਕ ਭਾਈ ਤੁਹਾਡੇ ਮਾਸਟਰ ਕੋਲ ਫੇਰ ਆ ਗਏ ਨਰੇਗਾ ਦੇ ਮਾਸਟਰ ਮਿਸਤਰੀ ਮਜ਼ਦੂਰ ਗਲੀਆਂ ਵਾਲੇ ਵਾਸਤੇ 22,981 ਰੁਪਏ ਇੱਕ ਲੇਬਰ ਚੈੱਕ ਦੇਖ ਲੈਂਦੇ ਉਹ ਵੀ ਦੇਖਣਾ ਪਹਿਲਾਂ ਲੇਬਰ 70 ਰੁਪਏ ਬਕਾਇਆ ਰਹਿ ਗਿਆ ਵਿਆਜ ਹੀ ਵਧਦਾ ਹੀ ਜਾਂਦਾ ਅੱਗ ਲੱਗੀ ਗਈ ਇਹਨਾਂ ਨੂੰ 3,000 ਇੰਟਰਲੌਕ ਪੜਿਆ ਗਿਆ ਉਹਨੂੰ ਕੱਟਣਗੇ ਮੜ ਜੇ ਪਹਿਲਾਂ ਭੰਗੀ ਲੱਗਦੀ ਸੀ ਗਰਮੀ ਨਹੀਂ ਦੇਖੀ ਸਰਦੀ ਨਹੀਂ ਦੇਖੀ ਬਚਾ ਲਓ ਉਹਦੇ ਪਿੰਡ ਵਿੱਚ ਬਚਾਉਣਾ 29,20,944 ਰੁਪਏ 1/4/2021 ਨੂੰ ਰਹਿੰਦੇ ਆਪਣੇ ਲਵੇ ਤੇ ਉਸ ਤੋਂ ਬਾਅਦ HDFC ਦਾ ਫਿਰ ਇੰਟਰਸਟ ਆਇਆ 36 1 ਮਿੰਟ ਜੀ 3622 ਰੁਪਏ ਫਿਰ ਇੰਟਰਸਟ ਆਇਆ ਇੱਕ HDFC ਦੇ ਆਪਣੇ ਦੋ ਅਕਾਊਂਟ ਨੇਗੇ ਨਾ ਇੱਕ ਹੀ ਇਹਦਾ 15ਵਾਂ ਆਇਆ ਗ੍ਰਾਂਟ ਆਇਆ ਇਹਦਾ 15ਵੀਂ ਗ੍ਰਾਂਟ ਆ ਬਈ 3622 ਰੁਪਏ
ਤੇ HDFC ਦਾ ਵਿਆਜ ਹੈਗਾ 912 ਰੁਪਏ। ਇੱਕ 14ਵੇਂ ਦਾ 3966 ਰੁਪਏ ਗ੍ਰਾਂਟ। ਇੰਨੀ ਗ੍ਰਾਂਟ ਦਾ ਪਹੁੰਚ ਗਿਆ ਕੋਈ ਤਾਂ ਜਿਵੇਂ ਹੋਈ ਦੂਗਾ 3966 ਲਿਖ ਲਓ ਜੀ। ਸੈਕਟਰੀ ਸਾਹਿਬ 3966 ਰੁਪਏ ਗ੍ਰਾਂਟ ਕਿਵੇਂ ਤਾਲ ਨਹੀਂ ਉਹ 29,29,444 ਰੁਪਏ ਟੋਟਲ ਕਰ ਲਓ। 12,225 ਰੁਪਏ ਫਿਰ ਮਾਸਟਰ ਮਾੜਾ ਜ਼ੋਰ ਨਾਲ ਬੋਲ ਪਿਆ ਕਰੋ। ਹਾਂ ਸੀ ਗੱਲ ਲੱਗ ਰਹੀ ਉੱਚੀ ਲੱਗ ਰਿਹਾ। ਪਾਣੀ ਮੰਗਾਇਆ, ਪਾਣੀ ਫੜ ਕੇ ਆਇਆ ਸੀ ਹਲਦੀ ਵਿੱਚ ਮਾਸਟਰ ਮਿਸਤਰੀ ਮਜ਼ਦੂਰ ਸਕੂਲ ਚ ਬਾਥਰੂਮਾਂ ਵਾਸਤੇ ਬਣਾਈ ਲੇਬਰ 40,715 ਰੁਪਏ ਉਹਨਾਂ ਦੀ ਲੇਬਰ ਭੁੱਲ ਆਉਂਦਾ ਰਹੇਗਾ ਹੁੰਦਾ। ਕੈਂਪਰ ਭਰ ਲਿਆ 40,715 ਇੱਕ ਆਪਣੇ ਲਵੇ ਰਿਕਸ਼ਾ ਰੇੜੀ ਲੈਤੀ ਇਹਦੇ ਵਾਸਤੇ ਆਪਣੇ ਪੰਚਾਇਤ ਵਾਸਤੇ 10,500 ਦੀ ਟੋਟ ਬਾਈ ਵਾਸਤੇ ਉਹ ਆਪਣੇ ਸਰਪੰਚ ਲਵੇ ਹੈਗੀ ਰੇੜੀ ਆਪਣੀ ਪੰਚਾਇਤ ਤੋਂ ਲੈਤੀ ਹੋਈ ਇੱਕ 10,500 ਦੀ ਉਹਦਾ ਜ਼ਰੂਰੀ ਸੀਗੀ। ਰੇੜੀ ਕਿੱਥੇ ਆ ਕਦੋਂ ਦੀ ਲੱਤੀ ਹੈਗੀ ਉਹ ਰੇੜੀ ਗੱਗੇ ਟੱਠ ਨੂੰ ਚੱਕ ਕੇ ਲਿਆ ਕਰੂਗੀ। ਇੱਕ ਮਾਸਟਰ ਰੋਡ ਮਜ਼ਦੂਰਾਂ ਸਕੂਲ ਰੰਗ ਰੋਗਨ ਲਈ 82,365 ਰੁਪਏ ਉਹਦੀ ਲੇਬਰ ਹੈ ਜਿਹੜਾ ਲੇਬਰ ਲੈ ਰਹੇ ਸਕੂਲ ਲੇਬਰ ਮਾਸਟਰ ਜੀ ਤੁਸੀਂ ਕੀ ਹੱਸੀ ਜਾਂਦੇ ਹੋ? ਤੁਹਾਡਾ ਨਹੀਂ ਮੇਰੇ ਕੋਲ ਬਣਦਾ। ਟੋਟਲ 4,87,149 ਰੁਪਏ। ਇੱਕ ਮਿੰਟ ਦਾ ਸਾਰਾ ਨਾ ਬਣ ਰਿਹਾ ਰੋਲਾ ਕਿਉਂ ਪਾਉਣਾ? 4,87,000 ਨਾ ਇਹ ਨਾ ਇਹ ਗੱਲ ਨਾ ਹੋ ਰਿਹਾ ਐ ਤਾਂ ਕਿ ਲੱਲਾ ਲਾ ਦੇਖ ਪਹਿਲਾਂ ਉਹਨਾਂ ਨੇ ਤਾਂ ਲੱਲਾ ਲਾ ਮੈਂ ਲੱਲਾ ਲਾ ਮੈਂ ਤਾਂ ਕੀ ਕਰਿਆ ਓਏ ਚੁੱਪ ਕਰ ਜਾ ਜਦੋਂ ਸਾਹਮਣੇ ਉਹੀ ਗੱਲ ਆ ਉਹਨੇ ਸਹੀ ਹੋਊਗਾ ਸਾਹਮਣੇ ਆਜੂ ਨਾ ਸਾਹਮਣੇ ਆਜੂ ਸਾਰੀਆਂ ਗਲੀਆਂ ਪੱਕੀਆਂ ਹੋ ਗਈਆਂ ਤਾਂ ਚੁੱਪ ਤੁਸੀਂ ਕਾਹਨੂੰ ਜਵਾਬ ਜਿਹੜੇ ਐਕਸਿਸ ਦਾ HDFC ਨਹੀਂ ਹੈਗੀ ਇੱਕ ਪੰਜਾਬ ਸਿੰਧ ਦੀ ਨਹੀਂ ਹੈਗੀ ਉਹਨਾਂ ਚ ਪੈਸੇ ਨਹੀਂ ਹੈਗਾ ਕੋਈ 7 ਲੱਖ ਤੱਕ ਗਿਆ ਹੋਇਆ ਫਿਰ ਉਹੀ ਗੱਲ ਕਰਦਾ ਕਿੱਧਰ ਭਾਗੀਆਂ 7 ਲੱਖ ਰੁਪਏ ਦਾ ਚੈੱਕ ਦਮਨ ਉਹ ਆਪਣੀ ਪੰਚਾਇਤ ਬਣੀ ਉਹਦੀ ਫੋਟੋ ਕਾਪੀ ਉਹਨੇ ਭੇਜਤੀ ਪੁਰਾਣੀ ਪੰਚਾਇਤ ਦੀ ਭਰੀ ਪਈ ਹੈ ਕਾਪੀ ਉਹ ਕਹਿੰਦਾ ਮੇਰੀ ਗੱਲ ਸੁਣ ਚੱਲ ਬਾਅਦ ਚ ਕਰਾਂਗੇ ਤੇ ਵਿਆਜ 10,000 ਆ ਰਿਹਾ ਟੋਟਲ ਬਾਕੀ ਆਪਣਾ ਰਹਿ ਗਿਆ 24,42,295 ਰੁਪਏ ਠੀਕ ਹੈ। ਇਹ ਆਪਣੇ ਲਵੇ 19/4 ਤੱਕ ਰਹਿੰਦਾ ਬਾਕੀ 19/4 ਉਸ ਤੋਂ ਬਾਅਦ ਆਪਣੇ ਲਵੇ ਪੁਰਾਣੀ ਪੰਚਾਇਤ ਨੇ ਦੇਣੀ ਤੇ ਵੀ ਜਾ ਇੱਕ ਮਿੰਟ ਤੁਸੀਂ ਮੰਗਦੇ ਹੋ ਤਾਂ ਉਹਨੇ ਲੱਗੀ 1888 ਰੁਪਏ ਫੇਰ ਮਾਰ ਮੰਗੋਗੇ ਤਾਂ ਉਹਨੇ ਵੀ ਨਹੀਂ ਲੱਗੀਗਾ ਹਾਂ ਨਵੀਂ ਕਢਾ ਲੈ ਹਾਂ ਉਹ ਨਵੀਂ ਰਖੜ ਜੀ ਤੁਸੀਂ ਮੰਗੋ ਆਪਣੇ ਬਕਾਈ ਰਹਿ ਗਿਆ 23,55,177 ਰੁਪਏ ਰਹਿ ਗਏ 20/5 ਨੂੰ 87,118 ਰੁਪਏ ਖਰਚ ਆ ਗਿਆ। ਇਹ ਤਾਂ ਕੋਈ ਗੱਲ ਨਹੀਂ ਕੋਲ ਮਾਸਟਰ ਖਰਚ ਕਰ ਆ ਬੈਠੇ ਨੇ ਉਹਦੇ ਪਾਰਟ ਦੇ 23,55,177 ਕਿਸੇ ਬੰਦੇ ਦੇ ਹੈਗੇ ਨੇ ਨਾ ਹੁਣ ਤਾਂ ਗਾਣੇ ਪਿਆਰ ਨੂੰ ਅਸੀਂ ਹੈਗੇ ਤੇ ਇਹ ਤਾਂ ਕੱਢ ਕੇ ਮਾਰੇ ਉਹਨੇ ਐ ਕਰਦਾ ਉਹ ਤੇਰੇ ਨਾਲ ਖੜਦਾ ਨਹੀਂ ਉਹ ਤੈਨੂੰ ਦਾਪੀ ਦਿੰਦਾ ਚਲ ਕੋਈ ਗੱਲ ਤਾਂ ਇੱਕ ਮਿੰਟ ਖੜੇ ਯਾਰ ਭਾਵ ਦੇ ਕਰਪੋ ਸਹੀ ਆ ਇੱਕ ਮਿੰਟ ਉਹ ਤੋਂ ਬਾਅਦ ਭਾਈ ਆਪਣੇ ਲਵੇ 1/6/2021 ਨੂੰ 23,55,117 ਰੁਪਏ ਬਾਕੀ ਸੀਗੇ ਠੀਕ ਹੈ। ਤੇ ਇਹ 'ਚ ਫਿਰ ਗ੍ਰਾਂਟ ਆ ਗਈ 2,42,373 ਰੁਪਏ 15ਵੇਂ ਦੀ ਹਾਂ 373 ਰੁਪਏ 15ਵੇਂ ਗ੍ਰਾਂਟ ਆ ਗਈ। ਇਹ ਟੋਟਲ ਆਪਣੇ ਲਈ 25,97,550 ਰੁਪਏ ਹੋ ਗਏ ਠੀਕ ਹੈ। ਮਾਸਟਰ ਰੋਲ ਇਹ ਫਿਰ ਲਿਖੋ ਮਾਸਟਰ ਦਾ ਬੋਲੇ ਲਿਖੇ ਹੋਏ ਨੇ ਮਾਸਟਰ ਰੋਲ ਇਹਦੇ ਵਿੱਚ ਹੁੰਦੇ ਇੱਕ ਮਿੰਟ ਮਾਸਟਰ ਰੋਲ ਮਿਸਤਰੀ ਤੇ ਮਜ਼ਦੂਰ ਗਲੀਆਂ ਨਾਲੀਆਂ ਵਾਸਤੇ 1,63,080 ਰੁਪਏ 1,63,080 ਠੀਕ ਹੈ। ਆਮਨੇ ਇਹਦਾ ਸ਼ੁਰੂ ਤੋਂ ਆਪਾਂ ਨਰੇਗਾ ਵਾਲੇ ਦੇ ਨਾਲ ਖੜਾਉਂਦੇ ਰਹੇ ਹਾਂ 22,45,839 ਰੁਪਏ ਦੀ ਗਈ। ਐਕਸਿਸ ਬੈਂਕ ਦਾ ਵਿਆਜ ਆਇਆ 25,751 ਇੱਕ ਦਾ ਹੈ 4,012 ਤੇ ਇੱਕ ਦਾ ਫਿਰ 12 ਰੁਪਏ। ਇਹ ਐਕਸਿਸ ਬੈਂਕ ਦਾ ਵਿਆਜ ਬਹੁਤ ਬਣ ਰਿਹਾ ਕਾਪੀ ਹੈਗੀ ਹੈ ਜੀ ਐਕਸਿਸ ਬੈਂਕ ਦੀ ਇਹਦਾ ਬਣ ਰਿਹਾ ਵਿਆਜ ਨਾ ਇਹਦਾ 15ਵੇਂ ਦੀ ਮਿੰਟ ਸਾਨੂੰ ਆ ਮਿਸਤਰੀ ਦੇ ਮਜ਼ਦੂਰ ਦੀ ਲੇਬਰ ਹਰਿੰਦਰ ਵਾਲੀ ਗਲੀ ਦੀ 67,115 ਰੁਪਏ ਦੀ ਪਈ। ਕਿਸੇ ਨੂੰ ਨਹੀਂ ਮਿਲੀ ਹੈਗੀ ਮੂੰਹ ਤੇ ਕੋਈ ਨਾ ਬਾਅਦ ਗੱਲ ਪਹਿਲਾਂ ਸੁਣ ਲਓ ਹਾਂ ਦਿਖੀ ਜਾਂਦਾ ਇਹ ਉਦੋਂ ਬਾਅਦ ਮਾਸਟਰ ਮਿਸਤਰੀ ਮਜ਼ਦੂਰ ਸਕੂਲ ਚ ਬਾਥਰੂਮਾਂ ਦੇ
2 ਵਾਰੀ ਆ ਗਿਆ, ਪਹਿਲਾਂ ਹੀ ਬਾਥਰੂਮਾਂ ਦੇ ਆ ਗਈ ਤੇ 17222 ਰੁਪਏ ਫੇਰ ਇਹਦੇ ਲੇਬਰ ਪਈ ਹੋਈ ਹੈ। ਉਹਦਾ ਭਾਈ ਬਾਈ ਚੌਥੀ ਵੀ ਆ। ਚੱਲਦੇ ਕੋਈ ਗੱਲ ਨਹੀਂ। ਕਿੱਥੇ ਖੇਤ ਉਹਦਾ ਭਾਈ ਨਾਲ ਚੌਥੀ 37,076 ਰੁਪਏ ਲੱਗੇ। ਕੁੜੀਆਂ ਦੇ ਕੋਠੀ ਜੀ ਉਹ ਯਾਰ ਉਹਦੇ ਬਾਥਰੂਮ ਦੀ ਲਿਖ ਲਿਆ ਪੇ ਲਿਖ ਲਿਆ ਅਲੱਗ ਲਿਖੇ ਵੀ ਲਿਖ ਪਏ ਆ 37 ਹੈ ਟੂਟੀਆਂ ਬਾਥਰੂਮ ਵਿੱਚ ਲੱਗੀਆਂ ਪੀਣ ਵਾਲੀ ਟੈਂਕੀ ਦੇ ਅਲੱਗ ਲਾ ਲੈ ਇੱਕ ਉੱਥੇ ਪਾਣੀ ਵਾਲੀ ਟੈਂਕੀ ਰੱਖੀ ਦੀ 26,603 ਰੁਪਏ ਨੇਗੇ, ਉਹਦੇ ਲਿਖ ਪਾਣੀ ਵਾਲੇ ਸਕੂਲ ਵਾਸਤੇ। ਗੇਟਵਾਲ ਤੇ ਆਰ ਪਾਣੀ ਵਾਲੀ ਟੈਂਕੀ ਕਿੱਥੇ ਰੱਖੀ ਗਈ? ਇਹ ਵੀ ਟੂਟੀਆਂ ਵਾਲੀ ਹੈਗਾ। ਇੱਕ ਦੇਖ ਗੱਲ ਸੁਣ ਮੇਰੀ। ਕਿਹੜੇ ਪ੍ਰਾਇਮਰੀ ਦੇ ਖੜੇ ਇੱਕ ਮਿੰਟ ਮੇਰੀ ਕਿਹਦੇ ਦਾ ਸਮਾਨਾ ਲਿਖੀ ਹੋਇਆ ਸੇ ਲਿਖ ਲੈ। ਇਹ ਆਇਆ ਕਿ ਹੁਣ ਕੱਲਾ ਉਹਦੀ 37,000 ਇੱਕ ਨਿੱਕੇ ਨਿੱਕੇ ਹੋਰ ਸਮਾਨ ਵੀ ਆਏ ਹੁਣ 37,076 ਰੁਪਏ ਇੱਕ ਟੂਟੀਆਂ ਦਾ ਸਮਾਨ ਆਇਆ ਸਕੂਲ 'ਚ ਤੇ 26,603 ਦਾ ਇੱਕ ਆਇਆ, 17,334 ਦਾ ਇੱਕ ਆਇਆ, 13,866 ਰੁਪਏ ਦਾ ਇੱਕ ਆਇਆ ਸਕੂਲ 'ਚ ਸਮਾਨ ਹੈ। ਲੱਖ ਰੁਪਏ ਪਲੱਸ ਹੋ ਗਿਆ। ਲੱਖ ਰੁਪਏ ਦਾ ਸਮਾਨ ਆ ਗਿਆ। ਹਾਂ ਲੱਖ ਦਾ ਉਧਰ ਲੱਗ ਗਿਆ। ਚੱਲ ਕੋਈ ਨਾ ਬਾਅਦ 17,334 13,866 ਦੋ ਸੀਟਾਂ ਲਵਾਈਆਂ ਨੇ ਇੱਕ ਗੱਲ ਉਹਨਾਂ ਨੇ ਮਹਿੰਗੀ ਠੀਕ ਹੈ ਗੱਲ। ਇਹ ਆਪਣਾ ਹੁਣ ਚੱਲ ਤਾਂ ਬੈਠਣ ਵਾਲੀ ਥੱਲੇ ਵਾਲੀ ਅੱਟਾ ਦੂਜੀ ਵਾਲੀ ਆਪਣੇ ਲਵੇ 1/8/2021 ਨੂੰ 18,66,315 ਰੁਪਏ ਬਾਕੀ ਦੀ। 5/8/2021 ਨੂੰ 15ਵੀਂ ਦੀ ਗ੍ਰਾਂਟ ਆਈ 2,42,373 ਰੁਪਏ। ਦੁਬਾਰੇ ਫੇਰ ਗ੍ਰਾਂਟ ਆਈ 1,43,329 ਰੁਪਏ, ਜਿਹੜਾ 1,43,329 ਰੁਪਏ। ਤੇ ਇਹਦਾ ਆਪਣਾ ICI ਬੈਂਕ ਦਾ ਖਾਤਾ ਹੈਗਾ, ਉਹਦਾ ਵਿਆਜ ਰਕਮ ਹੈ 3,155 ਨਾਲੇ ਰੁਪਏ। ਕਹਿੰਦੇ ਬੰਦ ਹੋ ਰਹੇ ਨੇ ਖਾਤੇ। ਵਿਆਜ ਧਾਰੇ ਕਾਹਨੂੰ ਬੰਦ ਹੋ ਰਹੇ ਨੇ? ਕੁਛ ਨਹੀਂ ਬਾਈ, ਉਹ ਬੰਦ ਕਿਵੇਂ ਹੋਏ ਨੇ? ਸਰਪੰਚ ਜਿਹੜੀ ਕਾਰਵਾਈ ਚੱਲ ਰਹੀ ਬੰਦ ਕਿਵੇਂ ਹੋਣਗੇ? ਟੈਕਸ ਦਾ ਹੋ ਜਾਣਗੇ ਬੰਦ ਉਹ ਜਿਹੜੇ ਆਪਣੇ ਕਾਰਵਾਈ ਦੋਏ ਬੈਂਕਾਂ 'ਚ ਫਿਰ ਵਿਆਜ ਕਿੱਥੋਂ ਆ ਜਾਂਦਾ? ਕਿਹੜੀ ਦਾ? ਇਹਦਾ ਜਿਹੜਾ ਇਹਨਾਂ ਦੇ ਤਾਂ ਹੈਗੇ ਨੇ ਆਪਣੇ ਲਵੇ ICICI ਹਾਂ, ਉਹ ਬੈਂਕ ਦਾ 3,155 ਰੁਪਏ ਵਿਆਜ ਆ ਰਿਹਾਗਾ। ਇਹ ਕਿੱਥੋਂ ਆ ਰਿਹਾਗਾ? ਉਹਦਾ ਕੁਛ ਨਾ ਕੁਛ ਦੇਖ ਤਾਂ ਲਓ। ਉਹਦੇ ਚ ਪੈਸਾ ਪਿਆ ਹੈ ਜਾਂ ਉਹ ਕਿੱਥੇ ਕਾਪੀ ਹੈ ਉਹ ਤਾਂ ਪਿਛਲੀ ਪੰਚਾਇਤ ਵੇਲੇ ਦਾ ਹੀ ਆ। ਕੋਈ ਨਾ, ਉਹ ਵੀ ਤੁਸੀਂ ਫੋਟੋ ਸੈਂਡ ਕਰ ਦੇਣਾ ਮਤਲਬ ਠੀਕ ਹੈ। ਚਲੋ ਆ ਦੇਖੋ, ਇਹ ਆਪਣਾ ਟੋਟਲ 18,66,375 ਰੁਪਏ ਪਿਛਲੇ ਸੀਗੇ ਤੇ ਗ੍ਰਾਂਟ ਆ ਗਈ 3,88,857। ਟੋਟਲ 22,55,232 ਰੁਪਏ ਹੋ ਗਏ। ਇਹ ਜੋ ਖਰਚ ਹੋ ਗਿਆ ਚਰਨਜੀਤ ਸਿੰਘ ਤੇ ਆਪਣਾ ਜਗਦੀਪ ਸਿੰਘ ਪਲੰਬਰ 15,000 ਰੁਪਏ ਉਹਦੀ ਲੇਬਰ ਉੱਤੇ ਟੂਟੀ ਵਾਲੇ ਦੀ ਬਈ ਸਕੂਲ 'ਚ। ਚਰਨਜੀਤ ਜਿਹੜਾ ਵੀ ਚਰਨਜੀਤ ਤੋਂ ਬਾਹਰੋਂ ਆਇਆ। ਹੁਣ ਆਪਣੇ ਲਈ ਪਿਛਲਾ ਬਕਾਇਆ ਹੈਗਾ 1/9/2021 ਨੂੰ 22,40,232 ਰੁਪਏ। ਐਕਸਿਸ ਬੈਂਕ ਦਾ ਫਿਰ ਵਿਆਜ ਆਏਗਾ 24,209 ਰੁਪਏ। 209 ਰੁਪਏ ਵਿਆਜ ਹੈ। ਫਿਰ HDFC ਦਾ ਆਇਆ ਵਿਆਜ 7424 ਰੁਪਏ। HDFC ਦਾ ਵਿਆਜ ਹੈ 328 ਰੁਪਏ। ਟੋਟਲ ਇੰਟਰਸਟ ਆਇਆ 31,961 ਟੋਟਲ ਹੋ ਗਿਆ ਇੰਟਰਸਟ ਵਿਆਜ। ਇਹਦਾ ਆਪਣਾ ਉਸ ਤੋਂ ਬਾਅਦ ਆਪਣਾ 1/12/2021 ਨੂੰ 22,37,078 ਰੁਪਏ ਬਾਕੀ ਨੇ। 2,14,993 ਰੁਪਏ 15ਵੀਂ ਦੀ ਗ੍ਰਾਂਟ ਆ ਗਈ। ਇਹ ਟੋਟਲ ਆਪਣਾ ਹੋ ਗਿਆ 24,52,671 ਰੁਪਏ। ਤੇ 1 ਤਰੀਕ ਪਹਿਲਾ ਮਹੀਨਾ 2022 ਚ ਆਪਣੇ 24,52,671 ਰੁਪਏ ਦੀਏ। ਇਹਦਾ ਇੰਟਰਸਟ ਬਣ ਗਿਆ HDFC ਦਾ 91,917, ਐਕਸਿਸ ਦਾ ਬਣ ਗਿਆ 13,035 ਰੁਪਏ। ਟੋਟਲ ਗ੍ਰਾਂਟ ਹੋ ਗਈ 24,74,823 ਰੁਪਏ।